ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्स मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਰਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਮਸ਼ਹੂਰ ਸੁਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬਰਸ। ਜੀ ਡਾਕਟਰ ਸਾਹਿਬ ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 25 ਸਤੰਬਰ 2025 9 ਅਸੋ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸ਼ਨ ਕੇਬਲ, ਵੈਲਕਮ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਵਕਤ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ ਔਰ ਕੱਲ ਦੇ ਪ੍ਰੋਗਰਾਮ ਜਿਹੜਾ ਮਿਸ ਕੀਤਾ ਉਸ ਦੀ ਆਪਾਂ ਮਾਫੀ ਚਾਹੁੰਦੇ ਹਾਂ। ਉਸ ਦੇ ਹਵਾਲੇ ਨਾਲ ਵੀ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਆਪਾਂ ਪ੍ਰੋਗਰਾਮ ਕਿਉਂ ਨਹੀਂ ਕੀਤਾ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਗ੍ਰੀਨਵੁੱਡ ਅੰਡਿਆਨਾ ਤੋਂ। ਜੁਝਾਰ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਉਹਨਾਂ ਦੇ ਪਿਤਾ ਸਰਦਾਰ ਜਸਪਾਲ ਸਿੰਘ ਅਤੇ ਮਾਤਾ ਗੁਰਿੰਦਰਜੀਤ ਕੌਰ ਜੀ ਵੱਲੋਂ ਸੋ ਅਸੀਂ ਆਪਣੇ ਟੀਵੀ 84 ਦੀ ਟੀਮ ਵੱਲੋਂ ਬੇਟੇ ਦੀ ਲੰਮੀ ਉਮਰ ਤੇ ਚੜ੍ਹਦੀ ਕਲਾ ਗੁਰਸਿੱਖੀ ਨਾਮਦਾਨ ਦੀ ਦਾਤ ਵਜੋਂ ਆਪਾਂ ਅਰਦਾਸ ਕਰਦੇ ਹਾਂ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਸ ਤਰ੍ਹਾਂ ਕਿ ਗ੍ਰੀਨਵੁੱਡ ਇੰਡੀਆਨਾ ਦੇ ਵਿੱਚ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜਿਹੜਾ ਨਗਰ ਕੀਰਤਨ ਜਿਹੜਾ ਉਲੀਕਿਆ ਗਿਆ ਸੀ ਉਹ ਬੜੀ ਸਫਲਤਾਪੂਰਵਕ ਤਰੀਕੇ ਨਾਲ ਸੰਪੂਰਨ ਹੋਇਆ। ਸਿੱਖ ਸੰਗਤਾਂ ਦਾ ਕਾਫੀ ਠਾਠਾ ਮਾਰਦਾ ਇਕੱਠ ਸੀ ਔਰ ਗਰਮੀ ਵੀ ਕਾਫੀ ਜ਼ਿਆਦਾ ਸੀ ਔਰ ਇਸ ਦੇ ਹਵਾਲੇ ਨਾਲ ਆਪਾਂ ਗੱਲਬਾਤ ਕਰਾਂਗੇ ਔਰ ਡਾਕਟਰ ਸਾਹਿਬ ਨੇ ਜਿਸ ਤਰ੍ਹਾਂ ਕਿ ਸਪੈਸ਼ਲ ਜਿਹੜੀ ਸ਼ਮੂਲੀਅਤ ਕੀਤੀ ਹੈ ਸੋ ਉਹਨਾਂ ਦੀ ਜ਼ੁਬਾਨੀ ਆਪਾਂ ਸੁਣਦੇ ਹਾਂ ਉਹਨਾਂ ਦੇ ਕੋਲੋਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਦੀ ਸਪਾਂਸਰਸ਼ਿਪ ਬੇਟਾ ਜੁਝਾਰ ਸਿੰਘ ਜਿਹੜੇ ਸਪੁੱਤਰ ਨੇ ਜਸਪਾਲ ਸਿੰਘ ਵਰਿੰਦਰਜੀਤ ਕੌਰ ਹੋਰਾਂ ਦੇ ਔਰ ਗ੍ਰੈਂਡਸਨ ਨੇ ਭਾਈ ਨਰਿੰਦਰ ਸਿੰਘ ਭੈਣ ਜੀ ਮਨਜਿੰਦਰ ਕੌਰ ਦੇ ਉਹਨਾਂ ਦੇ ਦੋਤਾ ਨੇ ਔਰ ਬੜਾ ਹੀ ਚੜ੍ਹਦੀ ਕਲਾ ਵਾਲਾ ਸਿੰਘ ਹੈ। ਆਲਮੋਸਟ 10 ਸਾਲ ਦੀ ਉਮਰ ਨੂੰ ਉਹਨੇ ਕ੍ਰਾਸ ਕੀਤਾ ਹੈ। ਪੂਰਾ ਖਾਲਸਾਈ ਬਾਣੇ ਦੇ ਵਿੱਚ ਸਜਿਆ ਹੋਇਆ ਔਰ ਉਹਦਾ ਜਨਮ ਦਿਨ ਤਾਂ ਬੀਤੇ ਕੱਲ ਸੀ ਲੇਕਿਨ ਕਿਉਂਕਿ ਸੰਡੇ ਅਸੀਂ ਉੱਥੇ ਸੀ ਔਰ ਉਹਨਾਂ ਨੇ ਵੀ ਛੁੱਟੀ ਦਾ ਦਿਨ ਹੁੰਦਾ ਹੈ ਆਪਣੇ ਘਰ ਹੀ ਛੋਟਾ ਜਿਹਾ ਪ੍ਰੋਗਰਾਮ ਜਿਹੜਾ ਬਿਲਕੁਲ ਸਿੱਖੀ ਰਵਾਇਤਾਂ ਦੇ ਮੁਤਾਬਕ ਔਰ ਦਰਸ਼ਕ ਗਰੁੱਪ ਪਿਕਚਰ ਦੇਖ ਸਕਦੇ ਨੇ ਕਿ ਜਿਹੜੇ ਜੁਝਾਰ ਸਿੰਘ ਦੇ ਸਾਥੀ ਬੱਚੇ ਬੱਚੀਆਂ ਵੀ ਆਏ ਜਿੱਥੇ ਕਿ ਉਹਨਾਂ ਦੇ ਜੁਝਾਰ ਸਿੰਘ ਦੇ ਗ੍ਰੈਂਡਫਾਦਰ ਗ੍ਰੈਂਡ ਮਦਰ ਵੀ ਮੌਜੂਦ ਸਨ। ਉੱਥੇ ਸਾਰੇ ਹੀ ਬੱਚੇ ਜਿਹੜੇ ਗੁਰਮਤਿ ਸਕੂਲ ਦੇ ਵਿੱਚ ਜਾਂਦੇ ਨੇ ਜਿਹੜੇ ਗੱਤਕਾ ਖੇਡਦੇ ਨੇ ਔਰ ਪੂਰੇ ਗੁਰਸਿੱਖ ਪਰਿਵਾਰਾਂ ਦੇ ਬੱਚੇ ਬੱਚੀਆਂ ਨੇ ਔਰ ਜੁਝਾਰ ਸਿੰਘ ਦੀਆਂ ਦੋਵੇਂ ਵੱਡੀਆਂ ਭੈਣਾਂ ਵੀ ਪੂਰੇ ਉਤਸ਼ਾਹ ਚਾਅ ਦੇ ਨਾਲ ਉਸ 'ਚ ਉਹਨਾਂ ਨੇ ਪਾਰਟਿਸਿਪੇਟ ਕੀਤਾ। ਸੋ ਅਸੀਂ ਸਮਝਦੇ ਹਾਂ ਔਰ ਜਸਪਾਲ ਸਿੰਘ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੀ ਐਂਕਰਿੰਗ ਵੀ ਕੀਤੀ ਉਹਨਾਂ ਦੇ ਫਾਦਰ ਜੁਝਾਰ ਸਿੰਘ ਦੇ ਜਸਪਾਲ ਸਿੰਘ ਉਹਨਾਂ ਨੇ ਸੈਚਰਡੇ ਦਾ ਜਿਹੜਾ ਨਗਰ ਕੀਰਤਨ ਸੀ ਉਹਦੇ ਐਂਕਰ ਉਹੀ ਸਨ। ਉਹਦੀ ਓਪਨਿੰਗ ਔਰ ਸਾਰੇ ਪ੍ਰੋਗਰਾਮ ਨੂੰ ਕਵਰ ਕੀਤਾ ਬੜੇ ਟੈਲੈਂਟਡ ਅੰਦਾਜ਼ ਦੇ ਵਿੱਚ। ਮੈਂ ਉਹਨਾਂ ਨੂੰ ਇਸ ਗੱਲ ਦੇ ਲਈ ਮੁਬਾਰਕਬਾਦ ਵੀ ਦਿੱਤੀ। ਹਾਲੇ ਮੈਨੂੰ ਯਾਦ ਹੈ ਕਿ ਜਦੋਂ ਵਾਸ਼ਿੰਗਟਨ DC ਜਸਪਾਲ ਸਿੰਘ ਸਨ
ਤੇ ਸਾਡੀਆਂ ਮੁੱਢਲੀਆਂ ਸਪੀਚਸ ਜਿਹੜੀਆਂ ਉਦੋਂ ਰਾਊਟ 50 ਦੇ ਉੱਤੇ ਗੁਰਦੁਆਰਾ ਸਾਹਿਬ ਸਜਦਾ ਸੀ, ਦੀਵਾਨ ਸਜਦਾ ਸੀ। ਸੋ ਇਹਨਾਂ ਨੇ ਵੀ ਫॉर ਪੰਥ ਵੈਬਸਾਈਟ ਦੇ ਉੱਤੇ ਉਹ ਸਪੀਚਸ ਪੂਰਾ ਹਰ ਸੰਡੇ ਨੇਮ ਨਾਲ ਰਿਕਾਰਡ ਕਰਨਾ ਔਰ ਉਹ ਸਪੀਚਸ ਪਾਉਣੀਆਂ। ਉਹਨਾਂ 'ਚੋਂ ਅਜੇ ਵੀ ਫॉर ਪੰਥ ਦੇ ਵੈਬਸਾਈਟ 'ਤੇ ਉਹ ਨੇ। ਸੋ ਉਹਨਾਂ ਦਾ ਸ਼ੌਕ ਵੀ ਹੈ, ਖੁਦ ਵੀ ਜਿਹੜਾ ਹੈ ਉਹ ਪੂਰਨ ਗੁਰਸਿੱਖੀ ਭਾਵਨਾ, ਪੰਥਕ ਭਾਵਨਾ ਨਾਲ ਓਤ-ਪ੍ਰੋਤ ਨੇ। ਔਰ ਉੱਥੇ ਵੀ ਗ੍ਰੀਨਵੁੱਡ 'ਚ ਜਿਹੜਾ ਹੈ ਗੁਰਦੁਆਰਾ ਸਾਹਿਬ ਦੇ ਸਕੱਤਰ ਵੀ ਰਹੇ ਔਰ ਪੂਰੇ ਚੜ੍ਹਦੀ ਕਲਾ ਦੇ ਨਾਲ ਉਹਨਾਂ ਨੇ ਸ਼ਮੂਲੀਅਤ ਕੀਤੀ। ਸੋ ਅਸੀਂ, ਮੇਰੇ ਲਈ ਇਹ ਆਪਣੀ ਐਕਸਟੈਂਡਡ ਫੈਮਿਲੀ ਹੈ, ਕਿਉਂਕਿ ਵਰਿੰਦਰ ਜਿਹਦਾ ਨਿਕਨੇਮ ਗੋਗਾ ਹੈ, ਬਹੁਤ ਛੋਟੀ ਮੈਂ ਗਰੋ ਹੁੰਦਿਆਂ ਦੇਖਿਆ। ਫਿਰ ਇਹਦਾ ਜਦੋਂ ਵਿਆਹ ਹੋਇਆ, ਅੱਗੋਂ ਬੱਚੇ, ਔਰ ਭਾਈ ਨਰਿੰਦਰ ਸਿੰਘ ਹੋਰਾਂ ਦਾ ਪੂਰਾ ਖਿੜਿਆ ਪਰਿਵਾਰ ਹੈ। ਔਰ ਅਸੀਂ ਮੁਬਾਰਕਬਾਦ ਵੀ ਦਿੰਦੇ ਹਾਂ ਔਰ ਇਹ ਕਾਮਨਾ ਵੀ ਕਰਦੇ ਹਾਂ। ਹਾਲਾਂ ਭਾਈ ਨਰਿੰਦਰ ਸਿੰਘ ਹੋਰਾਂ ਨੇ ਇਹਨਾਂ ਸੈਲੀਬ੍ਰੇਸ਼ਨ ਸ਼ਾਮਲ ਹੋਣਾ ਸੀ, ਪਰ ਉਹ ਕਿਉਂਕਿ ਸਰੀਰਕ ਤੌਰ 'ਤੇ ਜਿਹੜਾ ਹੈ ਉਹ ਠੀਕ ਨਹੀਂ ਨੇ। ਸੋ ਇਹ ਵੀ ਅਕਾਲ ਪੁਰਖ ਦੇ ਭਾਣੇ 'ਚ ਹੁੰਦਾ। ਹਾਲਾਂਕਿ ਕੋਈ ਨਗਰ ਕੀਰਤਨ ਦਾ ਵੀ ਸੱਦਾ ਸ਼ਾਰਟ ਨੋਟਿਸ 'ਤੇ ਹੀ ਸੀ, ਹਫਤੇ ਦੇ ਗੈਪ 'ਤੇ, ਲੇਕਿਨ ਉਹਨਾਂ ਦੀ ਗੈਰ ਹਾਜ਼ਰੀ 'ਚ ਚਲੋ ਘੱਟੋ ਘੱਟ ਅਸੀਂ ਹਾਜ਼ਰੀ ਲਾ ਕੇ ਬੱਚੇ ਦੀ ਚੜ੍ਹਦੀ ਕਲਾ ਦੀ ਕਾਮਨਾ ਕੀਤੀ। ਭਾਈ ਗੁਰਦੇਵ ਸਿੰਘ ਹੋਰ ਵੀ ਸਾਡੇ ਨਾਲ ਸਨ ਔਰ ਉਹਨਾਂ ਦੀ ਬਦੌਲਤ ਹਰ ਥਾਂ ਜਿਹੜੀ ਹੈ ਉਹ ਕੈਮਰੇ ਦੇ ਵਿੱਚ ਹਰ ਓਕੇਜ਼ਨ ਜਿਹੜਾ ਹੈ ਉਹ ਬੰਦ ਹੋ ਜਾਂਦਾ। ਸੋ ਅਸੀਂ ਮੁਬਾਰਕਬਾਦ ਦਿੰਦੇ। ਅਸੀਂ ਆਪਣੇ ਸਾਰੇ ਦਰਸ਼ਕਾਂ ਦਾ, ਵਿਊਅਰਸ ਦਾ ਵੀ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ ਜਾਣ ਤੋਂ ਪਹਿਲਾਂ, ਕਿਉਂਕਿ ਸੈਚਰਡੇ ਨਗਰ ਕੀਰਤਨ ਸੀ। ਸੋ ਫਰਾਈਡੇ ਅਸੀਂ ਫਲਾਈ ਕੀਤਾ। ਲਾਸਟ ਪ੍ਰੋਗਰਾਮ ਸਾਡਾ ਥਰਸਡੇ ਇਨ ਸਟੂਡੀਓ ਥਰਸਡੇ ਸੀ। ਸੋ ਉਦੋਂ 2 ਸੈਗਮੈਂਟ ਸਾਡੇ, ਲੀਡ ਸੈਗਮੈਂਟ ਔਰ ਦੂਸਰਾ, ਹਾਲਾਂਕਿ ਲੀਡ ਸੈਗਮੈਂਟ ਕਾਫੀ ਲੰਬਾ ਸੀ, 32-33 ਮਿੰਟ ਦਾ, ਔਰ ਉਹ ਦੋਨੋਂ ਹੀ ਜਿਹੜੇ ਨੇ, ਜਿਹੜਾ ਪਾਕਿਸਤਾਨ ਸਾਊਦੀ ਅਰੇਬੀਆ ਡਿਫੈਂਸ ਪੈਕਟ ਹੋਇਆ ਉਸ ਦੇ ਉੱਤੇ ਬੇਸ ਸਨ। ਪਹਿਲਾ ਜ਼ਾਹਰ ਹੈ ਪਾਕਿਸਤਾਨ ਦੀ ਨਿਊਕਲੀਅਰ ਬੰਬ ਦੀ ਹਿਸਟਰੀ ਵੀ ਔਰ ਪਾਕਿਸਤਾਨ ਦਾ ਨਿਊਕਲੀਅਰ ਅੰਬਰੈਲਾ ਜਿਹੜਾ, ਜਿਹਦੀ ਛਾਂ ਹੇਠ ਹੁਣ ਸਾਊਦੀ ਅਰੇਬੀਆ ਵੀ ਹੋਏਗਾ, ਇਸ ਦੇ ਕੀ ਇੰਟਰਨੈਸ਼ਨਲ ਔਰ ਓਵਰਆਲ ਕੀ ਨੇ ਇਸ 'ਤੇ ਸੀ। ਔਰ ਦੂਸਰਾ ਕਿ ਭਾਰਤ ਦੇ ਵਿੱਚ ਇਸ ਦਾ ਕਿਵੇਂ ਭਾਰਤ ਸ਼ੈਲ ਸ਼ੌਕਡ ਹੈ, ਕਿਵੇਂ ਉਹ ਬਿਲਕੁਲ ਜਿਹੜੇ ਨੇ ਨੀਮ ਬੇਹੋਸ਼ੀ 'ਚ ਚਲੇ ਗਏ ਨੇ। ਹਾਲਾਂ ਉਹ ਆਪਣੇ ਹਮ ਤੋਂ ਨਹੀਂ ਡਰਤੇ ਹਮ ਵੀ ਆਪਣੇ ਹਿਤੋਂ ਕੋ ਦੇਖेंगे। ਲੇਕਿਨ ਜ਼ਾਹਰ ਹੈ ਵੀ ਜਿੰਨੇ ਵੀ ਐਕਸਪਰਟਸ ਦੇ ਵਿਊਜ਼ ਆ ਉਸ ਤੋਂ ਬਾਅਦ ਵੀ ਆਇਆ, ਭਾਰਤ ਜਿਹੜਾ ਹੈ ਇਹ ਇਸ ਤੋਂ ਹੋਰ ਵੀ ਖੌਫਜ਼ਦਾ ਹੋਇਆ। ਔਰ ਸਾਨੂੰ ਖੁਸ਼ੀ ਹੈ ਕਿ ਇਹਨਾਂ ਆਲਮੋਸਟ ਪਿਛਲੇ 3 ਦਿਨਾਂ ਦੇ ਵਿੱਚ 3000 ਤੋਂ ਜ਼ਿਆਦਾ ਨਵੇਂ ਸਬਸਕ੍ਰਾਈਬਰਸ ਜਿਹੜੇ ਨੇ ਉਹਨਾਂ ਨੇ YouTube ਦੇ ਉੱਤੇ ਸਬਸਕ੍ਰਾਈਬ ਕੀਤਾ। ਔਰ ਇਸ ਵੇਲੇ ਸਾਡੇ YouTube ਸਬਸਕ੍ਰਾਈਬਰਸ ਦਾ ਨੰਬਰ 2,80,000 ਤੇ ਪਹੁੰਚਿਆ। ਸਾਡੇ ਵਿਊਅਰਸ ਨੇ ਸਾਨੂੰ ਇਹ ਇਨਫੋਰਮ ਕੀਤਾ। ਹਾਲਾਂ ਮੈਂ ਤਾਂ ਟਰੈਵਲ ਕਰਨ ਕਰਕੇ ਬਹੁਤ ਵਾਰੀ ਇਸ ਨੂੰ ਰੈਗੂਲਰਲੀ ਨਹੀਂ ਦੇਖ ਪਾਇਆ। ਔਰ ਜਿਹੜੇ ਦੋਵੇਂ ਸੈਗਮੈਂਟ ਨੇ, ਪਹਿਲਾ ਸੈਗਮੈਂਟ 77,000 ਤੋਂ ਜ਼ਿਆਦਾ ਵਿਊਅਰਸ ਨੇ ਦੇਖਿਆ ਔਰ ਦੂਸਰਾ ਸੈਗਮੈਂਟ 70,000 ਤੋਂ ਜ਼ਿਆਦਾ ਨੇ। ਔਰ ਸਾਡੇ ਬਹੁਤ ਸਾਰੇ ਪਾਕਿਸਤਾਨੀ ਭੈਣ ਭਰਾ ਜਿਨ੍ਹਾਂ ਨੇ ਬੜੇ ਮੁਹੱਬਤ ਭਰੇ ਮੈਸੇਜ ਵੀ ਥੱਲੇ ਕਮੈਂਟਸ ਲਿਖੇ ਨੇ ਇਨ ਹੰਡਰਡਸ, ਅਸੀਂ ਸਾਰਿਆਂ ਦਾ ਹੀ ਸ਼ੁਕਰੀਆ ਵੀ ਅਦਾ ਕਰਦੇ ਔਰ ਅਸੀਂ ਆਸ ਵੀ ਕਰਦੇ ਹਾਂ ਕਿ ਇਹ ਜਿਹੜੀ ਬੌਂਡਿੰਗ ਹੈ ਪਾਕਿਸਤਾਨ ਔਰ ਭਵਿੱਖ ਦੇ ਖਾਲਿਸਤਾਨ, ਜਿਹੜਾ ਕਿ ਅਸੀਂ ਹਮਸਾਇਆ ਮੁਲਕ ਹੋਵਾਂਗੇ ਔਰ 2 ਕੌਮਾਂ ਦੀ ਸਾਂਝ, ਜਿਸ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਭਾਈ ਮਰਦਾਨੇ ਦੀ ਰਬਾਬ ਤੇ ਗੁਰੂ ਨਾਨਕ ਪਾਤਸ਼ਾਹ ਦਾ ਸਾਥ ਭਾਈ ਮਰਦਾਨੇ ਵੱਲੋਂ, ਔਰ ਉਹ ਕੰਟੀਨਿਊਟੀ ਸਾਈਂ ਮੀਆਂ ਮੀਰ ਔਰ ਜਿਨ੍ਹਾਂ ਨੇ ਹਰਮੰਦਰ ਸਾਹਿਬ ਦਰਬਾਰ ਸਾਹਿਬ ਦਾ ਸੰਗੇ ਬੁਨਿਆਦ ਰੱਖਿਆ। ਗੁਰੂ ਅਰਜਨ ਸਾਹਿਬ ਨੇ ਪਾਲਕੀ ਭੇਜ ਕੇ ਉਹਨਾਂ ਨੂੰ ਲਾਹੌਰ ਤੋਂ ਇਨਵਾਈਟ ਕੀਤਾ। ਫਿਰ ਪੀਰ ਬੁੱਧੂ ਸ਼ਾਹ ਤੇ ਉਹਨਾਂ ਦੇ 3-4 ਬੇਟੇ, ਕਿੰਨੇ ਮੁਰੀਦ ਜਿਹੜੇ 10ਵੇਂ ਪਾਤਸ਼ਾਹ ਦੇ ਵੱਲੋਂ ਲੜਦਿਆਂ ਹੋਇਆਂ ਪਹਿਲੀ ਜੰਗ ਜਿਹੜੀ ਉਹਨਾਂ ਨੇ ਲੜੀ, ਭੰਗਾਣੀ ਦੀ ਜੰਗ, ਉਸ 'ਚ ਉਹਨਾਂ ਨੇ ਸ਼ਹੀਦੀਆਂ ਪਾਈਆਂ। ਨਬੀ ਖਾਨ ਗਨੀ ਖਾਨ ਦਾ ਇਤਿਹਾਸ। ਸੋ ਮੈਂ ਸਮਝਦਾ ਹਾਂ ਵੀ ਇਸ 47 ਦੌਰ ਦਾ ਇੱਕ ਜਿਹੜਾ ਨਾਈਟਮੇਅਰ, ਇੱਕ ਡਰਾਉਣਾ ਜਿਹੜਾ ਪਾਰਟ ਹੈ, ਜਿਸ ਨੇ ਸਾਨੂੰ ਦੋਨਾਂ ਹੀ ਕੌਮਾਂ ਨੂੰ ਜਿਹੜਾ ਉਹ ਇੱਕ ਉਸ ਵਹਿਸ਼ੀਪੁਣੇ ਵੱਲ ਧੱਕਿਆ। ਬੇਸ਼ੱਕ ਇਸ ਦਾ ਜਿਹੜਾ ਮੇਨ ਕੰਸਪੀਰੇਟਰ ਹੈ, ਸਾਜ਼ਿਸ਼ ਹੈ, ਉਹ ਪਤਾ ਹੀ ਹੈ, ਜਿਹੜਾ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ।
ਲੇਕਿਨ ਇਹਨਾਂ ਲਗਭਗ 78-79 ਸਾਲਾਂ ਬਾਅਦ ਬਹੁਤ ਕੁਝ ਬਦਲਿਆ ਹੈ। ਜੂਨ 84 ਦੇ ਘੱਲੂਘਾਰੇ ਨੇ ਸਾਡੀ ਕੌਮ ਦੇ ਇੱਕ ਵੱਡੇ ਹਿੱਸੇ ਨੂੰ ਵੀ ਝੰਜੋੜ ਕੇ ਜਗਾਇਆ ਔਰ ਜੋ ਨੈਰੇਟਿਵ ਜਿਹੜਾ ਹੈ ਉਹ ਮੁਸਲਮਾਨ ਪਾਕਿਸਤਾਨ ਪ੍ਰਤੀ ਭਾਰਤੀ ਸਿਸਟਮ ਦਾ ਸੀ ਉਸ ਨੂੰ ਸਮਝਣਾ ਸ਼ੁਰੂ ਕੀਤਾ। ਔਰ ਇਹ ਜਿਹੜੇ ਸਬਕ ਇਹਨਾਂ ਵੱਲੋਂ ਦਿੱਲੀ ਤਖਤ ਵੱਲੋਂ ਸਾਨੂੰ ਬਾਰ-ਬਾਰ ਦਿੱਤੇ ਜਾ ਰਹੇ ਨੇ, ਹੁਣ ਜਿਹੜਾ ਕਿ ਆਪਰੇਸ਼ਨ ਸੰਦੂਰ ਅਖੌਤੀ ਉਸ ਦੇ ਪਾਰਟ 2 ਦੇ ਤੌਰ ਤੇ ਪਾਣੀ ਨੂੰ ਇੱਕ ਦਹਿਸ਼ਤਗਰਦ ਹਥਿਆਰ ਵਜੋਂ, ਦਹਿਸ਼ਤਗਰਦੀ ਦੇ ਹਥਿਆਰ ਵਜੋਂ ਵਰਤਿਆ, ਦੋਨਾਂ ਪੰਜਾਬਾਂ ਨੂੰ ਡੁਬੋਇਆ। ਇਹਨੇ ਵੀ ਸਾਨੂੰ ਇਹ ਰਿਅਲਾਈਜ਼ ਕਰਵਾਇਆ ਕਿ ਭਾਈ ਸਾਡੀਆਂ ਸਾਂਝਾਂ ਜਿਹੜੀਆਂ ਨੇ ਕੱਲੀਆਂ ਤਹਿਜ਼ੀਬੀ ਜਾਂ ਦੂਜੀਆਂ ਨਹੀਂ, ਜਦੋਂ ਦੁਸ਼ਮਣ ਸਾਡਾ ਮਾਰ ਕਰਦਾ ਹੈ ਜਾਂ ਵਾਰ ਕਰਦਾ ਹੈ ਤੇ ਉਹ ਵੀ ਦੋਨਾਂ ਪੰਜਾਬਾਂ ਦੀ ਬਰਬਾਦੀ ਦੇ ਹੀ ਸਿਗਨੇਚਰ ਕਰਦਾ ਹੈ ਉਸ ਦੇ ਉੱਤੇ ਜੀ। ਔਰ ਇਹਦੇ 'ਚ ਹੁਣ ਕੋਈ ਦੋ ਰਾਵਾਂ ਨਹੀਂ ਨੇ ਕਿ ਪਾਣੀ ਨੂੰ ਵੈਪਨ ਦੇ ਤੌਰ ਤੇ ਇਹਨਾਂ ਨੇ ਇਸਤੇਮਾਲ ਕੀਤਾ। ਜਿਹੜੀ ਗੱਲ ਇਹਨਾਂ ਦਾ ਲੈਫਟੀਨੈਂਟ ਜਨਰਲ ਢਿੱਲੋਂ ਮੀਡੀਆ ਤੇ ਕਹਿ ਰਿਹਾ ਸੀ ਜਦੋਂ ਇਹਨਾਂ ਨੇ ਇੰਡਸ ਵਾਟਰ ਟ੍ਰੀਟੀ ਸਸਪੈਂਡ ਕਰਨ ਦੀ ਲਾਈਨ ਕਹੀ, ਭਾਰਤੀ ਸਿਸਟਮ ਨੇ ਉਹਨਾਂ ਨੇ ਕਿਹਾ ਜੀ ਪਾਣੀ ਰੋਕਾਂਗੇ, ਅੱਧੀ ਰਾਤ ਨੂੰ ਛੱਡਾਂਗੇ। ਔਰ ਇਹ ਸਾਡੇ ਸਾਹਮਣੇ ਹੈ ਕਿ ਵੀ ਇਸ ਨੂੰ ਕਿਵੇਂ ਇਹਨਾਂ ਨੇ ਇਸ ਨੂੰ ਵੈਪਨ ਦੇ ਤੌਰ ਤੇ ਵਰਤਿਆ। ਸੋ ਅਸੀਂ ਸਮਝਦੇ ਹਾਂ ਕਿ ਬਈ ਇਹ ਸਾਨੂੰ ਸਮਝਣਾ ਹੋਏਗਾ ਕਿ ਅਲਟੀਮੇਟਲੀ ਸਾਡੀ ਆਪਣੀ ਹੋਂਦ, ਜਿੱਥੇ ਖਾਲਿਸਤਾਨ ਦੀ ਤਾਰੀਖ ਆਪਣੇ ਆਪ ਦੇ ਵਿੱਚ ਇਸ ਵੇਲੇ ਲਗਭਗ 41 ਸਾਲ ਤੋਂ ਜੇ ਕਹਿਣਾ ਹੋਏ ਜੂਨ 84 ਤੋਂ ਬਾਅਦ ਅੱਜ ਇੰਟਰਨੈਸ਼ਨਲ ਰੈਕਗਨੀਸ਼ਨ ਵੱਲ ਵਧੀ ਹੈ। ਦੁਨੀਆ ਭਰ ਦੇ ਵਿੱਚ ਇੰਡੀਆ ਦਾ ਇਮੇਜ ਐਜ਼ ਏ ਰੋਗ ਸਟੇਟ ਐਕਸਪੋਜ਼ ਹੋਇਆ ਔਰ ਖਾਲਿਸਤਾਨ ਦੀ ਗੱਲ ਨੂੰ ਜਿਹੜਾ ਹੈ ਉਹ ਸਮਝਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੇ ਅਸੀਂ ਇਹ ਤਾਂ ਨਹੀਂ ਦਾਅਵੇ ਨਾਲ ਕਹਿ ਸਕਦੇ ਕਿ ਜੀ ਬਾਹਰਲੀਆਂ ਤਾਕਤਾਂ ਜਾਂ ਖਾਸ ਤੌਰ ਤੇ ਅਮਰੀਕਾ ਡਿਟਰਮਿੰਡ ਹੈ ਕਿ ਉਹਨਾਂ ਨੇ ਉਸ ਖਿੱਤੇ ਦੇ ਵਿੱਚ ਖਾਲਿਸਤਾਨ ਨੂੰ ਕਾਇਮ ਕਰਨਾ ਹੈ, ਪਰ ਗੱਲ ਉਸ ਪਾਸੇ ਵੱਲ ਜਾ ਰਹੀ ਹੈ ਔਰ ਇਹ ਸਾਰਿਆਂ ਦੇ ਇੰਟਰਸਟ ਦੇ ਵਿੱਚ ਹੋਏਗਾ। ਪਾਕਿਸਤਾਨ ਦੇ ਵੀ ਇੰਟਰਸਟ 'ਚ ਹੈ, ਇਕੱਲਾ ਇਹੀ ਨਹੀਂ। ਜਿਵੇਂ ਅੱਜ ਹੀ ਸਾਡੇ ਇੱਕ ਵੀਰ ਜਿਹੜੇ ਟੀਵੀ ਚੈਨਲ ਪਾਕਿਸਤਾਨ 'ਚ ਰਨ ਕਰਦੇ ਨੇ ਉਹ ਇੰਟਰਵਿਊ ਕਰਨਾ ਚਾਹੁੰਦੇ ਸੀ ਤੇ ਕੋਈ ਗੱਲ ਚੱਲੀ, ਉਹਨਾਂ ਦੇ ਨਾਲ ਚੱਲ ਰਿਹਾ ਸੀ। ਮੈਂ ਕਿਹਾ ਵੀ ਸਾਨੂੰ ਇਹ ਤਸਲੀਮ ਕਰਨਾ ਹੋਏਗਾ ਪ੍ਰੋਪਰਲੀ, ਬੇਸ਼ੱਕ ਜਦੋਂ ਪੰਜਾਬ ਦੀ ਜਾਂ ਸਾਂਝਾਂ ਦੀ ਗੱਲ ਹੁੰਦੀ ਹੈ ਕੁਛ ਜਿਹੜੇ ਨੇ ਜਜ਼ਬਾਤੀ ਰੌਂ ਦੇ ਵਿੱਚ ਇੱਕ ਪੰਜਾਬ ਦੀ ਗੱਲ ਕਰਦੇ ਨੇ। ਮੈਂ ਕਿਹਾ ਇਹ ਹਕੀਕਤ ਨਹੀਂ ਹੈ। ਪਾਕਿਸਤਾਨ ਇੱਕ ਇੰਡੀਪੈਂਡੈਂਟ ਸੋਵਰਨ ਮੁਲਕ ਹੈ। ਪਾਕਿਸਤਾਨ ਦੀ ਹੋਂਦ ਜਿਹੜੀ ਹੈ ਉਹ ਇਹਨਾਂ 78 ਸਾਲਾਂ ਦੇ ਵਿੱਚ ਆਪਣੀ ਆਈਡੈਂਟੀਟੀ ਦੇ ਨਾਲ ਐਜ਼ ਏ ਕੰਟਰੀ, ਜਿਹਦੇ ਵਿੱਚ ਪੰਜਾਬ, ਸਿੰਧ, ਬਲੋਚਿਸਤਾਨ, ਖੈਬਰ ਪਖਤੂਨਵਾ ਔਰ ਇਹ ਜਿਹੜੇ ਸਾਰੇ ਸ਼ਾਮਲ ਨੇ ਇਸ ਸੂਬੇ ਜਿਹਨਾਂ 'ਚ ਗਿਲਗਿਤ ਬਾਲਟਿਸਤਾਨ। ਔਰ ਇਹਦੇ ਬਾਵਜੂਦ ਕਿ ਭਾਰਤ ਨੇ ਉਸ ਨੂੰ ਤੋੜਨ ਦੇ ਲਈ ਇੱਕ ਪਾਸੇ ਮਸ਼ਰਕੀ ਪਾਕਿਸਤਾਨ ਬਣਾਇਆ, ਉਸ ਨੂੰ ਬੰਗਲਾਦੇਸ਼ ਬਣਾਇਆ, ਪਰ ਪਾਕਿਸਤਾਨ ਨੇ ਆਪਣੀ ਪਾਵਰ, ਰੈਜ਼ੀਲੀਅੰਸ, ਹੋਂਦ ਪ੍ਰੂਵ ਕੀਤੀ ਹੈ। ਔਰ ਜ਼ਾਹਰ ਹੈ ਕਿ ਅਸੀਂ ਜਦੋਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਦੀ ਗੱਲ ਕਰਦੇ ਤੇ ਇਹ ਸਾਡਾ ਉਹ ਕ੍ਰੇਡਲ ਹੈ, ਉਹ ਪੰਗੂੜਾ ਹੈ ਸਾਡੀ ਸਿੱਖ ਸਿਵਲਾਈਜੇਸ਼ਨ ਦਾ, ਜਿਸ ਨੂੰ ਨੈਚੁਰਲੀ ਜਿਹੜੀਆਂ ਹਿਮਾਚਲ ਦੀਆਂ ਹਿਲਸ ਨੇ ਔਰ ਰੋਹਤਾਂਗ ਪਾਸ ਤੱਕ, ਔਰ ਜੋ ਪਾਕਿਸਤਾਨ ਭਾਰਤ ਟਕਰਾਅ ਹੈ ਉਸ ਨੂੰ ਰੋਕਣ ਦਾ ਵੀ ਕੋਈ ਇੱਕ ਇਲਾਜ ਹੈ ਕਿ ਬਫਰ ਸਟੇਟ ਖਾਲਿਸਤਾਨ ਇਹਨਾਂ ਦੋਨਾਂ ਦੇ ਵਿਚਾਲੇ ਹੋਏ ਔਰ ਸਾਡਾ ਪਾਕਿਸਤਾਨ ਦੇ ਨਾਲ ਇਵੇਂ ਦਾ ਸੰਬੰਧ ਹੋਏ ਜਿਵੇਂ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਡ੍ਰੀਮ ਕੀਤਾ ਸੀ। ਉਹਨਾਂ ਨੇ ਪਰਟੀਕੁਲਰਲੀ ਕਿਹਾ ਸੀ ਕਿ ਜੀ ਇੰਡੀਆ ਪਾਕਿਸਤਾਨ, ਭਾਰਤ ਪਾਕਿਸਤਾਨ ਦੇ ਸੰਬੰਧ ਇਵੇਂ ਹੀ ਹੋਣਗੇ ਜਾਂ ਹੋਣੇ ਚਾਹੀਦੇ ਨੇ ਜਿਵੇਂ ਅਮਰੀਕਾ ਕੈਨੇਡਾ ਦੇ ਨੇ। ਉਹ ਤਾਂ ਇਹਨਾਂ ਨੇ ਕਿਉਂਕਿ ਬ੍ਰਾਹਮਣਵਾਦੀਆਂ ਨੇ ਕਦੇ ਵੀ ਨਾ, ਉਹਨਾਂ ਨੇ ਤਾਂ ਮੁਸਲਮਾਨਾਂ ਦੀ ਹੋਂਦ ਨੂੰ ਹੀ ਨਹੀਂ ਕਬੂਲਿਆ, ਉਹਨਾਂ ਨੂੰ ਮਲੇਸ਼ ਕਹਿ ਕੇ ਸੰਬੋਧਨ ਕਰਦੇ ਨੇ ਔਰ ਉਹਨਾਂ ਦਾ ਛੋਇਆ ਪਾਣੀ ਵੀ ਪਿੱਟਿਆ ਪਾਣੀ ਹੁੰਦਾ ਤੇ ਉਹਨਾਂ ਨੇ ਪਾਕਿਸਤਾਨ ਕਿੱਥੋਂ ਤਸਲੀਮ ਕਰਨਾ ਸੀ। ਉਹ ਤਾਂ ਅਖੰਡ ਭਾਰਤ ਦਾ ਸੁਪਨੇ ਹੀ ਨਹੀਂ ਲੈਂਦੇ ਰਹੇ, ਉਹਨਾਂ ਨੇ ਪੂਰਾ ਯਤਨ ਕੀਤਾ ਪਾਕਿਸਤਾਨ ਨੂੰ ਤੋੜਨ ਦਾ। ਸੋ ਅਸੀਂ ਸਮਝਦੇ ਹਾਂ ਕਿ ਖਾਲਿਸਤਾਨ ਹੀ ਇੱਕ ਉਹ ਆਨਸਰ ਹੈ ਜਿਹੜਾ ਦੋਨਾਂ ਮੁਲਕਾਂ ਦੇ ਵਿਚਾਲੇ ਇੱਕ ਬਫਰ ਸਟੇਟ ਦੇ ਤੌਰ ਤੇ, ਔਰ ਸਾਡੇ ਸਬੰਧ ਜਿਹੜੇ ਨੇ ਖਾਲਿਸਤਾਨ ਪਾਕਿਸਤਾਨ ਦੇ ਇਵੇਂ ਹੀ ਹੋਣਗੇ ਜਿਵੇਂ ਅਮਰੀਕਾ ਤੇ ਕੈਨੇਡਾ ਦੇ ਨੇ। ਬਾਰਡਰਸ ਰਹਿਣਗੇ ਕਿਉਂਕਿ ਮੁਲਕ ਨੇ ਸੋਵਰਨ, ਲੇਕਿਨ ਬਾਰਡਰ ਇਰਰੈਲੇਵੈਂਟ ਹੋ ਜਾਣ, ਸਾਡੀ ਆਪਸੀ ਟ੍ਰੇਡ, ਮਿਲਣਸਾਰੀ, ਦੂਜੇ ਤੀਜੇ, ਕਿਉਂਕਿ ਸਾਡਾ ਮੱਕਾ ਮਦੀਨਾ ਵੀ ਹੈ, ਸਾਡੀ ਸਿਵਲਾਈਜੇਸ਼ਨ ਦੇ, ਸਾਡੇ ਵਿਰਸੇ ਦੇ ਜਿਹੜਾ ਸਭ ਕੁਛ। ਔਰ ਜ਼ਾਹਰ ਹੈ ਕਿ ਖਾਲਿਸਤਾਨ ਪਾਕਿਸਤਾਨ
ਦੋਵੇਂ ਗਵਾਂਢੀਆਂ ਦੇ ਤੌਰ ਦੇ ਉੱਤੇ, ਹਮਸਾਇਆਂ ਦੇ ਤੌਰ ਤੇ ਪ੍ਰੋਗਰੈਸ ਕਰਨਗੇ। ਸੋ ਇਹ ਸਾਨੂੰ ਹਕੀਕਤਨ ਇਸ ਲਾਈਨ ਦੇ ਉੱਤੇ ਕੰਮ ਕਰਨ ਦੀ ਲੋੜ ਹੈ। ਔਰ ਸਾਡੇ ਜਦੋਂ ਬਹੁਤ ਸਾਰੇ ਪਾਕਿਸਤਾਨੀ ਵੀਰ ਭੈਣਾਂ ਉਸ ਪਿਆਰ ਦੇ ਵਿੱਚ ਗੁੜੁੰਦ ਆਪਣੇ ਮੈਸੇਜ ਲਿਖਦੇ ਨੇ ਤਾਂ ਫਿਰ ਇਹ ਅਹਿਸਾਸ ਹੁੰਦਾ ਹੈ ਕਿ ਮੁਹੱਬਤ ਪਿਆਰ ਕਿਹਨੂੰ ਕਹਿੰਦੇ ਨੇ ਜੇ ਇਹਨੂੰ ਸਮਝਣਾ ਹੈ। ਔਰ ਇਹ ਗੱਲ ਮੈਂ ਨਹੀਂ ਕਹਿੰਦਾ, ਹੁਣ ਵੀ ਜਦੋਂ ਮੈਂ ਟਰੈਵਲ ਅਰਾਊਂਡ ਗ੍ਰੀਨਵੁੱਡ ਵੀ ਮੈਂ ਗਿਆ ਔਰ ਜਿਹੜੇ ਪਾਕਿਸਤਾਨ ਤੋਂ ਹੋ ਕੇ ਆਏ ਯਾਤਰਾ ਦੇ ਵਿੱਚ, ਉਹਨਾਂ ਦਾ ਵੀ ਇਹੀ ਕਹਿਣਾ ਸੀ ਕਿ ਜਿੰਨਾ ਪਿਆਰ ਪਾਕਿਸਤਾਨ 'ਚ ਸਿੱਖਾਂ ਲਈ ਹੈ, ਇੱਜ਼ਤ ਵੀ ਔਰ ਪਿਆਰ ਵੀ, ਕਿ ਸਿੱਖ ਦੇਖ ਕੇ ਉਹਨਾਂ ਨੂੰ ਸਭ ਕੁਝ ਭੁੱਲ ਜਾਂਦਾ ਹੈ। ਨਾ ਉਹ ਦੁਕਾਨਦਾਰ ਪੈਸੇ ਲੈਣਾ ਚਾਹੁੰਦਾ ਹੈ, ਨਾ ਕੋਈ ਵੀ ਤੁਹਾਨੂੰ ਬਿਨਾਂ ਕੁਛ ਖਵਾਏ ਜਿਹੜਾ ਉੱਥੋਂ ਅੱਗੇ ਨਹੀਂ ਵਧਣ ਦਿੰਦਾ। ਸੋ ਇਹ ਜਿਹੜੀ ਬੌਂਡਿੰਗ ਹੈ, ਇਹਨੇ ਹੀ ਤਕਲੀਫ ਦਿੱਤੀ ਇਹਨਾਂ ਨੂੰ। ਕਰਤਾਰਪੁਰ ਸਾਹਿਬ ਦਾ ਵੀਜ਼ਾ ਵੀ ਜਿਹੜਾ ਉਹਨਾਂ 'ਚ ਯਾਤਰੂਆਂ ਦਾ ਜਾਣਾ ਬੰਦ ਕੀਤਾ ਔਰ ਇਸ ਵਾਰ ਉਹਨਾਂ ਨੇ ਸਿੱਖਾਂ ਦੇ ਮਜ਼ਹਬੀ ਜਜ਼ਬਾਤਾਂ ਤੇ ਧਾਰਮਿਕ ਜਜ਼ਬਾਤਾਂ ਤੇ ਵੱਡੀ ਸੱਟ ਮਾਰਦਿਆਂ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੇ ਮੌਕੇ ਜਾਣ ਵਾਲਾ ਜਥਾ ਜਿਹੜਾ 3000 ਸਿੱਖਾਂ ਦਾ ਪੰਜਾਬ ਔਰ ਦੂਸਰੀਆਂ ਸਟੇਟਾਂ ਵੱਲੋਂ ਅੱਡ-ਅੱਡ ਕਮੇਟੀਆਂ ਵੱਲੋਂ ਉਹਨਾਂ ਦੇ ਵੀਜ਼ੇ ਆਰਗੇਨਾਈਜ਼ ਕੀਤੇ ਜਾਂਦੇ ਨੇ, ਉਸ ਦੇ ਉੱਤੇ ਵੀ ਪਾਬੰਦੀ ਲਾਈ, ਜਿਸ ਦਾ ਸਿੱਖਾਂ ਨੂੰ ਬਹੁਤ ਗੁੱਸਾ ਹੈ ਔਰ ਇਹਨਾਂ ਦੇ ਨਾਲ ਅਸੀਂ ਹਿਸਾਬ ਤਾਂ ਬਰਾਬਰ ਕਰਾਂਗੇ ਹੀ ਕਰਾਂਗੇ। ਸੋ ਇਹ ਵੀ ਅਸੀਂ ਜਿਹੜਾ ਉਹਨਾਂ ਸਾਰੇ ਵੀਰਾਂ ਭੈਣਾਂ ਦੇ ਸ਼ੁਕਰਗੁਜ਼ਾਰ ਹੈ ਜਿਨ੍ਹਾਂ ਨੇ ਜਿਹੜਾ ਇਸ ਜਿਹੜੀ ਸਾਡਾ ਐਫਰਟ ਹੈ ਇਸ ਦੀ ਸਰਾਹਨਾ ਕੀਤੀ। ਅਸੀਂ ਪਿਛਲੇ ਪ੍ਰੋਗਰਾਮ ਦੇ ਵਿੱਚ ਦੱਸਿਆ ਸੀ ਕਿ ਆਪਣੇ ਵਿਊਅਰਸ ਦੇ ਵਿਊਜ਼ ਸ਼ਾਮਲ ਕਰਨ ਦੇ ਲਈ ਜਾਂ ਉਹਨਾਂ ਦੇ ਓਪੀਨੀਅਨ ਨੂੰ ਲੈਣ ਦੇ ਲਈ ਅਸੀਂ WhatsApp ਦੇ ਉੱਤੇ, ਜਿਹੜਾ WhatsApp ਨੰਬਰ ਤੁਸੀਂ ਵੀ ਅਨਾਉਂਸ ਕਰ ਦਿਓ 5166191984, ਇੱਕ ਵਾਰੀ ਫੇਰ 516-619-1984, ਇਸ ਦੇ ਉੱਤੇ ਤੁਸੀਂ ਆਪਣਾ ਮੈਸੇਜ ਛੱਡ ਸਕਦੇ ਹੋ। ਉਹਦੀ ਵੀਡੀਓ ਕਲਿੱਪ ਵੀ ਬਰੀਫ 1.5 ਮਿੰਟ ਦਾ ਮੈਸੇਜ ਹੋਏ ਔਰ ਉਹਨੂੰ ਅਸੀਂ ਐਪਰੋਪਰੀਏਟ ਡੇ ਦੇ ਮੌਕੇ ਜਦੋਂ ਅਸੀਂ ਦੇਖਾਂਗੇ ਕਿ ਵੀ ਪ੍ਰੋਪਰ ਇੱਕ ਫਾਰਮੈਟ ਦੇ ਵਿੱਚ ਸਾਡੇ ਕੋਲ ਪ੍ਰੋਪਰ ਮੈਸੇजेस ਨੇ, ਲੰਬੇ ਕਮੈਂਟ ਨਹੀਂ, ਉਹ ਤੁਸੀਂ ਆਪਣੇ ਜਿਹੜਾ ਉਹਦੇ ਥੱਲੇ ਲਿਖ ਸਕਦੇ ਹੋ, YouTube ਦੇ ਥੱਲੇ ਜਦੋਂ ਤੁਸੀਂ ਮੈਸੇਜ ਲਿਖਦੇ ਹੋ। ਲੇਕਿਨ ਜਿਹੜਾ ਤੁਹਾਡਾ ਸਵਾਲ ਹੋਏ ਉਹ 1.5 ਮਿੰਟ ਦਾ ਬਰੀਫ ਦੇ ਵਿੱਚ ਉਹ ਤੁਸੀਂ ਵੀਡੀਓ ਰਾਹੀਂ ਵੀ, ਜੇ ਵੀਡੀਓ ਨਹੀਂ ਤੁਸੀਂ ਆਡੀਓ ਰਿਕਾਰਡਿੰਗ ਵੀ WhatsApp ਦੇ ਇਸ ਨੰਬਰ ਤੇ 5166191984 ਦੇ ਉੱਤੇ ਕਰ ਸਕਦੇ ਹੋ। ਹੁਣ ਗੱਲ ਪ੍ਰਕਾਸ਼ ਪੁਰਬ ਦੀ, ਵੈਸੇ ਉਸ ਦੇ ਬਹੁਤੇ ਵੇਰਵੇ 'ਚ ਜਾਣ ਦੀ ਤਾਂ ਲੋੜ ਨਹੀਂ ਹੈ। ਉਹਦਾ ਕਾਰਨ ਕੱਲ ਬੇਸ਼ੱਕ ਮੈਂ ਵਕਤ ਸਿਰ ਆ ਗਿਆ ਸੀ, ਪ੍ਰੋਗਰਾਮ ਕਰ ਵੀ ਸਕਦਾ ਸੀ, ਲੇਕਿਨ ਮੈਨੂੰ ਸੀ ਵੀ ਗ੍ਰੀਨਵੁੱਡ ਜਿਨ੍ਹਾਂ ਨੇ ਇੰਨੇ ਚਾਅ ਦੇ ਨਾਲ ਸਾਨੂੰ ਸੱਦਿਆ ਵੀ ਔਰ ਇੱਕ ਜ਼ਬਰਦਸਤ ਪ੍ਰੋਗਰਾਮ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਆਦ ਬੀੜ, ਜਿਹੜੀ ਪਹਿਲੀ ਬੀੜ ਰਾਮਸਰ ਦੇ ਮੁਕਾਮ ਦੇ ਸਰੋਵਰ ਦੇ ਕੰਢੇ ਵੱਡੇ ਖੈਮੇ ਲਵਾ ਕੇ, ਕਿਉਂਕਿ ਗੁਰਦੁਆਰਾ ਸਾਹਿਬ ਤਾਂ ਬਾਅਦ 'ਚ ਐਸਟੈਬਲਿਸ਼ ਹੋਇਆ, ਉਹ ਗੁਰੂ ਅਰਜਨ ਸਾਹਿਬ ਨੇ ਲਿਖਵਾਈ, ਭਾਈ ਗੁਰਦਾਸ ਜੀ ਨੇ ਲਿਖੀ। ਔਰ ਫਿਰ ਜੇ ਅਸੀਂ ਨਗਰ ਕੀਰਤਨ ਲਫ਼ਜ਼ ਦੀ ਗੱਲ ਕਰੀਏ ਤੇ ਫਿਰ ਜਿਹੜਾ ਪਹਿਲਾ ਨਗਰ ਕੀਰਤਨ ਸਾਡੇ ਇਤਿਹਾਸ ਦਾ, ਉਹ ਮੈਂ ਉਸ ਨੂੰ ਹੀ ਮੰਨਦਾ ਹਾਂ ਜਦੋਂ ਕਿ ਇਧਰ ਉਸ ਤੋਂ ਪਹਿਲਾਂ ਹਰਮੰਦਰ ਸਾਹਿਬ ਦੀ ਇਮਾਰਤ ਮੁਕੰਮਲ ਹੋ ਚੁੱਕੀ ਸੀ ਔਰ ਹਰਮੰਦਰ ਸਾਹਿਬ ਦੇ ਅੰਦਰ ਜਿਹੜਾ ਹੈ ਉਸ ਦਾ ਪਹਿਲਾ ਪ੍ਰਕਾਸ਼, ਔਰ ਉਹ ਜ਼ਾਹਰ ਹੈ ਰਾਮਸਰ ਤੋਂ ਹਰਮੰਦਰ ਸਾਹਿਬ ਦਾ ਜਿਹੜਾ ਡਿਸਟੈਂਸ ਹੈ ਉਹ 1 ਮੀਲ ਦੇ ਨੇੜੇ ਤੇੜੇ ਹੋਏਗਾ। ਔਰ ਗੁਰੂ ਅਰਜਨ ਸਾਹਿਬ ਨੇ ਉਸ ਨੂੰ ਸਪੈਸ਼ਲ, ਕਿਉਂਕਿ ਪੋਥੀ ਪਰਮੇਸ਼ਰ ਕਾ ਥਾਨ, ਉਦੋਂ ਸਰੀਰਕ ਰੂਪ ਦੇ ਵਿੱਚ ਗੁਰੂ ਸਾਹਿਬ ਮੌਜੂਦ ਨੇ, ਲੇਕਿਨ ਬਾਣੀ ਦਾ ਜੋ ਪ੍ਰਭਾਵ ਜਾਂ ਬਾਣੀ ਦਾ ਰੁਤਬਾ ਉਹ ਜਦੋਂ ਅਸੀਂ ਗੁਰਬਾਣੀ ਦੇ ਸ਼ਬਦਾਂ ਰਾਹੀਂ ਦੇਖਦੇ ਹਾਂ ਤੇ ਇਹ ਸ਼ਬਦ ਜਿਹੜਾ ਮੈਂ ਅਕਸਰ ਦੁਹਰਾਉਂਦਾ, ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ, ਆਨੰਦ ਪਿਆ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ, ਆਨੰਦ ਕਰੇ ਨਰ ਨਾਰੀ ਹਰ ਪ੍ਰਭ ਕਿਰਪਾ ਧਾਰੀ, ਸੰਤੋ ਸੁਖ ਹੋਆ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਿਹਾ ਸਭਨੀ ਜਾਈ, ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਦਇਆਲ ਪੁਰਖ ਮਿਹਰਵਾਨਾ ਹਰ ਨਾਨਕ ਸਾਚ ਵਖਾਨਾ। ਬੇਸ਼ੱਕ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਨੂੰ 1708 ਈਸਵੀ ਦੇ ਵਿੱਚ 10ਵੇਂ ਪਾਤਸ਼ਾਹ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਦਿੰਦੇ ਨੇ, ਲੇਕਿਨ ਇਹ ਫਰਮਾਨ ਪਹਿਲੇ ਦਿਨ ਤੋਂ ਹੀ ਜਦੋਂ ਅਸੀਂ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ,
ਕਿ ਇਹ ਜਿਹੜਾ ਸ਼ਬਦ ਗੁਰੂ ਦਾ ਰੂਪ ਹੈ ਔਰ ਸ਼ਬਦ ਗੁਰੂ ਦੇ ਰੂਪ ਜਿਹੜਾ ਸਤਿਕਾਰ ਬਾਣੀ ਦਾ, ਕਿਉਂਕਿ ਗੁਰੂ ਅਰਜਨ ਸਾਹਿਬ ਨੇ ਜਦੋਂ ਪਹਿਲਾ ਪ੍ਰਕਾਸ਼ ਹਰਿਮੰਦਰ ਸਾਹਿਬ ਕਰਨ ਦਾ ਫਰਮਾਨ ਕੀਤਾ ਤੇ ਫਿਰ ਉਹ ਬੀੜ ਬਾਬਾ ਬੁੱਢਾ ਜੀ ਦੇ ਸੀਸ ਤੇ ਟਿਕਦੀ ਹੈ ਔਰ ਗੁਰੂ ਅਰਜਨ ਸਾਹਿਬ ਨੰਗੇ ਪੈਰ ਚੌਰ ਕਰ ਰਹੇ ਨੇ ਉਸ ਬਾਣੀ ਦੇ ਉੱਤੇ। ਹਾਲਾਂ ਉਸੇ 'ਚ ਆਲਮੋਸਟ ਅੱਧੀ ਬਾਣੀ ਗੁਰੂ ਅਰਜਨ ਸਾਹਿਬ ਦੀ ਆਪਣੀ ਹੈ, ਲੇਕਿਨ ਹਾਂ ਆਪੋ ਬੋਲ ਨਾ ਜਾਣਦਾ ਮੈਂ ਕਿਹਾ ਸਭ ਹੁਕਮਾਓ ਜੀਓ, ਕਿ ਇਹ ਬਾਣੀ ਜਿਵੇਂ ਜਦੋਂ ਕੁਰਾਨ ਮਜੀਦ ਜਾਂ ਕੁਰਾਨ ਸ਼ਰੀਫ ਦਾ ਜ਼ਿਕਰ ਹੁੰਦਾ ਹੈ ਤਾਂ ਉਸ ਨੂੰ ਅੱਲਾ ਦਾ ਕਲਾਮ ਕਿਹਾ ਜਾਂਦਾ ਔਰ ਉਹਦੇ 'ਚ ਵੀ ਇਹੀ ਹੈ ਕਿ ਵੀ ਉਹ ਨਾਜ਼ਲ ਹੁੰਦਾ। ਇਸੇ ਤਰ੍ਹਾਂ ਇਹ ਕੋਈ ਕਵਿਤਾ ਨਹੀਂ ਹੈ, ਪੋਇਟਰੀ ਨਹੀਂ ਹੈ, ਗੀਤ ਨਹੀਂ ਨੇ, ਇਹ ਤੁਰਕੀ ਬਾਣੀ ਹੈ, ਇਲਹਾਮ ਹੈ ਜਿਹੜਾ ਅਕਾਲ ਤੁਰ ਤੋਂ ਆਇਆ ਉਸ ਰੱਬ ਦੀ ਦਰਗਾਹ 'ਚੋਂ ਔਰ ਉਸ ਨੂੰ ਉਹੀ ਰੁਤਬਾ ਗੁਰੂ ਅਰਜਨ ਸਾਹਿਬ ਨੇ ਦਿੱਤਾ ਹੈ ਔਰ ਉਹ ਪਹਿਲਾ ਨਗਰ ਕੀਰਤਨ ਹੈ ਜਿਸ ਦੇ ਵਿੱਚ ਬੀੜ ਬਾਬਾ ਬੁੱਢਾ ਜੀ ਦੇ ਸੀਸ ਤੇ ਟਿਕੀ ਹੈ, ਗੁਰੂ ਅਰਜਨ ਸਾਹਿਬ ਚੌਰ ਕਰ ਰਹੇ ਨੇ ਔਰ ਨਾਲ ਸੰਗਤ ਜਿਹੜੀ ਹੈ ਉਹ ਬਾਣੀ ਪੜ੍ਹਦੇ ਆ, ਨਾਲ ਜਿਹੜੀ ਹੈ ਉਹ ਤੁਰ ਰਹੀ ਹੈ। ਹਰਿਮੰਦਰ ਸਾਹਿਬ 'ਚ ਆ ਕੇ ਉਸ ਨੂੰ ਜਿਹੜਾ ਉਸ ਨੂੰ ਪ੍ਰਕਾਸ਼ਮਾਨ ਕੀਤਾ ਜਾਂਦਾ ਹੈ। ਸਾਡੇ ਪਾਕਿਸਤਾਨੀ ਵੀਰਾਂ ਭੈਣਾਂ ਨੂੰ ਮੈਂ ਦੱਸ ਦਿਆਂ, ਪ੍ਰਕਾਸ਼ ਚਾਨਣ ਨੂੰ ਕਹਿੰਦੇ ਨੇ, ਨੂਰ ਨੂੰ ਕਹਿੰਦੇ ਨੇ। ਸੋ ਜਦੋਂ ਅਸੀਂ, ਕਿਉਂਕਿ ਰੱਬ ਨੂਰ ਦਾ ਰੂਪ ਹੈ, ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਇਹ ਨੂਰ, ਇਹਨੂੰ ਪ੍ਰਕਾਸ਼, ਰੋਸ਼ਨੀ, ਚਾਨਣ, ਲਾਈਟ, ਇਹਨਾਂ ਲਫ਼ਜ਼ਾਂ ਦੇ ਨਾਲ ਅਸੀਂ ਸੰਬੋਧਨ ਕਰਦੇ ਹਾਂ। ਇਸ ਲਈ ਜਦੋਂ ਇਹ ਆਦ ਬੀੜ, ਆਦ ਇਸ ਲਈ ਹੈ ਕਿਉਂਕਿ ਇਹ ਫਸਟ ਪਾਰਟ ਹੈ, ਫਸਟ ਬੀੜ ਹੈ। ਉਸ ਤੋਂ ਬਾਅਦ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਔਰ ਇਸ ਬੀੜ ਦੇ ਵਿੱਚ 30 ਰਾਗਾਂ ਦੇ ਵਿੱਚ ਬਾਣੀ ਰਚੀ ਹੋਈ ਹੈ, ਜਿੱਥੇ 6 ਗੁਰੂ ਸਾਹਿਬਾਨ ਦੀ ਬਾਣੀ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਪਹਿਲਾਂ ਹੋਈ, ਬਾਅਦ ਦੇ ਵਿੱਚ ਸ਼ਾਮਲ ਹੋਈ। ਪਹਿਲੇ 5 ਗੁਰੂ ਸਾਹਿਬਾਨ ਦੀ ਬਾਣੀ ਸੀ, ਫਿਰ ਭਗਤਾਂ ਦੀ, ਭੱਟਾਂ ਦੀ, ਬਾਬਾ ਫਰੀਦ ਗੰਜ ਸ਼ੱਕਰ, ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਇਹਨਾਂ ਸਾਰਿਆਂ ਨੂੰ ਵੀ ਆਪਣੇ ਬਰਾਬਰ ਗੁਰੂ ਸਾਹਿਬ ਨੇ ਥਾਂ ਦਿੱਤੀ ਔਰ 30 ਰਾਗਾਂ ਦੇ ਵਿੱਚ ਇਹ ਬਾਣੀ ਰਚੀ ਗਈ, ਜਿਹੜੀ ਦਮਦਮੀ ਬੀੜ ਜਿਸ ਨੂੰ ਕਿਹਾ ਜਾਂਦਾ ਹੈ, 10ਵੇਂ ਪਾਤਸ਼ਾਹ ਨੇ ਲਿਖਵਾਈ। ਭਾਈ ਮਨੀ ਸਿੰਘ ਲੇਖਕ ਨੇ ਪਹਿਲੀ ਬੀੜ ਵੇਲੇ ਭਾਈ ਗੁਰਦਾਸ ਨੇ ਉਹਦੇ 'ਚ ਇੱਕ ਰਾਗ ਜਿਹੜਾ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਉਸ ਆਦ ਬੀੜ 'ਚ 10ਵੇਂ ਪਾਤਸ਼ਾਹ ਨੇ ਸ਼ਾਮਲ ਕੀਤੀ ਔਰ ਇੱਕ ਰਾਗ ਜਿਹਦੇ 'ਚ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਨੇ ਹੀ ਬਾਣੀ ਰਚੀ, ਰਾਗ ਜੈਜਾਵੰਤੀ। ਔਰ ਇਸ ਤਰ੍ਹਾਂ ਇਹ ਬੀੜ ਮੁਕੰਮਲ ਹੋਈ ਦਮਦਮਾ ਸਾਹਿਬ ਦੇ ਮੁਕਾਮ ਤੇ ਔਰ ਇਸ ਦਮਦਮੀ ਬੀੜ ਨੂੰ ਹੀ ਜਿਹੜਾ ਹੈ ਉਹ 1708 ਦੇ ਵਿੱਚ ਗੁਰਗੱਦੀ ਬਖਸ਼ੀ ਗਈ। ਜਿਹੜੀ ਆਦ ਬੀੜ ਗੁਰੂ ਅਰਜਨ ਸਾਹਿਬ ਨੇ ਲਿਖਵਾਈ, ਭਾਈ ਗੁਰਦਾਸ ਜੀ ਨੇ ਲਿਖੀ, ਉਹ ਅੱਜ ਵੀ ਇਹਨੂੰ ਕਰਤਾਰਪੁਰੀ ਬੀੜ ਕਿਹਾ ਜਾਂਦਾ ਹੈ। ਤੇ ਧੀਰ ਮਲੀਆਂ ਦੇ ਕੋਲ ਇਹ ਕਰਤਾਰਪੁਰ ਜਿਹੜਾ ਜਲੰਧਰ ਤੋਂ 13-14 ਕਿਲੋਮੀਟਰ ਟੁਵਰਡਸ ਅੰਮ੍ਰਿਤਸਰ ਹੈ, ਉਹਨਾਂ ਦੇ ਕੋਲ ਉਹ ਬੀੜ ਹੈ। ਸੋ ਜ਼ਾਹਰ ਹੈ ਵੀ ਇਹ ਗ੍ਰੀਨਵੁੱਡ ਦੀ ਗੁਰਦੁਆਰਾ ਕਮੇਟੀ ਨੇ ਬੜਾ ਸੁਚੱਜਾ ਫੈਸਲਾ ਲਿਆ। ਜਿਵੇਂ ਜਦੋਂ ਯੂਬਾ ਸਿਟੀ ਪਹਿਲਾ ਜਿਹੜਾ ਫਸਟ ਵੀਕ ਆਫ ਨਵੰਬਰ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਦਾ ਨਗਰ ਕੀਰਤਨ ਹੁੰਦਾ ਹੈ, ਤੇ ਮੈਂ ਹਮੇਸ਼ਾ ਆਪਣੇ ਐਡਰੈਸ 'ਚ ਕਹਿੰਦਾ ਕਿ ਇਹ ਬੜਾ ਸਿਆਣਾ ਫੈਸਲਾ ਸੀ। 78 ਦੇ ਉਹ ਨਰਕਧਾਰੀਆਂ ਨੇ ਜੋ ਕਾਂਡ ਕੀਤਾ ਅੰਮ੍ਰਿਤਸਰ ਦੇ ਵਿੱਚ, ਭਾਈ ਫੌਜਾ ਸਿੰਘ 12 ਹੋਰ ਸਿੰਘਾਂ ਨੂੰ ਸ਼ਹੀਦ ਕਰਕੇ, ਉਸ ਤੋਂ ਬਾਅਦ ਇਹ ਗੱਲ ਜ਼ਰੂਰੀ ਸੀ ਕਿ ਇਹ ਹੋਇਆ ਕਿ ਭਾਈ ਦੇਹਧਾਰੀ ਗੁਰੂ ਡੰਮ ਜਿਨ੍ਹਾਂ ਦਾ ਅੱਜ ਵੀ ਜਿਹੜਾ ਸਰਕਾਰ ਨੇ ਪ੍ਰੋਕਸੀ ਵਾਰ, ਉਹ ਨਰਕਧਾਰੀ ਹੋਣ, ਰਾਧਾ ਸੁਆਮੀ ਹੋਣ, ਸੌਦਾ ਸਾਧ ਹੋਏ, ਆਸ਼ੂਤੋਸ਼ੀਏ ਹੋਣ, ਦੂਜੇ ਕਿੰਨਿਆਂ ਨੂੰ ਪ੍ਰਮੋਟ ਕੀਤਾ। ਸੋ ਇਹ ਸਿੱਖਾਂ ਨੂੰ ਹੀ ਪਤਾ ਹੋਣਾ ਚਾਹੀਦਾ ਪਹਿਲਾਂ ਔਰ ਇਹੀ ਕਾਰਨ ਹੈ ਕਿ ਯੂਬਾ ਸਿਟੀ ਵਾਲਿਆਂ ਨੇ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਨੂੰ ਸਮਰਪਿਤ ਰੱਖਿਆ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਔਰ ਇੱਧਰ ਵੀ ਜਿਹੜਾ ਗ੍ਰੀਨਵੁੱਡ ਦੇ ਵਿੱਚ ਨਗਰ ਕੀਰਤਨ ਹੈ, ਇਸ ਯਾਦ ਨੂੰ ਹੀ ਸਮਰਪਿਤ ਹੈ ਕਿ ਜਿਹੜਾ ਆਦ ਬੀੜ ਦਾ ਪ੍ਰਕਾਸ਼ ਹੋਇਆ, ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜਨਾ, ਲੱਗਣਾ। ਸੋ ਪਹਿਲਾਂ ਵੀ ਜਿਹੜਾ ਗ੍ਰੀਨਵੁੱਡ ਦੇ ਵਿੱਚ ਮਾਰਚ ਡਾਊਨਟਾਊਨ, ਜਿਹਦੇ ਵਿੱਚ ਕਿਸੇ ਸਟੇਜ ਤੇ ਮਾਈਕ ਪੈਂਸ ਜਿਹੜੇ ਗਵਰਨਰ ਨੇ ਰਹੇ ਇੰਡੀਆਨਾ ਦੇ, ਬਾਅਦ ਵਾਈਸ ਪ੍ਰੈਜ਼ੀਡੈਂਟ ਬਣੇ ਟਰੰਪ ਦੀ ਪਹਿਲੀ ਟਰਮ ਵੇਲੇ, ਉਹ ਵੀ ਖੁਦ ਮਾਰਚ ਕਰਦੇ ਰਹੇ। ਫਿਰ ਉਹਨਾਂ ਦੇ ਬ੍ਰਦਰ ਗ੍ਰੈਗ ਪੈਂਸ ਜਿਹੜੇ ਕਾਂਗਰਸਮੈਨ ਬਣੇ, ਉਹ ਵੀ ਮਾਰਚ ਕਰਦੇ ਰਹੇ। ਪਰ ਹੁਣ ਉਹਨਾਂ ਨੇ ਇਸ ਨਗਰ ਕੀਰਤਨ ਨੂੰ ਐਕਸਕਲੂਸਿਵਲੀ ਜਿਹੜਾ ਉਹ
ਗੁਰੂ ਗ੍ਰੰਥ ਸਾਹਿਬ ਦੀ ਯਾਦ ਬੀੜ ਦੇ ਪ੍ਰਕਾਸ਼ ਦਿਵਸ ਨਾਲ ਜੋੜ ਕੇ ਸਤੰਬਰ 'ਚ ਕੀਤਾ। ਐਤਕੀ ਸੈਕੰਡ ਇਵੈਂਟ ਸੀ ਅੱਛਾ। ਔਰ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਦੀ ਸ਼ਮੂਲੀਅਤ ਸੀ। ਔਰ ਮੈਂ ਜਿਨ੍ਹਾਂ ਪਰਿਵਾਰਾਂ ਨੂੰ ਜਾਂ ਜਿਨ੍ਹਾਂ ਦੀਆਂ ਸੇਵਾਵਾਂ ਨੂੰ, ਕਿਉਂਕਿ ਆਲਰੇਡੀ ਕੱਲ੍ਹ ਦੇ ਪ੍ਰੋਗਰਾਮ 'ਚ ਅਸੀਂ ਫੁੱਲ ਸੱਚੋ ਸੱਚ ਦੇ ਸੈਗਮੈਂਟ 'ਚ ਇਸ ਨੂੰ ਜਿਹੜਾ ਪ੍ਰੋਗਰਾਮ ਦੇ ਸਲੋਟ 'ਚ ਦਿਖਾਇਆ ਔਰ ਅਸੀਂ ਫਰਾਈਡੇ ਹੀ ਪਹੁੰਚ ਗਏ ਸੀ। ਉਹਨਾਂ ਦੇ ਵੀਰ ਸਰ ਬਲਬੀਰ ਸਿੰਘ ਖੱਕ ਜਿਹੜੇ ਮੁੱਖ ਜਿਹੜੇ ਨੇ ਕਰਤਿਆਂ ਧਰਤਿਆਂ 'ਚੋਂ ਨੇ, ਬੜੀ ਸਟਰਗਲ ਦੇ ਨਾਲ ਜਸਦੀਪ ਸਿੰਘ, ਬਲਵਿੰਦਰ ਸਿੰਘ ਖੱਕ ਔਰ ਬਾਕੀ ਸਾਰਿਆਂ ਨੇ ਇਸ ਗੁਰਦੁਆਰੇ ਨੂੰ ਕਿਵੇਂ ਜਿਹੜੇ ਇੱਕ ਮਹੰਤਨੁਮਾ ਲੋਕ ਕਾਬਜ਼ ਹੋਣਾ ਚਾਹੁੰਦੇ ਸੀ ਉਹਨਾਂ ਤੋਂ ਲਿਬਰੇਟ ਵੀ ਕਰਵਾਇਆ। ਔਰ ਇਸ ਦਾ ਜਿਹੜਾ ਮੁੱਖ ਪੱਖ ਹੈ ਉਹ ਖਾਲਸਾਈ ਖਾਲਿਸਤਾਨ ਦੀ ਕਾਇਮੀ ਨਾਲ ਜੁੜਿਆ ਹੋਇਆ। ਵੈਸੇ ਵੀ ਗੁਰਦੁਆਰਾ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਂ 'ਤੇ ਹੈ। ਮੀਰੀ ਪੀਰੀ ਦਾ ਕਾਨਸੈਪਟ ਗੁਰੂ ਹਰਗੋਬਿੰਦ ਸਾਹਿਬ ਨੇ ਜਿਹੜਾ ਇੰਸਟੀਟਿਊਸ਼ਨਲਾਈਜ਼ ਕੀਤਾ ਔਰ ਇੱਥੇ ਬਹੁਤ ਜ਼ਿਆਦਾ ਸਟ੍ਰੈਸ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਦੀ, ਸ਼ਸਤਰ ਵਿਦਿਆ ਦੀ ਹੁੰਦੀ ਹੈ, ਜਿਹੜਾ ਇੱਕ ਬੜਾ ਪੋਜ਼ਿਟਿਵ ਪਾਰਟ ਹੈ। ਅਸੀਂ ਜਾਣਦੇ ਹਾਂ ਆਪਣੇ ਵੀਰ ਨਵਤੇਜ ਸਿੰਘ ਥਿੰਦ, ਜਿਨ੍ਹਾਂ ਨੂੰ ਨਵੀਂ ਪਿਆਰ ਨਾਲ ਅਸੀਂ ਕਹਿੰਦੇ ਹਾਂ, ਉਹਨਾਂ ਦੇ ਘਰ ਰੁਕੇ, ਉਹਨਾਂ ਦੇ ਸਿੰਘਣੀ ਸਾਹਿਬਾਂ, ਉਹਨਾਂ ਦੇ ਬੱਚੇ ਜਿਹੜੇ ਬੜੇ ਪ੍ਰੋਮਿਸਿੰਗ ਨੇ ਔਰ ਉਹਨਾਂ ਨੇ ਜਿਹੜਾ ਉਹ ਜਿੱਥੇ TV 84 ਦੀ ਉਹ ਸ਼ਲਾਘਾ ਕਰਦੇ ਨੇ, ਉਸ ਦੀ ਉਹ ਮਦਦ ਕਰਦੇ ਨੇ ਆਲਵੇਜ਼, ਉੱਥੇ ਉਹ ਇੱਕ ਸੇਵਾ ਦੇ ਪੱਖੋਂ ਵੀ ਹਮੇਸ਼ਾ ਜਿਹੜਾ ਉਹਨਾਂ ਦਾ ਇੱਕ ਵੱਡਾ ਯੋਗਦਾਨ ਹੈ। ਔਰ ਸਾਡਾ ਮੁਕਾਮ ਵੀਰ ਬਲਵਿੰਦਰ ਸਿੰਘ ਖੱਕ ਹੋਰਾਂ ਦੇ ਗ੍ਰਹਿ ਵਿਖੇ ਸੀ। ਉਹਨਾਂ ਨੇ ਵੀ ਜਿਵੇਂ ਸੇਵਾ ਦਾ ਜਿਹੜਾ ਖਜ਼ਾਨਾ ਲੁੱਟਿਆ, ਜਿਵੇਂ ਉਹਨਾਂ ਦੇ ਘਰੋਂ ਭੈਣ ਜੀ, ਉਹਨਾਂ ਦੇ ਬੱਚੇ, ਉਹਨਾਂ ਦੇ ਪਰਿਵਾਰ, ਸੋ ਅਸੀਂ ਉਹਨਾਂ ਦਾ ਵੀ ਜਿਹੜਾ ਉਹ ਸ਼ੁਕਰੀਆ ਅਦਾ ਕਰਦੇ ਹਾਂ। ਔਰ ਇਸ ਤੋਂ ਇਲਾਵਾ ਮੈਂ ਇਹ ਦੇਖਦਾ ਕਿ ਸਾਡੇ ਵੀਰ ਸਰ ਗੁਰਨਾਮ ਸਿੰਘ ਜਿਹੜੇ ਲਗਾਤਾਰਤਾ ਦੇ ਨਾਲ ਪ੍ਰੋਗਰਾਮ ਨੂੰ ਵੀ ਵਿਊ ਕਰਦੇ ਨੇ, ਕਾਮੈਂਟ ਵੀ ਕਰਦੇ ਨੇ, ਫਾਰਵਰਡ ਵੀ ਕਰਦੇ ਨੇ, ਉਹ ਸਾਡੇ ਨਾਲ ਪਰਛਾਵੇਂ ਵਾਂਗ ਰਹੇ ਇਹ ਸਾਰੇ ਦਿਨਾਂ 'ਚ। ਉਹਨਾਂ ਦੀ ਆਪਣੀ ਸੇਵਾ ਹੈ ਔਰ ਪੂਰੇ ਹਰ ਪੱਖੋਂ ਉਹ ਪੂਰੇ ਸੁਚੇਤ ਨੇ ਔਰ ਹਰ ਜਿਹੜਾ ਦੁਸ਼ਮਣ ਦੇ ਵਾਰ ਨੂੰ ਸਮਝਦੇ ਨੇ। ਸਾਡੇ ਨਾਲ ਵੀ ਉਹ ਜਦੋਂ ਗੁਫ਼ਤਗੂ ਕਰਦੇ ਨੇ ਤਾਂ ਉਹਨਾਂ ਤੋਂ ਸਾਨੂੰ ਵੀ ਕੁਛ ਨਾ ਕੁਛ ਸਿੱਖਣ ਨੂੰ ਮਿਲਦਾ। ਵੀਰ ਜਾਫੀ ਸਿੰਘ ਜਿਹੜੇ ਖੁਦ ਜਿਨ੍ਹਾਂ ਨੇ ਸਿੱਖਸ ਫਾਰ ਜਸਟਿਸ ਦੇ ਮੁੱਢਲੇ ਦਿਨਾਂ ਦੇ ਵਿੱਚ ਉਹਨਾਂ ਨੇ ਸੋਸ਼ਲ ਮੀਡੀਆ ਦਾ ਖੈਮਾ ਸੰਭਾਲਿਆ ਸੀ, ਪੂਰੇ ਨਿਧੜਕ ਨੇ, ਜਿੱਥੇ ਉਹਨਾਂ ਦੇ ਖਿਲਾਫ ਪੰਜਾਬ 'ਚ ਝੂਠੇ ਕੇਸ ਬਣਾਏ ਹੋਏ ਨੇ। ਇੱਥੇ ਵੀ ਜਿਨ੍ਹਾਂ ਨੂੰ ਡਿਊਟੀ ਟੂ ਵਾਰ ਨੋਟਿਸ ਜਿਹੜਾ ਭਾਈ ਹਰਦੀਪ ਸਿੰਘ ਨੱਜਰ ਦੀ ਸ਼ਹਾਦਤ ਤੋਂ ਬਾਅਦ ਮਿਲਿਆ, ਉਹਨਾਂ 'ਚ ਉਹ ਵੀ ਸ਼ਾਮਲ ਨੇ ਔਰ ਉਹਨਾਂ ਨੇ ਬੜੀ ਮਿਹਨਤ ਨਾਲ ਉੱਥੇ ਆਪਣਾ ਕਾਮਯਾਬ ਬਿਜ਼ਨਸ ਐਸਟੈਬਲਿਸ਼ ਕੀਤਾ ਹੈ। ਉਹਨਾਂ ਦਾ ਰੈਸਟੋਰੈਂਟ ਔਰ ਉਹਦੇ ਨਾਲ ਜੁੜੇ ਹੋਏ ਦੂਸਰੇ ਪਾਰਟ, ਔਰ ਕਿਉਂਕਿ ਖੁਦ ਸਪੋਰਟਸਮੈਨ, ਰੈਸਲਿੰਗ, ਦੂਜੇ ਤੀਜੇ, ਸੋ ਉਹਨਾਂ ਦੇ ਨਾਲ ਇੱਕ ਪੂਰਾ ਗਰੁੱਪ ਅਗਲੇ ਦਿਨ ਸਾਨੂੰ ਪ੍ਰਾਈਵੇਟਲੀ ਰੈਸਲਰਸ ਦਾ ਵੀ ਮਿਲਿਆ ਜਿਹੜੇ ਉੱਥੇ ਅਖਾੜਾ ਸ਼ੁਰੂ ਕਰਨਾ ਚਾਹੁੰਦੇ ਨੇ। ਔਰ ਮੈਂ ਸੁਜੈਸਟ ਵੀ ਕੀਤਾ ਕਿ ਭਾਈ ਗੁਰੂ ਅੰਗਦ ਸਾਹਿਬ ਨੇ ਸਭ ਤੋਂ ਪਹਿਲਾਂ ਮੱਲ ਅਖਾੜੇ ਦਾ ਕਾਨਸੈਪਟ ਦਿੱਤਾ। ਦਰਸ਼ਕ ਨਾਲ ਦੀ ਨਾਲ ਪਿਕਚਰਸ ਵੀ ਦੇਖ ਸਕਦੇ ਨੇ। ਔਰ ਸੈਚਰਡੇ ਦਾ ਇਹ ਪ੍ਰੋਗਰਾਮ ਬਾਰੇ ਜਿਵੇਂ ਮੈਂ ਕਿਹਾ ਕਿ ਬਹੁਤ ਭਰਪੂਰ ਹਾਜ਼ਰੀ ਸੀ ਨਗਰ ਕੀਰਤਨ ਦੇ ਵਿੱਚ। ਔਰ ਨਗਰ ਕੀਰਤਨ ਸ਼ੁਰੂ ਹੋਣ ਤੋਂ ਪਹਿਲਾਂ ਬਾਹਰ ਇੱਕ ਸਟੇਜ ਲਾਈ ਜਾਂਦੀ ਹੈ ਜਿਸ ਦੇ ਵਿੱਚ ਪੋਲੀਟੀਕਲੀ ਉਹਦੇ 'ਚ ਰਿਪਰੈਜ਼ੈਂਟੇਸ਼ਨ ਸੀ ਸੈਕਟਰੀ ਆਫ ਸਟੇਟ ਵੱਲੋਂ, ਅਰੀਜ਼ੋਨਾ ਸਟੇਟ ਦੇ ਕਾਂਗਰਸਮੈਨ ਵੱਲੋਂ, ਅਸੈਂਬਲੀਮੈਨ ਔਰ ਦੂਸਰੇ ਜਿਹੜਾ ਪ੍ਰੋਗਰਾਮ ਦੇ ਵਿੱਚ ਕੱਲ੍ਹ ਵੀ ਟੈਲੀਕਾਸਟ ਹੋਇਆ। ਹਾਲਾਂਕਿ ਇਸ ਦੇ ਉੱਤੇ ਵਿਚਾਰ ਹੋਇਆ ਵੀ ਇਹ ਪ੍ਰੋਗਰਾਮ ਜੇ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਦੇ ਅੰਦਰ ਹੋਏ, ਕਿਉਂਕਿ ਮਲਟੀਪਲ ਅੰਦਰ ਵੀ ਦੀਵਾਨ ਚੱਲ ਰਿਹਾ ਹੁੰਦਾ ਹੈ, ਬਾਹਰ ਲੰਗਰ ਵੀ ਸ਼ੁਰੂ ਹੋ ਜਾਂਦਾ ਹੈ, ਉਧਰ ਜਿਹੜੀ ਹੈ ਉਹ ਤਿਆਰੀ ਚੱਲ ਰਹੀ ਹੁੰਦੀ ਹੈ ਫਲੋਟਸ ਦੀ, ਕਿਉਂਕਿ 4-5 ਫਲੋਟਸ ਹਨ ਤੇ ਕਈ ਵਾਰ ਉਸ ਪਾਸੇ ਵੱਲ ਧਿਆਨ ਘਟ ਜਾਂਦਾ। ਸੋ ਇਹ ਆਲਮੋਸਟ ਐਗਰੀਡ ਅਪਨ ਸੀ ਕਿ ਆਉਣ ਵਾਲੇ ਪੀਰੀਅਡ ਜਿਹੜਾ ਇਹ ਪੋਲੀਟੀਕਲ ਰਿਪਰੈਜ਼ੈਂਟੇਟਿਵਸ ਨੂੰ ਬੁਲਾਉਣ ਦਾ ਪ੍ਰੋਗਰਾਮ ਹੈ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਹੋਏਗਾ। ਬਾਕੀ ਗਰਮੀ ਨੇ ਵੀ ਆਪਣਾ ਪੂਰਾ ਜ਼ੋਰ ਦਿਖਾਇਆ, 90s ਤੱਕ ਟੈਂਪਰੇਚਰ ਪਹੁੰਚਿਆ ਹੋਇਆ ਸੀ। ਫਿਰ ਇਹੀ ਹੁੰਦਾ ਵੀ ਤੁਸੀਂ ਰੂਹ ਹਫਸੇ ਦੇ 4 ਗਲਾਸ ਪੀ ਲਓ। ਸ਼ਰਦਾਈ ਜਿਹੜੀ ਖਾਸ ਤੌਰ ਤੇ ਇੰਡੀਆਨਾ ਦੀ ਸਪੈਸ਼ਲਿਟੀ ਹੈ ਔਰ ਥਾਂ ਥਾਈਂ ਸੇਵਾ ਦਾ ਪੱਖ, ਘਰੋਂ ਵੀ ਲੰਗਰ, ਉੱਥੇ ਵੀ ਲੰਗਰ, ਰਾਹ 'ਚ ਵੀ ਲੰਗਰ, ਤੁਰਨ ਲੱਗੇ ਵੀ ਲੰਗਰ। ਤੇ ਮੈਂ ਸਗੋਂ ਕਿਹਾ, ਮੈਂ ਕਿਹਾ ਜੀ
ਗੁਰੂ ਸਾਹਿਬ ਨੇ ਤਾਂ ਦੇਗ ਤੇਗ ਫਤਿਹ ਦਾ ਸਿਧਾਂਤ ਦਿੱਤਾ, ਅਸੀਂ ਦੇਗ ਤੋਂ ਬਾਅਦ ਫੁੱਲ ਸਟਾਪ ਲਾ ਦਿੰਦੇ ਹਾਂ, ਥੋੜਾ ਤੇਗ ਵੱਲ ਵੀ ਧਿਆਨ ਦੇਈਏ। ਤੇਗ ਪੋਲੀਟੀਕਲ ਫਰੀडम ਹੈ, ਪੋਲੀਟੀਕਲ ਸੋਵਰਨਿਟੀ ਹੈ। ਔਰ ਸੈਚਰਡੇ ਤੋਂ ਬਾਅਦ ਫਿਰ ਸੰਡੇ ਦਾ ਦੀਵਾਨ ਸੀ, ਜਿਸ ਦੇ ਵਿੱਚ ਢਾਡੀ ਸਿੰਘ ਕਥਾਵਾਚਕ, ਔਰ ਅਸੀਂ ਵੀ ਆਪਣਾ ਜਿਹੜਾ ਸੰਗਤ ਦੇ ਦੀਦਾਰ ਕੀਤੇ, ਉਸ ਦੀ ਕਵਰੇਜ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਦਿਖਾਵਾਂਗੇ। ਸੋ ਮੈਂ ਇੱਕ ਵਾਰ ਫੇਰ ਸਾਰੇ ਹੀ ਵੀਰਾਂ ਭੈਣਾਂ ਦਾ, ਕਿਉਂਕਿ ਬਹੁਤ ਵਾਰੇ ਹੁੰਦਾ ਹੈ ਵੀ ਜਿਨ੍ਹਾਂ ਨੇ ਸਰਵ ਕੀਤਾ ਹੁੰਦਾ ਹੈ, ਜ਼ਰੂਰ ਉਹ ਕਈ ਵਾਰੀ ਸਲਿੱਪ ਹੁੰਦੇ ਨੇ, ਪਰ ਨਾਲ ਦੀ ਨਾਲ ਕਲੋਜ਼ਿੰਗ 'ਚ ਭਾਈ ਗੁਰਦੇਵ ਸਿੰਘ ਕਲਾਮਾਜ਼ੂ ਜਿਹੜੇ ਪਰਛਾਵੇਂ ਵਾਂਗ ਸਾਡੇ ਨਾਲ ਹੁੰਦੇ ਨੇ ਆਪਣੇ ਕਾਰੋਬਾਰ ਆਪਣੇ ਸਾਰੇ 'ਚੋਂ ਨਿਕਲ ਕੇ। ਸੋ ਉਹਨਾਂ ਨੇ ਜਿਹੜਾ ਜਿੱਥੇ ਉਹ ਨਾਲ ਰਹੇ, ਉੱਥੇ ਉਹਨਾਂ ਦੇ ਐਫਰਟ ਦੀ ਬਦੌਲਤ ਹੀ ਜਿਹੜੀ ਹੈ ਉਹ ਰਿਕਾਰਡਿੰਗ ਵੀਡੀਓਜ਼ ਔਰ ਦੂਸਰੀ ਜਿਹੜੀ ਕਵਰੇਜ ਹੈ ਉਹ ਸਾਡੇ ਦਰਸ਼ਕਾਂ ਤੱਕ ਪਹੁੰਚਦੀ ਹੈ। ਸੋ ਅਸੀਂ ਇੱਕ ਵਾਰ ਫੇਰ ਗ੍ਰੀਨਵੁੱਡ ਦੀਆਂ ਸਮੂਹ ਸਿੱਖ ਸੰਗਤਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ, ਜਿਨ੍ਹਾਂ ਨੇ TV 84 ਦੇ ਲਈ ਜਿਹੜੀ ਹੈ ਉਹ ਮਦਦ ਕੀਤੀ ਹੈ। ਆਉਣ ਵਾਲੇ ਦਿਨਾਂ 'ਚ ਅਸੀਂ ਉਹਨਾਂ ਵੱਲੋਂ ਜਿਹੜੇ ਪ੍ਰੋਗਰਾਮ ਹੈ ਉਹ ਸਪਾਂਸਰ ਵੀ ਕਰਾਂਗੇ। ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣੇ ਬ੍ਰੇਕ ਔਰ ਬ੍ਰੇਕ ਦੇ ਆਉਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਹੱਥ ਲੈਣਾ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਜਿਹੜਾ ਹੜ੍ਹ ਆਇਆ ਸੀਗਾ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚ, ਬਹੁਤ ਹੀ ਤਬਾਹੀ ਮਚਾਈ ਹੈ ਉਸ ਹੜ੍ਹ ਨੇ। ਟੀਮ ਯੂਨਾਈਟਿਡ 6 ਇੱਥੇ ਪਿੰਡ ਸਸਰਾਲੀ ਵਿਖੇ ਬੰਦ ਬਣਾਉਣ ਦੀ ਸੇਵਾ ਪਿਛਲੇ 2 ਦਿਨਾਂ ਤੋਂ ਗੁਰੂ ਮਹਾਰਾਜ ਯੂਨਾਈਟਿਡ 6 ਵੱਲੋਂ ਵੀ ਲੈ ਰਹੇ ਹਨ ਜੀ। ਟੀਮ ਯੂਨਾਈਟਿਡ 6 ਇੱਥੇ ਹਰ ਵਕਤ ਹਾਜ਼ਰ ਹੈ ਜੀ। ਜਿਸ ਵੀ ਚੀਜ਼ ਦੀ ਜ਼ਰੂਰਤ ਹੋਵੇਗੀ ਉਸ ਚੀਜ਼ ਦੀ ਜਾਣਕਾਰੀ ਟੀਮ ਯੂਨਾਈਟਿਡ 6 ਤੁਹਾਨੂੰ ਪਹੁੰਚਾਉਂਦੀ ਰਹੇਗੀ ਜੀ। ਪੰਜਾਬ ਵਿੱਚ ਆਏ ਹੜ੍ਹਾਂ ਨੇ ਸਭ ਪਾਸੇ ਤਬਾਹੀ ਮਚਾਈ ਹੋਈ ਹੈ। ਚਾਰੇ ਪਾਸੇ ਪਾਣੀ ਹੀ ਪਾਣੀ ਹੈ। ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਫਸਲਾਂ ਤਬਾਹ ਹੋ ਚੁੱਕੀਆਂ ਹਨ ਤੇ ਲੋਕ ਬੇਘਰ ਹੋ ਗਏ ਹਨ। ਪਰ ਹਮੇਸ਼ਾ ਦੀ ਤਰ੍ਹਾਂ ਇਸ ਮੁਸ਼ਕਿਲ ਦੀ ਘੜੀ ਵਿੱਚ ਵੀ ਇੱਕ ਸੰਸਥਾ ਸਹਾਇਤਾ ਲਈ ਅੱਗੇ ਆਈ ਹੈ, ਯੂਨਾਈਟਿਡ 6। ਮੁਸੀਬਤ ਵਿੱਚ ਫਸੇ ਹਜ਼ਾਰਾਂ ਪਰਿਵਾਰਾਂ ਨੂੰ ਯੂਨਾਈਟਿਡ 6 ਦੇ ਸੇਵਾਦਾਰ ਮੀਲਾਂ ਤੱਕ ਪੈਦਲ ਤੁਰ ਕੇ ਕਿਸ਼ਤੀਆਂ ਰਾਹੀਂ ਹਰ ਸੰਭਵ ਅਸੰਭਵ ਤਰੀਕੇ ਨਾਲ ਉਹਨਾਂ ਨੂੰ ਮਦਦ ਦੇਣ ਲਈ ਪਹੁੰਚ ਕਰ ਰਹੇ ਹਨ। ਪ੍ਰਭਾਵਿਤ ਪਰਿਵਾਰਾਂ ਲਈ ਹਰ ਰੋਜ਼ ਉਹ ਭੋਜਨ, ਸਾਫ਼ ਪਾਣੀ, ਦਵਾਈਆਂ, ਮੱਛਰਦਾਨੀਆਂ, ਪਸ਼ੂਆਂ ਲਈ ਚਾਰਾ ਅਤੇ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਕਰ ਰਹੇ ਹਨ। ਪ੍ਰਭਾਵਿਤ ਪਰਿਵਾਰਾਂ ਨੂੰ ਕੋਈ ਮੁਸ਼ਕਿਲ ਨਾ ਹੋਵੇ, ਇਕੱਲਾਪਣ ਨਾ ਲੱਗੇ, ਇਸ ਲਈ ਸੇਵਾਦਾਰ ਹਰ ਰੋਜ਼ ਉਹਨਾਂ ਲਈ ਤਨਦੇਹੀ ਨਾਲ ਸੇਵਾਵਾਂ ਨਿਭਾ ਰਹੇ ਹਨ। ਤੁਸੀਂ ਵੀ ਯੂਨਾਈਟਿਡ 6 ਜਥੇਬੰਦੀ ਨਾਲ ਜੁੜ ਸਕਦੇ ਹੋ। ਆਪਣਾ ਯੋਗਦਾਨ ਪਾਓ ਅਤੇ ਪੀੜਤਾਂ ਦੀ ਸਹਾਇਤਾ ਕਰੋ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ ਵੈਲਕਮ ਬੈਕ ਫਰਮ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਾਂਗੇ ਕਿ ਜਿਸ ਤਰ੍ਹਾਂ ਕਿ ਅੱਜ ਪ੍ਰੈਜ਼ੀਡੈਂਟ ਟਰੰਪ ਨੇ ਯੂਨਾਈਟਿਡ ਨੇਸ਼ਨਜ਼ ਜਨਰਲ ਅਸੈਂਬਲੀ ਨੂੰ ਸੰਬੋਧਨ ਕੀਤਾ ਔਰ ਲਗਭਗ 1 ਘੰਟੇ ਦੇ ਆਪਣੇ ਭਾਸ਼ਣ ਵਿੱਚ ਪ੍ਰੈਜ਼ੀਡੈਂਟ ਟਰੰਪ ਨੇ ਵਿਵਾਦਤ ਮੁੱਦਿਆਂ ਸੰਬੰਧੀ ਆਪਣੀ ਜਿਹੜੀ ਨਿਵੇਕਲੀ ਹੈ ਪਹੁੰਚ ਦਾ ਇਜ਼ਹਾਰ ਕੀਤਾ ਹੈ। ਸੋ ਇਸ ਭਾਸ਼ਣ ਵਿੱਚ ਟਰੰਪ ਨੇ ਭਾਰਤ ਨੂੰ ਰਗੜਾ ਦਿੰਦਿਆਂ ਭਾਰਤ ਪਾਕਿਸਤਾਨ ਟਕਰਾਅ ਦੌਰਾਨ ਜੰਗਬੰਦੀ ਕਰਵਾਉਣ ਵਿੱਚ ਆਪਣੇ ਰੋਲ ਦਾ ਜ਼ਿਕਰ ਕੀਤਾ ਹੈ।
ਸੋ ਨਾਲ ਹੀ ਉਹਨਾਂ ਕਿਹਾ ਕਿ ਭਾਰਤ ਅਤੇ ਚੀਨ ਜਿਹੜੇ ਨੇ ਉਹ ਰੂਸ ਤੋਂ ਤੇਲ ਖਰੀਦ ਕੇ ਯੂਕਰੇਨ ਦੀ ਜੰਗਬੰਦੀ ਵਿੱਚ ਵੱਡੀ ਰੁਕਾਵਟ ਬਣ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਘਰਾਂ ਦੇ ਵਿੱਚ ਵੀ ਕਿਸੇ ਵਿਸ਼ੇ ਦੇ ਉੱਤੇ ਕੋਈ ਵਿਚਾਰ ਚੱਲ ਰਹੀ ਹੁੰਦੀ ਹੈ, ਹੁਣ ਤਾਂ ਚਲੋ ਸਾਂਝੇ ਪਰਿਵਾਰਾਂ ਦਾ ਕਨਸੈਪਟ ਹੀ ਟੁੱਟ ਰਿਹਾ, ਤੇ ਜਿਹੜੀ ਸਾਰੀਆਂ ਅੱਖਾਂ ਨੇ ਉਹ ਘਰ ਦੇ ਮੁਖੀ ਦੇ ਉੱਤੇ, ਵਡੇਰੇ ਦੇ ਉੱਤੇ, ਬਾਪੂ ਜੀ ਜਾਂ ਗ੍ਰੈਂਡਫਾਦਰ, ਉਹਨਾਂ ਦੇ ਉੱਤੇ ਟਿਕੀਆਂ ਹੁੰਦੀਆਂ ਸੀ, ਕਿਉਂਕਿ ਸਾਰੇ ਆਪੋ ਆਪਣੀ ਗੱਲ, ਉਹਨਾਂ ਨੂੰ ਪਤਾ ਹੁੰਦਾ ਸੀ ਕਿ ਜਿਹੜਾ ਫਾਈਨਲ ਵਰਡ ਹੈ, ਅਖੀਰਲਾ ਫੈਸਲਾ ਉਹਨਾਂ ਨੇ ਕਰਨਾ ਹੈ, ਤੇ ਜੋ ਉਹਨਾਂ ਨੇ ਕਹਿ ਦਿੱਤਾ ਫਿਰ ਉਹਨੂੰ ਉਲਟਿਆ ਨਹੀਂ ਜਾ ਸਕਦਾ। ਉਸ ਦੇ ਉੱਤੇ ਹੀ ਜਿਹੜੀ ਹੈ ਉਹ ਤਾਮੀਰ ਕਰਨੀ ਹੋਏਗੀ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਯੂਨਾਈਟਿਡ ਨੇਸ਼ਨਸ ਦੇ ਇਸ ਵੇਲੇ 193 ਮੁਲਕ ਮੈਂਬਰ ਨੇ। ਜਦੋਂ ਔਰ ਇਹ 80ਵਾਂ ਸੈਸ਼ਨ ਸੀ ਜਦੋਂ ਇਸ ਦੀ ਸ਼ੁਰੂਆਤ ਹੋਈ, ਦੂਸਰਾ ਵਰਲਡ ਵਾਰ ਖਤਮ ਹੋਇਆ 1945 'ਚ, ਤੇ ਆਲਮੋਸਟ 50 ਦੇਸ਼ ਇਸ ਦੇ ਮੈਂਬਰ ਸਨ। ਸੋ ਇਸ ਵੇਲੇ 4 ਗੁਣਾ ਜ਼ਿਆਦਾ ਮੁਲਕ ਨੇ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਅੱਜ ਦੇ ਇਸ UN ਦੇ ਸਟਰਕਚਰ 'ਚ, ਜਿਹਦੇ 'ਚ UN ਜਨਰਲ ਅਸੈਂਬਲੀ ਦੇ 193 ਮੁਲਕ ਮੈਂਬਰ ਨੇ, ਲੇਕਿਨ ਸਿਕਿਉਰਿਟੀ ਕੌਂਸਲ ਦੇ ਵਿੱਚ ਜਿਹੜੇ 15 ਮੈਂਬਰ ਹੁੰਦੇ ਨੇ, 10 ਰੋਟੇਟਿੰਗ, 5 ਪਾਵਰਫੁਲ ਵੀਟੋ ਵੀਲਡਿੰਗ ਮੈਂਬਰਸ ਨੇ, ਜਿਨ੍ਹਾਂ ਦੀ ਵੀਟੋ ਦੇ ਨਾਲ ਕੋਈ ਵੀ ਫੈਸਲਾ, ਇੱਕ ਦੀ ਵੀਟੋ ਵੀ ਕਿਸੇ ਫੈਸਲੇ ਨੂੰ ਰੋਕ ਸਕਦੀ ਹੈ। ਔਰ ਉਸ ਦੇ ਵਿੱਚ ਜ਼ਾਹਰ ਹੈ ਕਿ ਅਮਰੀਕਾ, ਰੂਸ, UK, ਫਰਾਂਸ ਔਰ ਚਾਈਨਾ, ਇਹ 5 ਵੀਟੋ ਵੀਲਡਿੰਗ ਮੈਂਬਰਸ ਨੇ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਜਦੋਂ UN ਦੀ ਹੋਂਦ ਹੋਈ, ਉਹ ਸੈਕੰਡ ਵਰਲਡ ਵਾਰ 'ਚ ਕਰੋੜਾਂ ਲੋਕ ਮਾਰੇ ਗਏ ਸੀ, ਇਹ ਇੱਕ ਸਮਝ ਬਣੀ ਕਿ ਦੁਨੀਆ ਦੀ ਇੱਕ ਵੱਡੀ ਪੰਚਾਇਤ ਹੋਏ। ਹਾਲਾਂਕਿ ਇਹ ਨਹੀਂ ਹੈ ਵੀ ਪਹਿਲਾਂ ਬਾਡੀ ਐਗਜ਼ਿਸਟ ਨਹੀਂ ਸੀ ਕਰਦੀ। ਫਸਟ ਵਰਲਡ ਵਾਰ ਤੋਂ ਬਾਅਦ ਲੀਗ ਆਫ ਨੇਸ਼ਨਸ ਉਹਦੀ ਹੋਂਦ ਸੀ, ਲੇਕਿਨ ਫਸਟ ਵਰਲਡ ਵਾਰ 1918 ਦੇ ਵਿੱਚ ਖਤਮ ਹੁੰਦਾ ਹੈ, ਔਰ ਅਸੀਂ ਦੇਖਦੇ ਹਾਂ ਕਿ ਆਲਮੋਸਟ 21 ਸਾਲ ਬਾਅਦ 1939 ਦੇ ਵਿੱਚ ਸੈਕੰਡ ਵਰਲਡ ਵਾਰ ਦੀ ਸ਼ੁਰੂਆਤ ਹੁੰਦੀ ਹੈ। ਸੋ ਉਹ ਰੋਕ ਨਹੀਂ ਪਾਈ। ਇਸ ਲਈ ਜਿਨ੍ਹਾਂ ਨੇ ਚਾਰਟਰ ਲਿਖੇ, UN ਦੇ ਫਾਊਂਡੇਸ਼ਨਸ ਕੀਤੀਆਂ, ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਭਵਿੱਖ ਦੇ ਵਿੱਚ ਇਸ ਕਿਸਮ ਦੀ ਤਬਾਹੀ ਨਾ ਹੋਏ ਕਿ ਦੁਨੀਆ ਜਿਹੜੀ ਹੈ ਉਹ ਵਰਲਡ ਵਾਰ ਦੇ ਵਿੱਚ ਫਸੇ। ਔਰ ਇਹ ਇੱਕ ਕਾਮਯਾਬੀ ਕਹੀ ਜਾ ਸਕਦੀ ਹੈ ਕਿ 80 ਸਾਲਾਂ 'ਚ ਕੋਈ ਉਸ ਲੈਵਲ ਦੀ ਜਿਹੜੀ ਹੈ ਵਰਲਡ ਵਾਰ ਨਹੀਂ ਹੋਈ। ਹਾਲਾਂਕਿ ਜੇ ਅਸੀਂ ਇਨਰ ਕਨਫਲਿਕਟ ਦੇਖੀਏ, ਜਿਹੜੇ ਉਦੋਂ ਹੀ ਸ਼ੁਰੂ ਹੋ ਜਾਂਦੇ ਨੇ 50ਵਿਆਂ ਦੇ ਵਿੱਚ ਹੀ, ਉਹ ਕੋਰੀਅਨ ਵਾਰ ਹੋਏ, ਵੀਅਤਨਾਮ ਵਾਰ ਹੋਏ, ਕੈਂਬੋਡੀਆ ਹੋਏ, ਸਾਊਥ ਅਮਰੀਕਾ ਦੀਆਂ ਵਾਰਸ ਹੋਣ, ਅਫਰੀਕਾ ਦੇ ਵਿੱਚ ਹੋਏ, ਰਵਾਂਡਾ ਹੋਏ, ਅਫਗਾਨਿਸਤਾਨ, ਖਾਲਿਸਤਾਨ, ਕਸ਼ਮੀਰ। ਜੇ ਇਹ ਕਹਿਣਾ ਹੋਏ ਵੀ ਇਹਨਾਂ 80 ਸਾਲਾਂ 'ਚ ਭਾਵੇਂ ਕੋਈ ਵਰਲਡ ਵਾਰ ਨਹੀਂ ਹੋਈ, ਲੇਕਿਨ ਜਿੰਨੇ ਇਨਰ ਕਨਫਲਿਕਟਸ ਦੇ ਵਿੱਚ ਜਾਂ ਗੁਆਂਢੀ ਮੁਲਕਾਂ ਦੀ ਲੜਾਈ ਦੇ ਵਿੱਚ ਜਾਂ CIA ਤੇ KGB ਦੇ ਜਿਹੜੇ ਪਲਾਟ ਸੀ ਰਜੀਮ ਚੇਂਜ ਕਰਨ ਦੇ, ਜਿੰਨੇ ਲੋਕ ਮਾਰੇ ਗਏ, ਜੇ ਦੋਨੋਂ ਵਰਲਡ ਵਾਰ ਜਿੰਨੇ ਮਾਰੇ ਗਏ ਉਹਨਾਂ ਦੀ ਗਿਣਤੀ ਜੋੜ ਲਈ ਜਾਏ ਤਾਂ ਇਹ ਨੰਬਰ ਉਸ ਤੋਂ ਜ਼ਿਆਦਾ ਬਣੇਗਾ। ਲੇਕਿਨ ਇਹਦੇ ਬਾਵਜੂਦ ਯੂਨਾਈਟਿਡ ਨੇਸ਼ਨਸ ਇੱਕ ਹੋਪ ਦੇ ਤੌਰ ਤੇ ਦੇਖੀ ਜਾਂਦੀ ਹੈ। ਹਾਲਾਂਕਿ ਸਾਡੇ ਕੁਝ ਜਿਹੜੇ 1-2 ਵੀਰ UN ਦੇ ਵਿੱਚ ਕੰਮ ਕਰਦੇ ਰਹੇ ਨੇ, ਉਹ ਨਾਰਾਜ਼ ਹੋ ਜਾਂਦੇ ਨੇ ਜਦੋਂ ਮੈਂ ਇਹ ਅਕਸਰ ਕਹਿੰਦਾ ਰਿਹਾ ਆਪਣੀਆਂ ਲਿਖਤਾਂ ਦੇ ਵਿੱਚ ਵੀ ਕਿ ਇਹ ਯੂਨਾਈਟਿਡ ਨੇਸ਼ਨਸ ਇੱਕ ਸਪਾਈਨਲੈਸ, ਗਟਲੈਸ, ਟੁੱਥਲੈਸ ਬਾਡੀ ਹੈ। ਇਸ ਲਈ ਨਹੀਂ ਕਿ ਯੂਨਾਈਟਿਡ ਨੇਸ਼ਨਸ ਕੁਝ ਕਰਨਾ ਨਹੀਂ ਚਾਹੁੰਦੀ, ਪਰ ਤੁਸੀਂ ਮਤਾ ਕਰਦੇ ਹੋ, ਰੈਜ਼ੋਲੂਸ਼ਨ ਕਰਦੇ ਹੋ, ਥ੍ਰੈਟ, ਉਹਨੂੰ ਇੰਪਲੀਮੈਂਟ ਕਿਵੇਂ ਕਰੋਗੇ? ਜਾਂ ਤਾਂ ਯੂਨਾਈਟਿਡ ਨੇਸ਼ਨਸ ਦੀ ਆਪਣੀ ਫੌਜ ਹੋਏ, ਜਿਹੜੀ ਫੌਜ ਜਿੰਨੀਆਂ ਐਗਜ਼ਿਸਟਿੰਗ ਪਾਵਰਸ ਟਕਰਾ ਉਹਨਾਂ ਨਾਲੋਂ ਪਾਵਰਫੁਲ ਹੋਏ। ਸੋ ਜਿਹੜੀ ਯੂਨਾਈਟਿਡ ਨੇਸ਼ਨਸ ਦੀ ਪੀਸ ਕੀਪਿੰਗ ਫੋਰਸ ਹੁੰਦੀ ਹੈ, ਉਹ ਤਾਂ ਉਹਨਾਂ ਮੁਲਕਾਂ ਤੋਂ ਜਿਹੜੇ ਗਰੀਬ ਮੁਲਕ ਇੰਡੀਆ, ਪਾਕਿਸਤਾਨ, ਬੰਗਲਾਦੇਸ਼ ਔਰ ਦੂਜੇ ਨੇ, ਉਹ ਆਪਣੀ ਫੌਜ ਦੇ ਇੱਕ ਹਿੱਸੇ ਨੂੰ ਭੇਜ ਦਿੰਦੇ ਨੇ, ਤਨਖਾਹ ਦੁੱਗਣੀ ਮਿਲਦੀ ਹੈ, ਔਰ ਉਹਨਾਂ ਨੇ ਕੋਈ ਲੜਾਈ ਪੜ੍ਹਾਈ ਨਹੀਂ ਕਰਨੀ ਹੁੰਦੀ, ਉਹ ਐਜ਼ ਏ ਪੀਸ ਕੀਪਰ ਹੀ ਹੁੰਦੇ ਨੇ। ਇਹੀ ਕਾਰਨ ਹੈ ਕਿ ਮੈਕਸਿਮਮ ਜਿਹੜੇ ਟਰੂਪਸ ਜਿਹੜੇ UN ਪੀਸ ਕੀਪਿੰਗ 'ਚ ਨੇ ਉਹ ਇੰਡੀਆ, ਪਾਕਿਸਤਾਨ, ਬੰਗਲਾਦੇਸ਼ ਦੀ ਫੌਜ 'ਚੋਂ ਹੁੰਦੇ ਨੇ। ਇੱਕ ਹਕੀਕਤ ਹੈ। ਔਰ ਇਹੀ ਕਾਰਨ ਹੈ ਕਿ UN ਜਿਹੜੀ ਹੈ ਉਹ ਇੱਕ ਬੇਬਸੀ ਦੇ ਆਲਮ 'ਚ ਜਿਹੜੀ ਹੈ ਉਹ ਜਨਰਲ ਅਸੈਂਬਲੀ ਸੈਸ਼ਨ ਹੁੰਦਾ ਹੈ, ਹੁਣ ਵੀ ਸ਼ੁਰੂ ਹੈ, ਔਰ ਜਦੋਂ ਸੈਸ਼ਨ ਸ਼ੁਰੂ ਹੁੰਦਾ ਉਸ ਤੋਂ ਪਹਿਲਾਂ ਤਾਂ ਕੁਝ ਅਦਰਵਾਈਜ਼ ਮੀਟਿੰਗ ਹੁੰਦੀ ਹੈ। ਪਹਿਲੇ ਦਿਨ ਉਹਨੂੰ ਐਡਰੈਸ ਬ੍ਰਾਜ਼ੀਲ ਦਾ ਪ੍ਰੈਜ਼ੀਡੈਂਟ ਕਰਦਾ ਹੈ, ਜਿਵੇਂ ਲੂਲਾ ਉਹਨੇ ਕੀਤਾ। ਫਿਰ ਦੂਸਰੇ ਦਿਨ ਉਸ ਨੂੰ
ਅਮਰੀਕਾ ਦਾ ਪ੍ਰੈਜ਼ੀਡੈਂਟ ਔਰ UN ਦਾ ਜਿਹੜਾ ਮੁੱਖ ਤੌਰ ਤੇ ਸੈਕਟਰੀ ਜਨਰਲ, ਜਿਵੇਂ ਹੁਣ ਵੀ ਜਿਹੜਾ ਐਂਟੋਨੀਓ ਗੁਟਰੇਸ, ਜੀ ਉਹਨਾਂ ਨੇ ਐਡਰੈਸ ਕੀਤਾ। ਐਂਟੋਨੀਓ ਗੁਟਰੇਸ ਪਹਿਲਾਂ UN ਦਾ ਇੱਕ ਵਾਰੀ ਜਨਰਲ ਸੈਕਟਰੀ ਜਨਰਲ ਬੁਟਰੋਸ ਗਾਲੀ ਰਿਹਾ 2 ਟਾਈਮਸ, ਜੀ ਕਿਉਂਕਿ ਮੈਨੂੰ ਤਾਂ ਯਾਦ ਹੈ ਵੀ 92 ਚ ਜਦੋਂ ਸਿੱਖਾਂ ਦੀ ਨਸਲਕੁਸ਼ੀ ਹੋ ਰਹੀ ਸੀ ਤੇ ਅਸੀਂ ਬਹੁਤ ਵਾਰ ਜਿਹੜੇ ਮੈਮੋਰੈਂਡਮ ਲਿਖਦੇ ਸੀ ਬੁਟਰੋਸ ਗਾਲੀ ਲਈ ਡਿਲੀਵਰ ਵੀ ਕਰਦੇ ਸੀ। ਪਰ ਉਹਨਾਂ ਦੇ ਨਾਲ ਜਦੋਂ ਕਦੇ ਅੰਦਰ ਵੀ ਥੋੜੀ ਬਹੁਤ ਗੱਲਬਾਤ ਹੋਣੀ ਤੇ ਉਹਨਾਂ ਨੇ ਇਹੀ ਇਜ਼ਹਾਰ ਕਰਨਾ ਕਿ ਵੀ ਅਸੀਂ ਰਿਕਮੈਂਡ ਕਰ ਸਕਦੇ ਹਾਂ ਇਸ ਦੀ ਹਿਊਮਨ ਰਾਈਟਸ ਵਿੰਗ ਨੂੰ, ਦੂਜਿਆਂ ਨੂੰ ਕੀਤਾ ਤਾਂ ਕੁਝ ਨਹੀਂ ਜਾ ਸਕਦਾ। ਹੁਣ ਇਹਨਾਂ ਹਾਲਾਤਾਂ 'ਚ ਇਸ ਵਾਰ ਜਦੋਂ ਕਿ ਆਲਰੇਡੀ ਪ੍ਰੈਜ਼ੀਡੈਂਟ ਟਰੰਪ ਦੀ ਜਿਹੜੀ ਸੈਕੰਡ ਟਰਮ ਸ਼ੁਰੂ ਹੋਈ, ਉਸ ਦੇ ਵਿੱਚ ਆਲਰੇਡੀ ਇੰਟਰਨੈਸ਼ਨਲ ਇੰਸਟੀਟਿਊਸ਼ਨਸ ਨੂੰ ਚੈਲੰਜ, ਇਹਦੇ 'ਚ UN ਦੇ ਬਾਰੇ ਪ੍ਰੈਜ਼ੀਡੈਂਟ ਟਰੰਪ ਦੇ ਕੀ ਵਿਊ ਨੇ ਕਿਸੇ ਨੂੰ ਕੋਈ ਭੁਲੇਖਾ ਨਹੀਂ ਹੈ। ਇਸ ਤੋਂ ਇਲਾਵਾ ਵਰਲਡ ਹੈਲਥ ਆਰਗੇਨਾਈਜੇਸ਼ਨ ਬਾਰੇ, ਇਸ ਤੋਂ ਇਲਾਵਾ ਜਿਹੜੀਆਂ ਕਲਾਈਮੇਟ ਚੇਂਜ ਨੂੰ ਲੈ ਕੇ ਜਿਹੜੀਆਂ ਬਾਡੀਜ਼ ਨੇ, ਐਗਰੀਮੈਂਟਸ ਨੇ, ਦੂਸਰੇ ਨੇ, ਔਰ ਇਹਨਾਂ ਸਾਰੇ ਦੇ ਚੱਲਦਿਆਂ ਇਹ ਇੱਕ ਜਿਹੜਾ ਜਿਹਨੂੰ ਇਹ ਕਹੋ ਕਿ ਵੀ ਜਿਵੇਂ ਉਹ ਪਰਿਵਾਰ ਦੇ ਵਿੱਚ ਪਰਿਵਾਰ ਦੇ ਮੁਖੀਏ ਵੱਲ ਨਜ਼ਰਾਂ ਆਉਂਦੀਆਂ ਨੇ ਕਿ ਹੁਣ ਬਾਪੂ ਕੀ ਕਹੇਗਾ। ਸੋ ਸਾਰੀ ਦੁਨੀਆ ਜਿਹੜੀ ਆ ਉਹਨੇ ਸਾਹ ਰੋਕਿਆ ਹੋਇਆ ਸੀ, ਘੱਟੋ ਘੱਟ ਜਿਹੜੇ ਦੁਨੀਆ ਦੀ ਸਿਆਸਤ ਦਿਲਚਸਪੀ ਲੈਂਦੇ ਨੇ ਕਿ ਪ੍ਰੈਜ਼ੀਡੈਂਟ ਟਰੰਪ ਕੀ ਬੋਲਣਗੇ, ਕੀ ਉਹਨਾਂ ਦਾ ਐਡਰੈਸ ਹੋਏਗਾ। ਔਰ ਜ਼ਾਹਰ ਹੈ ਪ੍ਰੈਜ਼ੀਡੈਂਟ ਟਰੰਪ ਦਾ ਇੱਕ ਯੂਨੀਕ ਅੰਦਾਜ਼ ਹੈ, ਉਹਨਾਂ ਦੇ ਮਨ 'ਚ ਕੀ ਚੱਲ ਰਿਹਾ ਹੈ ਇਹ ਉਹਨਾਂ ਨੂੰ ਪਤਾ ਹੈ ਜਾਂ ਰੱਬ ਨੂੰ ਪਤਾ ਹੁੰਦਾ ਹੈ। ਪਰ ਜਦੋਂ ਉਹ ਆਪਣੇ ਟਰੂਥ ਟਵਿੱਟਰ ਦੇ ਉੱਤੇ ਜਦੋਂ ਕੋਈ ਲਿਖਦੇ ਨੇ, ਫਿਰ ਜਿਹੜਾ ਸਾਰੇ ਪਾਸੇ ਜਿਹੜਾ ਉਹ ਹਲਚਲ ਮਚ ਜਾਂਦੀ ਹੈ। ਫਿਰ ਜਦੋਂ ਦਾ ਕੋਈ ਦੂਸਰਾ ਟਵੀਟ ਆਉਂਦਾ ਹੈ ਫਿਰ ਲੱਗਦਾ ਵੀ ਨਹੀਂ ਇੰਨਾ ਭੁਚਾਲ ਨਹੀਂ ਸੀ ਜਿੰਨਾ ਪਹਿਲੇ ਨੇ ਕੀਤਾ। ਸੋ ਉਹ ਸ਼ਾਇਦ ਇਸ ਨੂੰ ਇੰਜੋਏ ਵੀ ਕਰਦੇ ਨੇ, ਸ਼ੌਕ ਦੇਣਾ, ਫਿਰ ਥੋੜਾ ਜਿਹਾ ਮਲਮ ਵੀ ਲਾ ਦੇਣਾ, ਫਿਰ ਉਹਨੂੰ ਫਰੈਂਡ ਵੀ ਕਹਿ ਦੇਣਾ, ਪਰ ਨਾਲ ਦੀ ਨਾਲ ਕਹਿਣਾ ਮਾਈ ਫਰੈਂਡ ਯੂ ਆਰ ਡੂਇੰਗ ਰੋਂਗ। ਜਿਵੇਂ ਹੁਣ ਇਹੀ ਕਾਰਨ ਹੈ ਕਿ ਸਭ ਤੋਂ ਸਿਆਣਾ ਬ੍ਰਾਹਮਣ, ਆਪਣੇ ਆਪ ਨੂੰ ਸਮਝਣ ਵਾਲੇ ਚਾਣਕਿਆ ਦੇ ਪੁੱਤਰ ਜਿਹੜੇ ਨੇ, ਉਹਨਾਂ ਨੂੰ ਸਮਝ ਨਹੀਂ ਆ ਰਹੀ ਵੀ ਇਹ ਹੋ ਕੀ ਗਿਆ, ਇਹ ਜਿਹਨੂੰ ਕਹਿੰਦੇ ਜੀ ਸਾਡੇ ਨਾਲ ਬਣ ਕੀ ਗਿਆ। ਤੇ ਮੈਂ ਤਾਂ ਉਹੀ ਕਹਿੰਦਾ ਹੁੰਦਾ ਕਿ ਵੀ ਤੁਸੀਂ ਇਹੀ ਕਹਿ ਸਕਦੇ ਹੋ ਕਿਸਮਤ ਨੂੰ ਕੋਸੋ, ਜਿਹੜੀ ਤੁਹਾਡੀ ਕਿਸਮਤ ਦੇਵੀ ਹੈ, ਦੇਵੀ ਕੋਈ ਤਾਂ ਹੈ ਹੀ ਹੈ ਕਿਸਮਤ ਦੀ, ਔਰ ਉਹਨੂੰ ਕੀ ਉਹਦੇ ਲਈ ਇੱਕ ਲਫ਼ਜ਼ ਵੀ ਹੁੰਦਾ ਹੈ ਜਿਸ ਨੂੰ ਇਹ ਕਿਸਮਤ ਨਾਲ ਜੋੜ ਕੇ ਕਹਿੰਦੇ ਨੇ। ਚਲੋ ਐਨੀਵੇ, ਮੈਂ ਕਿਹਾ ਵੀ ਤੁਸੀਂ ਤਾਂ ਇਹੀ ਕਹਿ ਸਕਦੇ ਹੋ ਕਿ ਵਾਹ ਕਿਸਮਤ ਦੇ ਬਲੀਆ, ਰਿੱਧੀ ਖੀਰ ਤੇ ਬਣ ਗਿਆ ਦਲੀਆ। ਵੀ ਟਰੰਪ ਅਬ ਕੀ ਬਾਰ, ਟਰੰਪ ਸਰਕਾਰ, ਟਰੰਪ ਨਮਸਕਾਰ, ਨਮਸਤੇ ਟਰੰਪ, ਗੁਜਰਾਤ 'ਚ ਹਾਊਡੀ ਮੋਡੀ, ਹਿਊਸਟਨ ਟੈਕਸਸ। ਤੇ ਇਨ ਦਾ ਐਂਡ ਐਸੀ ਜੁੱਤੀ ਤੇ ਜੁੱਤੀ 6-7 ਮਹੀਨੇ 'ਚ ਵਰਾਈ ਹੈ ਟਰੰਪ ਨੇ। ਕਿਤੇ 25% ਟੈਰਿਫ, 25% ਪੈਨਲਟੀ, ਡਰੱਗਸ ਦਾ ਕਰਕੇ ਵੀਜ਼ਿਆਂ ਦੀ ਕੈਂਸਲੇਸ਼ਨ, $1 ਲੱਖ ਦੀ ਐਡਮਿਸ਼ਨ ਫੀ H1B ਵੀਜ਼ੇ ਦੇ ਲਈ, ਔਰ ਬਾਕੀ ਅਜੇ ਕੀ ਵੇਟ ਕਰ ਰਿਹਾ ਇਹਨਾਂ ਸਭ ਨੂੰ ਫਿਕਰ ਪਿਆ ਹੋਇਆ ਵੀ ਹੋਰ ਕੀ ਹੋਣਾ। ਔਰ ਨਾਲ ਦੀ ਨਾਲ ਇਹ ਵੀ ਕਿਹਾ ਉਹਨੇ ਵੀ ਮੋਦੀ ਇਜ਼ ਮਾਈ ਫਰੈਂਡ, ਗ੍ਰੇਟ ਲੀਡਰ, ਬਟ ਹੀ ਇਜ਼ ਡੂਇੰਗ ਰੋਂਗ। ਸੋ ਜ਼ਾਹਰ ਹੈ ਵੀ ਅਸੀਂ ਤਾਂ ਦਿਲਚਸਪੀ ਦੇ ਵਾਇਸ ਨਾਲ ਹੀ ਦੇਖ ਰਹੇ ਸੀ ਵੀ ਕੀ ਹੋਏਗਾ। ਉਹਨਾਂ ਦੇ ਸਾਹ ਹੋਰ ਸੂਤੇ ਹੋਏ ਸੀ। ਐਸ ਜੈ ਸ਼ੰਕਰ ਪਹਿਲਾਂ ਹੀ ਆ ਕੇ ਬੈਠਾ ਇੱਥੇ, ਆਲਰੇਡੀ 2 ਦਿਨ ਪਹਿਲਾਂ ਉਹਨੇ ਮਾਰਕੋ ਰੂਬੀਓ ਦੇ ਨਾਲ, ਸੈਕਟਰੀ ਆਫ ਸਟੇਟ ਨਾਲ ਵੀ ਮੁਲਾਕਾਤ ਕੀਤੀ। ਪਰ ਉਹ ਜਿਹੜਾ ਉਹਨਾਂ ਦਾ ਫੋਟੋ ਸੈਸ਼ਨ ਹੈ ਉਸ 'ਚ ਵੀ ਨਜ਼ਰ ਆ ਰਿਹਾ ਕਿ ਐਸ ਜੈ ਸ਼ੰਕਰ ਦੇ ਉਹ ਵੈਸੇ ਹੀ ਕਨਸਟੀਪੇਟਡ ਹੁੰਦਾ, ਕਬਜ਼ ਦਾ ਮਾਰਿਆ ਹੋਇਆ, ਪਰ ਚਿਹਰੇ ਤੇ ਵੀ ਇਵੇਂ ਹੈ ਜਿਵੇਂ ਕਿ ਕਿਸੇ ਨੇ ਬਲਦੀ ਮੋਮਬੱਤੀ ਜਿਹੜੀ ਹੈ ਉਹ ਉਸ ਦੇ ਮੂੰਹ ਨੂੰ ਲਾਤੀ ਹੋਏ। ਸੋ ਉਹਦੇ 'ਚੋਂ ਵੀ, ਕਿਉਂਕਿ ਉਹਦੇ 'ਚ ਸੈਕਟਰੀ ਆਫ ਸਟੇਟ ਰੂਬੀਓ ਨੇ ਵੀ ਇਹ ਕਿਹਾ ਮੈਟ ਵਿਦ ਐਸ ਜੈ ਸ਼ੰਕਰ, ਡਿਸਕਸ ਡਿਫਰੈਂਟ ਥਿੰਗਸ ਹੀਅਰ ਦੇਅਰ। ਇਹੀ ਉਹਨੇ ਕਿਹਾ ਦਾ ਮਤਲਬ ਇਹ ਹੈ ਵੀ ਇਹਨਾਂ ਨੂੰ ਜਿਹੜੀ ਵੀ ਕੋਈ, ਹਾਲਾਂ ਮਿਸਟਰ ਪੀਯੂਸ਼ ਗੋਇਲ ਜਿਹੜਾ ਟ੍ਰੇਡ ਡੀਲ ਦੀ ਗੱਲਬਾਤ ਕਰ ਰਿਹਾ ਉਹ ਵੀ ਆ ਕੇ ਬੈਠਾ ਹੋਇਆ। ਸੋ ਇੱਧਰੋਂ ਵੀ ਇੰਡੀਆ ਦੇਖ ਰਿਹਾ ਸੀ ਕਿ ਵੀ ਟਰੰਪ ਨੇ ਕੀ ਕਹਿਣਾ, ਔਰ ਜਿਹੜੇ ਦੂਸਰੇ ਇਸ਼ੂਜ਼ ਨੇ, ਜ਼ਾਹਰ ਹੈ ਟਰੰਪ ਨੇ ਜਿਹੜਾ ਉਹ ਆਪਣਾ ਕੰਮ ਜੋ ਉਹਨਾਂ ਨੇ ਕਲਾਈਮੇਟ ਦੇ ਮੁੱਦੇ ਦੇ ਉੱਤੇ ਵੀ ਉਹਨਾਂ ਨੇ ਉਹੀ ਅਪਰੋਚ ਲਈ ਜਿਹੜੀ ਬਿਫੋਰ ਕਲਾਈਮੇਟ ਦੇ ਐਗਰੀਮੈਂਟ ਔਰ ਦੂਸਰਿਆਂ ਦੇ ਪ੍ਰਤੀ ਹੈ। ਲੰਡਨ ਦੇ ਮੇਅਰ ਪ੍ਰਤੀ ਜਿਹੜਾ ਹੈ ਉਹ ਉਸ ਨੂੰ ਝੰਬਿਆ। ਹਾਲਾਂ ਮੈਨੂੰ ਇਹ ਲੱਗਦਾ ਸੀ ਵੀ ਨਿਊਯਾਰਕ ਸ਼ਹਿਰ ਆਇਆ ਤੇ ਨਿਊਯਾਰਕ ਦੇ ਮੇਅਰ ਦੀ ਇਲੈਕਸ਼ਨ ਨਵੰਬਰ 'ਚ ਆ ਕੇ ਮਮਦਾਨੀ, ਜਿਹਦੇ ਬਾਰੇ ਪਹਿਲਾਂ ਨੈਗੇਟਿਵ
ਕਮੈਂਟ ਹੋ ਚੁੱਕਾ ਵੀ ਕੁਝ ਕਹੇਗਾ, ਪਰ ਇਸ ਪੱਖੋਂ ਜਿਹੜਾ ਮਮਦਾਨੀ ਦਾ ਬਚਾਅ ਹੋਇਆ। ਹਾਲਾਂ ਸਾਦਿਕ ਖਾਨ ਸ਼ਾਇਦ ਲੰਡਨ ਦੇ ਮੇਅਰ ਨੇ, ਉਹਨਾਂ ਕਿਹਾ ਜੀ ਉਹ ਤਾਂ ਸ਼ਰੀਅਤ ਕਾਨੂੰਨ ਲਾਗੂ ਕਰੇਗਾ। ਇਹ ਸਾਰੇ ਦੇ ਚਲਦਿਆਂ ਜ਼ਾਹਰ ਹੈ ਵੀ ਇਹ ਸੈਸ਼ਨ ਇਸ ਲਈ ਵੀ ਮੋਰ ਇੰਪੋਰਟੈਂਟ ਬਣ ਗਿਆ UN ਦਾ ਕਿ ਬਹੁਤ ਸਾਰੇ ਨੈਟੋ ਦੇ ਮੈਂਬਰ ਦੇਸ਼, ਇੰਗਲੈਂਡ, ਫਰਾਂਸ, ਸਪੇਨ, ਦੂਜਾ ਉਹਨਾਂ ਨੇ ਫਲਸਤੀਨ ਦੀ ਸਟੇਟ ਨੂੰ ਮਾਨਤਾ ਦਿੱਤੀ ਹੈ। ਔਰ ਅਮਰੀਕਾ ਜਿਹੜਾ ਹੈ ਇਸ ਪੱਖੋਂ ਬਿਲਕੁਲ ਇਜ਼ਰਾਈਲ ਦੇ ਨਾਲ ਖੜਾ ਹੈ। ਔਰ ਉਹ 1 ਘੰਟੇ ਦੀ ਸਪੀਚ ਜਿਹੜੀ ਪ੍ਰੈਜ਼ੀਡੈਂਟ ਟਰੰਪ ਦੀ ਹੈ ਉਹਦੇ 'ਚੋਂ ਰਿਫਲੈਕਟ ਵੀ ਹੁੰਦਾ ਹੈ ਕਿ ਜੀ ਇਹ ਤਾਂ ਹਮਾਸ ਨੂੰ ਰਿਵਾਰਡ ਕਰਨਾ ਹੈ। ਔਰ ਜਦੋਂ ਤੱਕ ਹਮਾਸ ਅਖੀਰਲੇ ਜਿਹੜਾ ਹੌਸਟੇਜ ਆ ਉਹਨੂੰ ਛੱਡਦਾ ਨਹੀਂ ਹੈ, ਕੋਈ ਵੀ ਜਿਹੜਾ ਪਾਰਟ ਕਰਨਾ ਉਹ ਹਮਾਸ ਨੂੰ ਰਿਵਾਰਡ ਕਰਨਾ। ਸੋ ਜ਼ਾਹਰ ਹੈ ਕਿ ਪਹਿਲੀ ਵਾਰ ਸ਼ਾਇਦ ਇਸ ਲੈਵਲ ਦੇ ਉੱਤੇ ਹੋਇਆ ਕਿ ਨੈਟੋ ਜਿਹੜੀ ਕਿ ਬਣੀ ਹੀ ਅਮਰੀਕਾ ਦੀ ਹਿਫਾਜ਼ਤ ਜਾਂ ਅਮਰੀਕਾ ਦੇ ਸਾਥ ਲਈ, ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ, ਫਲਸਤੀਨ ਦੇ ਮੁੱਦੇ ਤੇ, ਔਰ ਉੱਥੇ ਇਜ਼ਰਾਈਲ ਆਪਣਾ ਕੰਮ ਗਜ਼ਾਜ ਕਰ ਰਿਹਾ। ਲਗਾਤਾਰ ਔਰਤਾਂ, ਬੱਚੇ ਮਾਰੇ ਜਾ ਰਹੇ ਨੇ, ਉਹਨਾਂ ਨੂੰ ਦੌੜਾਇਆ ਜਾ ਰਿਹਾ। ਸੋ ਉਹ ਜ਼ਾਹਰ ਸੀ ਕਿ ਉਹੀ ਲਾਈਨ ਹੈ। ਹਾਲਾਂ ਜਿਹੜਾ ਇੱਕ ਮੀਡੀਆ ਰਿਪੋਰਟਿੰਗ ਹੈ ਕਿ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ 7 ਮੁਸਲਮਾਨ ਮੁਲਕਾਂ ਦੇ ਨਾਲ ਜਿਹੜੀ ਹੈ ਉਹ ਮੁਲਾਕਾਤ, ਉਹਨਾਂ ਦੇ ਪ੍ਰੈਜ਼ੀਡੈਂਟਸ ਦੇ ਨਾਲ ਮੁਲਾਕਾਤ ਕਰਨੀ ਹੈ, ਜਿਨ੍ਹਾਂ ਦੇ ਵਿੱਚ ਸਾਊਦੀ ਅਰੇਬੀਆ, UAE, ਕਤਰ, ਇਜਿਪਟ, ਜਾਰਡਨ, ਟਰਕੀ, ਇੰਡੋਨੇਸ਼ੀਆ ਤੇ ਪਾਕਿਸਤਾਨ ਹੈ। ਇਹਦੇ 'ਚ ਕੀ ਡਿਸਕਸ ਹੋਏਗਾ, ਪਰ ਬਹੁਤਿਆਂ ਦਾ ਖਿਆਲ ਹੈ ਕਿ ਗਜ਼ਾ ਦੇ ਮੁੱਦੇ ਦੇ ਉੱਤੇ ਹੀ ਡਿਸਕਸ ਹੋਏਗਾ। ਔਰ ਇਹ ਵੀ ਪੋਸੀਬਲ ਹੈ ਕਿ ਪੋਸਟ ਹਮਾਸ ਗਜ਼ਾ ਦਾ ਐਡਮਿਨਿਸਟ੍ਰੇਸ਼ਨ ਜਾਂ ਮੁਸਲਮਾਨ ਮੁਲਕਾਂ ਦੀ ਫੌਜ ਦੀ ਮੌਜੂਦਗੀ ਜਾਂ ਕੋਈ, ਪਰ ਇਹ ਕਾਫੀ ਅਨਸਰਟਨ ਹੈ। ਪਰ ਇਹ ਕਨਫਰਮਡ ਹੈ ਕਿ ਇਹਨਾਂ 7 ਮੁਲਕਾਂ ਦੇ ਪ੍ਰੈਜ਼ੀਡੈਂਟਸ, ਪ੍ਰਾਈਮ ਮਿਨਿਸਟਰਸ ਦੇ ਨਾਲ ਜਿਹੜੀ ਹੈ ਪ੍ਰੈਜ਼ੀਡੈਂਟ ਟਰੰਪ ਦੀ ਮੀਟਿੰਗ ਹੈ। ਇਸ ਤੋਂ ਇਲਾਵਾ ਬਾਕੀ ਮੁੱਦਿਆਂ ਦੇ ਉੱਤੇ ਜਿਵੇਂ ਯੂਕਰੇਨ ਦੇ ਉੱਤੇ ਯੂ ਟਰਨ ਵੱਜਦਾ ਨਜ਼ਰ ਆਇਆ ਪ੍ਰੈਜ਼ੀਡੈਂਟ ਟਰੰਪ ਦਾ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਹੀ ਬਿਲੀਵਸ ਯੂਕਰੇਨ ਕੈਨ ਵਿਨ ਬੈਕ ਟੈਰੀਟਰੀ ਲੌਸਟ ਟੂ ਰਸ਼ੀਆ ਵਿਦ ਨੈਟੋਜ਼ ਹੈਲਪ, ਕਿ ਨੈਟੋ ਦੀ ਮਦਦ ਨਾਲ ਯੂਕਰੇਨ ਉਹ ਟੈਰੀਟਰੀ ਵਾਪਸ ਲੈ ਸਕਦਾ ਜਿਹੜੀ ਉਹਨੇ ਰਸ਼ੀਆ ਕੋਲ ਗਵਾਈ ਹੈ। ਇਹ ਚੇਂਜ ਹੈ ਕਿਉਂਕਿ ਜਿਹੜੀ ਪਹਿਲਾ ਐਗਰੀਮੈਂਟ ਦਾ ਬੇਸ ਦੇ ਉੱਤੇ ਗੱਲ ਟਰੰਪ ਨੇ ਕੀਤਾ ਸੀ ਵੀ ਜਿਹੜੀ ਟੈਰੀਟਰੀ ਰਸ਼ੀਆ ਨੇ ਖੋਈ ਹੋਈ ਹੈ ਯੂਕਰੇਨ ਦੀ, ਆਲਮੋਸਟ 20% ਟੈਰੀਟਰੀ ਉਹਦੇ ਕੋਲ ਹੀ ਰਹੇਗੀ। ਔਰ ਇਹ ਇਸ ਤੋਂ ਇਹ ਲੱਗਦਾ, ਔਰ ਜ਼ੈਲੈਂਸਕੀ ਨਾਲ ਵੀ 1-to-1 ਮੁਲਾਕਾਤ ਹੋਈ, ਔਰ ਇਹ ਇੱਕ ਵੱਡੀ ਸ਼ਿਫਟ ਹੈ। ਇਸ ਤੋਂ ਜ਼ਾਹਰ ਹੈ, ਔਰ ਉਹਨਾਂ ਨੇ ਕਿਹਾ ਵੀ ਕਿ ਵੀ ਪੁਤਿਨ ਤੋਂ ਮੈਂ ਟੋਟਲੀ ਡਿਸਅਪੁਆਇੰਟ ਹੈ। ਬਾਕੀ ਜਿਹੜੀ UN ਪ੍ਰਤੀ ਡਿਸਲਾਈਕ ਹੈ ਪ੍ਰੈਜ਼ੀਡੈਂਟ ਟਰੰਪ ਦਾ, ਉਹਦੇ ਨਾਲ ਹੀ ਉਹਨਾਂ ਨੇ ਸਪੀਚ ਬਿਗਨ ਕੀਤੀ। ਉਹਨਾਂ ਨੇ ਕਿਹਾ ਵੀ ਮੈਂ ਆ ਰਿਹਾ ਸੀ ਇੱਥੇ ਔਰ ਜਿਹੜਾ ਐਲੀਵੇਟਰ ਹੈ ਉਹ ਅੱਧ 'ਚ ਫਸ ਗਿਆ, ਔਰ ਫਸਟ ਲੇਡੀ ਬੜੀ ਫਿੱਟ ਹੈ, ਉਹ ਡਿੱਗੀ ਨਹੀਂ ਮੂੰਹ ਭਰਨੇ। ਫਿਰ ਉਹਨਾਂ ਨੇ ਕਿਹਾ ਮੈਂ ਵੀ ਵੈਸੇ ਫਿੱਟ ਹੈ, ਸਾਰੇ ਹੱਸ ਪਏ। ਉਹਨਾਂ ਨੇ ਕਿਹਾ ਜੀ ਇਹ UN ਦਾ ਪਹਿਲਾ ਤੋਹਫਾ ਕਿ ਇਹਨਾਂ ਦਾ ਐਲੀਵੇਟਰ ਹੀ ਨਹੀਂ ਚੱਲਦਾ। ਫਿਰ ਕਿਹਾ ਜੀ ਹੁਣ ਮੈਂ ਸਪੀਚ ਕਰਨੀ ਸੀ ਤੇ ਟੈਲੀਪ੍ਰੋਂਪਟਰ ਜਿਹੜਾ ਹੈ ਉਹ ਕੰਮ ਨਹੀਂ ਕਰਦਾ। ਇਹ ਕਹਿੰਦਾ UN ਨੇ ਮੈਨੂੰ ਗਿਫਟਸ ਦਿੱਤੀਆਂ 2 ਐਲੀਵੇਟਰ 'ਚ ਫਸੇ ਤੇ ਟੈਲੀਪ੍ਰੋਂਪਟਰ। ਫਿਰ ਉਹ ਕਰਦੇ ਕਰਦੇ ਉਹਦੇ ਟੈਲੀਪ੍ਰੋਂਪਟਰ ਚੱਲ ਪਿਆ, ਮੈਂ ਵੀ ਲਾਈਵ ਦੇਖ ਰਿਹਾ ਸੀ। ਔਰ 1 ਘੰਟਾ, ਔਰ ਜਿਹੜਾ ਦੇਖਣ ਵਾਲੇ ਪਹਿਲਾਂ ਤਾਂ ਉਹਨੇ ਕਿਹਾ ਵੀ ਨਹੀਂ ਚੱਲਦਾ ਟੈਲੀਪ੍ਰੋਂਪਟਰ, ਚਲੋ ਚੰਗੀ ਗੱਲ ਹੈ, ਅਸੀਂ ਹਾਰਟ ਟੂ ਹਾਰਟ ਗੱਲ ਕਰਾਂਗੇ। ਤਾਂ ਮੈਨੂੰ ਇਹ ਲੱਗਾ, ਮੈਂ ਕਿਹਾ ਵੀ ਜਿਹੜਾ ਰਿਟਨ ਸਕ੍ਰਿਪਟ ਹੁੰਦੀ ਹੈ ਜਿਹੜੀ ਟੈਲੀਪ੍ਰੋਂਪਟਰ ਤੇ ਚੱਲ ਰਹੀ ਹੁੰਦੀ ਉਹ ਤਾਂ ਵੈਲ ਥਾਟ ਆਫ ਹੁੰਦੀ ਹੈ, ਕਿੰਨਿਆਂ ਨੇ ਬਣਾਈ। ਤੇ ਜੇ ਹੁਣ ਟੈਲੀਪ੍ਰੋਂਪਟਰ ਹੀ ਨਹੀਂ ਹੈ ਕਿ ਪ੍ਰੈਜ਼ੀਡੈਂਟ ਟਰੰਪ ਨੇ ਪਤਾ ਨਹੀਂ ਕਹਿਣਾ ਵੀ ਅੱਜ ਤੋਂ UN ਡਿਸਮਿਸ, ਕੋਈ ਪੈਸਾ ਨਹੀਂ, ਪਹਿਲਾਂ ਵੀ ਫੰਡਿੰਗ ਰੋਕੀ ਹੋਈ ਹੈ। ਪਰ ਉਹਨਾਂ ਨੇ ਐਂਟੋਨੀਓ ਗੁਟੇਰਸ ਨਾਲ ਵੀ ਬਾਅਦ 'ਚ ਮੁਲਾਕਾਤ ਕੀਤੀ, ਐਂਟੋਨੀਓ ਨਾਲ ਵੀ ਮੁਲਾਕਾਤ ਕੀਤੀ, ਔਰ ਜਿਹੜੀ ਹੈ ਇਹ ਵੀ ਕਿਹਾ ਕਿ 100% ਸਪੋਰਟ ਹੈ UN ਨੂੰ ਦਿਸ। ਪਰ ਉੱਥੇ UN ਦੇ ਚੰਗੇ ਪਰਚੇ ਉਡਾਏ ਇਹ 2 ਫੇਲਿਅਰਸ ਦੇਣ ਤੋਂ ਬਾਅਦ। ਉਹਨਾਂ ਨੇ ਕਿਹਾ ਵੀ ਜਿਹੜਾ ਕੰਮ UN ਨੂੰ ਕਰਨਾ ਚਾਹੀਦਾ ਸੀ ਜੰਗਬੰਦੀਆਂ ਦਾ, ਦੂਜਾ ਉਹ ਤਾਂ ਮੈਂ ਕਰ ਰਿਹਾ। ਮੈਂ 7 ਜੰਗਾਂ ਰੁਕਵਾਈਆਂ ਨੇ ਔਰ ਇਹਨਾਂ ਨੇ ਕਿਸੇ ਨੇ ਮੇਰੀ ਬਾਤ ਵੀ ਨਹੀਂ ਪੁੱਛੀ ਹੈ। ਉਹਨਾਂ ਕਿਹਾ ਮੈਂ ਤਾਂ ਕੱਲੇ ਕੰਮ ਲਈ ਨੋਬਲ ਪ੍ਰਾਈਜ਼ ਡਿਜ਼ਰਵ ਕਰਦਾ ਔਰ ਇਹ 7 ਜੰਗਾਂ ਰੁਕਵਾਈਆਂ। ਫਿਰ ਇਹਨਾਂ 7 ਜੰਗਾਂ ਦਾ ਉਹਨਾਂ ਨੇ ਡਿਟੇਲ ਦੇ ਵਿੱਚ ਜ਼ਿਕਰ ਵੀ ਕੀਤਾ ਕਿ ਵੀ ਕੰਬੋਡੀਆ ਔਰ ਥਾਈਲੈਂਡ ਦੇ ਵਿਚਕਾਰ, ਕੋਸੋਵੋ ਤੇ ਸਰਬੀਆ ਦੇ ਵਿਚਕਾਰ, ਕੋਂਗੋ ਤੇ ਰਵਾਂਡਾ ਦੇ ਵਿਚਕਾਰ, ਪਾਕਿਸਤਾਨ ਤੇ ਇੰਡੀਆ ਦੇ ਵਿਚਕਾਰ, ਇਜ਼ਰਾਈਲ ਤੇ ਈਰਾਨ ਦੇ ਵਿਚਕਾਰ, ਇਜਿਪਟ ਤੇ ਇਥੋਪੀਆ ਦੇ ਵਿਚਕਾਰ ਤੇ ਅਰਮੀਨੀਆ ਤੇ ਅਜ਼ਰਬਾਈਜਾਨ ਦੇ ਕਿ ਇਹ 7 ਜੰਗਾਂ ਰੁਕਵਾਈਆਂ। ਹੁਣ ਇਹਦੇ 'ਚ ਜਿਹੜਾ ਜਿਹਨੂੰ ਕਹਿੰਦਾ ਵੀ ਇੰਡੀਆ ਦਾ ਨੱਕ ਫੜ ਕੇ ਰਗੜਨਾ, ਇੰਡੀਆ ਪਾਕਿਸਤਾਨ, ਉਹਨਾਂ ਨੇ ਕਿਹਾ ਜੀ ਕਿ ਮੈਂ ਰੁਕਵਾਈਆਂ ਜੰਗਬੰਦੀ। ਹੁਣ ਇਹ ਅਗੇਨ
ਇਹਨਾਂ ਨੂੰ ਹੁਣ ਇਸ ਦੇ ਉੱਤੇ ਉਹਨਾਂ ਨੂੰ ਸੱਪ ਸੁੰਘਿਆ ਹੋਇਆ। ਹੁਣ ਕਹੋ ਜਾ ਕੇ ਨਰਿੰਦਰ ਮੋਦੀ ਜਾਂ ਦੂਜਾ ਡੇਅਰ ਕਰੇ ਕਹਿਣਾ ਵੀ ਟਰੰਪ ਇਜ਼ ਲਾਈਂਗ, ਅਸੀਂ ਪਾਕਿਸਤਾਨ ਦੀਆਂ ਚੀਕਾਂ ਕਢਵਾਤੀਆਂ ਤੇ ਪਾਕਿਸਤਾਨ ਨੇ ਫਿਰ ਤਰਲੇ ਕੀਤੇ ਤੇ ਦੂਸਰਾ। ਸੋ ਸੈਕੰਡ ਪਾਰਟ ਜਿਹੜਾ ਇਸ ਸਪੀਚ ਦੀ ਘੰਟੇ ਦੀ ਇੰਡੀਆ ਪ੍ਰਤੀ ਜਿਹੜਾ ਕਲੀਅਰਲੀ ਉਹਨਾਂ ਨੇ ਅਗੇਨ ਜਿੱਥੇ ਯੂਕਰੇਨ ਵਾਰ ਲਈ ਇੰਡੀਆ ਨੂੰ ਜ਼ਿੰਮੇਵਾਰ ਦੱਸਿਆ, ਉਹਦੇ ਲਈ ਚਾਈਨਾ ਇੰਡੀਆ ਦੋਨਾਂ ਦਾ ਜ਼ਿਕਰ ਕੀਤਾ। ਉਹਨੇ ਕਿਹਾ ਐਗਜ਼ੈਕਟ ਲਫ਼ਜ਼ ਨੇ ਪ੍ਰੈਜ਼ੀਡੈਂਟ ਟਰੰਪ ਦੇ ਕਿ ਚਾਈਨਾ ਐਂਡ ਇੰਡੀਆ ਆਰ ਪ੍ਰਾਇਮਰੀ ਫੰਡਰਸ ਆਫ ਵਾਰ ਬਾਈ ਕੰਟੀਨਿਊਇੰਗ ਟੂ ਪਰਚੇਜ਼ ਰਸ਼ੀਅਨ ਆਇਲ, ਕਿ ਚੀਨ ਤੇ ਭਾਰਤ ਇਹੀ ਯੂਕਰੇਨ ਵਾਰ ਨੂੰ ਫੰਡ ਕਰਵਾ ਰਹੇ ਨੇ ਕਿਉਂਕਿ ਇਹ ਰੂਸ ਦਾ ਤੇਲ ਲਗਾਤਾਰਤਾ ਨਾਲ ਖਰੀਦ ਰਹੇ ਨੇ। ਔਰ ਇਹ ਉਹਨਾਂ ਨੇ ਨਾਲ ਦੀ ਨਾਲ ਨੈਟੋ ਨੂੰ ਵੀ ਰਗੜਾ ਦਿੱਤਾ ਕਿ ਵੀ ਤੁਸੀਂ ਵੀ ਰਸ਼ੀਅਨ ਐਨਰਜੀ ਔਰ ਰਸ਼ੀਅਨ ਐਨਰਜੀ ਪ੍ਰੋਡਕਟਸ ਲੈ ਰਹੇ ਹੋ, ਔਰ ਇਹ ਜਦੋਂ ਤੱਕ ਤੁਸੀਂ ਬੰਦ ਨਹੀਂ ਕਰਦੇ ਤੁਸੀਂ ਹੀ ਜਿਹੜਾ ਹੈ ਇਸ ਜੰਗ ਨੂੰ ਜਾਰੀ ਕਰ ਰਹੇ ਹੋ। ਸੋ ਅਸੀਂ ਕਿਉਂਕਿ ਸਾਡਾ ਐਸਪੈਕਟ ਤਾਂ ਇਹੀ ਹੁੰਦਾ ਵੀ ਭਾਰਤ ਦੇ ਹਵਾਲੇ ਨਾਲ ਕੀ ਕਿਹਾ, ਸੋ ਦੋਨੋਂ ਹੀ ਚੀਜ਼ਾਂ ਇੰਡੀਆ ਨੂੰ ਅਗੇਨ ਪ੍ਰਾਇਮਰੀ ਫੰਡਰ ਯੂਕਰੇਨ ਦੀ ਵਾਰ ਦੇ ਲਈ, ਔਰ ਇਹਦੇ ਤੇ ਕੋਈ ਜਿਹੜੀ ਹੈ ਉਹ ਕੋਈ ਕੰਸੈਸ਼ਨ ਨਹੀਂ ਹੈ ਇੰਡੀਆ ਨੂੰ, ਔਰ ਨਾਲ ਦੀ ਨਾਲ ਜਿਹੜਾ ਇੰਡੀਆ ਪਾਕਿਸਤਾਨ ਵਾਰ ਨੂੰ ਰੁਕਵਾਉਣਾ ਉਹ ਉਹਨਾਂ ਜਿਹੜਾ ਉਹਨਾਂ ਦੀ ਕੰਟੀਨਿਊਟੀ ਹੈ। ਸੋ ਇਸ ਸਾਰੇ ਦਾ ਹਿੱਸਾ ਹੈ। ਬਾਕੀ ਜਿਹੜਾ ਉਹ ਜ਼ਾਹਰ ਹੈ UN ਉਹਨਾਂ ਨੇ ਰਗੜਾ ਦੇਣਾ ਹੀ ਸੀ, ਪਰ ਮੈਂ ਸਮਝਦਾ ਵੀ ਜਿੰਨਾ ਵਰਸਟ ਐਕਸਪੈਕਟ ਕੀਤਾ ਜਾਂਦਾ ਸੀ ਉਸ ਦੀ ਥਾਂ ਉਹਨਾਂ ਨੇ ਉਹਦੀਆਂ ਖਾਮੀਆਂ ਜਤਾਈਆਂ, ਔਰ ਕਾਫੀ ਹੱਦ ਤੱਕ ਇਹ ਠੀਕ ਹੈ ਕਿ ਵੀ UN ਜਦੋਂ ਅਸੀਂ ਕਹਿੰਦੇ ਹਾਂ ਟੂਥਲੈਸ ਗਟਲੈਸ ਸਪਾਈਨਲੈਸ ਤਾਂ ਹੈ ਤਾਂ ਉਹ ਅਦਰ ਦੈਨ ਉਹਨੇ ਕਿਹਾ ਜੀ ਬੜੇ ਤੁਸੀਂ ਸਟਰੋਂਗ ਮਤੇ ਕਰਦੇ ਹੋ ਬਟ if you don't work and implement them they are the empty words, ਉਹ ਖਾਲੀ ਲਫ਼ਜ਼ ਨੇ। ਸੋ ਅਸੀਂ ਸਮਝਦੇ ਹਾਂ ਕਿ ਵੀ ਹੁਣ ਭਾਰਤ ਦੇ ਜਿਹੜੇ ਚਾਣਕਿਆ ਪੁੱਤਰ ਨੇ ਉਹ ਡਿਪਲੋਮੈਟਿਕ ਐਨਕਲੇਵ ਕੌਟਲਿਆ ਮਾਰਗ ਚਾਣਕਿਆਪੁਰੀ 'ਚ ਬੈਠ ਕੇ ਸਿਰ ਜੋੜ ਕੇ ਬੈਠੇ ਹੋਣਗੇ। ਮੈਂ ਤਾਂ ਕਹਿੰਦਾ ਵੀ ਕੋਈ ਪੰਡਤ ਸੱਦ ਲਓ ਬਨਾਰਸ ਦੇ ਔਰ ਕੁਰੂਕਸ਼ੇਤਰ ਦੇ, ਕੋਈ ਹਵਨ ਹੀ ਕਰਾ ਲਓ। ਤੁਸੀਂ ਤਾਂ ਕਹਿੰਦੇ ਵੀ ਹਰ ਚੀਜ਼ ਦਾ ਮੰਤਰ ਤੁਹਾਡੇ ਰਿਗਵੇਦ 'ਚ ਹੈ, ਹਰ ਚੀਜ਼ ਕੋਈ ਇਹ ਜਿਹੜੀ ਸਾੜ ਸਤੀ ਆਈ ਹੈ ਕੋਈ ਬ੍ਰਾਹਮਣਾਂ ਤੋਂ ਕੋਈ ਮੰਤਰ ਉਚਾਰਨ ਕਰਾ ਲਓ। ਬਥੇਰਾ ਟਰੰਪ ਦੇ ਮੂੰਹ ਨੂੰ ਕੇਕ ਵੀ ਲਾਇਆ, ਤੁਸੀਂ ਉਹਦੀ ਪੂਜਾ ਵੀ ਕੀਤੀ। ਹੁਣ ਕੋਈ ਸਾੜ ਸਤੀ ਭਜਾਣ ਵਾਲੇ ਕੋਈ ਯੱਗ ਯੁੱਗ ਕਰੋ ਤੇ ਟਰੰਪ ਦਾ ਦਿਮਾਗ ਕਹੋਗੇ ਜੇ ਪੁੱਠਾ ਹੋ ਜਾਏ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਦੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਜਸਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨ ਟਰੰਪ ਨੇ ਭਾਰਤ ਨੂੰ ਇੱਕ ਬਹੁਤ ਵੱਡਾ ਝਟਕਾ ਦਿੰਦਿਆਂ H1B ਵੀਜ਼ਾ ਜਿਹੜਾ ਅਪਲਾਈ ਕਰਨ ਤੇ $1 ਲੱਖ ਦੀ ਜਿਹੜੀ ਫੀਸ ਹੈ ਉਹ ਠੋਕ ਦਿੱਤੀ ਹੈ, ਔਰ ਇਸ ਨਾਲ ਭਾਰਤ ਦੀ ਆਰਥਿਕਤਾ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ।
ਔਰ ਯਾਦ ਰਹੇ ਅਮਰੀਕਾ ਨੂੰ ਦਿੱਤੇ ਜਾਣ ਵਾਲੇ H1B ਵੀਜ਼ਾ ਵਿੱਚ 72% ਜਿਹੜੇ ਨੇ ਵੀਜ਼ੇ ਨੇ ਭਾਰਤੀਆਂ ਨੂੰ ਮਿਲਦੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਨਾਲ ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਤੋਂ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਵੀਕਐਂਡ ਤੇ ਟਰੈਵਲ ਕਰ ਰਹੇ ਸੀ ਔਰ ਆਲਮੋਸਟ ਫਰਾਈਡੇ ਜਿਹੜਾ ਅਸੀਂ ਗਏ, ਔਰ ਜਿਹੜੀ ਮੇਨ ਖਬਰ ਜਿਸ ਨੇ ਇਹੀ ਨਹੀਂ ਕਿ ਭਾਰਤ ਦੇ IT ਸੈਕਟਰ ਵਾਲਿਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ, ਇਹਦਾ ਇਮੀਡੀਏਟ ਇੰਪੈਕਟ ਇਹ ਸੀ ਕਿ ਜਿਵੇਂ ਸੈਨ ਫਰਾਂਸਿਸਕੋ ਤੋਂ ਐਮੀਰੇਟਸ ਦੀ ਫਲਾਈਟ ਜਿਹੜੀ ਉੱਡਣ ਵਾਲੀ ਸੀ, ਜਦੋਂ ਕਿ ਉਸ ਤੋਂ ਕੁਛ ਦੇਰ ਪਹਿਲਾਂ ਹੀ H1B ਵੀਜ਼ੇ ਦੇ ਉੱਤੇ $1 ਲੱਖ ਦਾ ਜਿਹੜਾ ਹੈ ਉਹ ਐਪਲੀਕੇਸ਼ਨ ਫੀ, ਔਰ ਉਹ ਪਹਿਲੀ ਅਜੇ ਕਲੈਰੀਫਿਕੇਸ਼ਨ ਨਹੀਂ ਸੀ ਵਾਈਟ ਹਾਊਸ ਤੋਂ ਆਈ, ਇਹਦੇ 'ਚ ਇਹ ਸੀ ਕਿ ਹਰ ਸਾਲ ਵੀ $1 ਲੱਖ ਦੇਣਾ ਪਏਗਾ। ਔਰ ਇਸ ਸਾਰੇ ਦਾ ਨਤੀਜਾ ਸੀ ਕਿ ਜਿਹੜੇ ਕੁਛ ਇੰਡੀਅਨ ਆਪਣੀ ਫੈਮਲੀਜ਼ ਨਾਲ ਜਹਾਜ਼ 'ਚ ਬੈਠੇ ਸੀ, ਉਹ ਉਹਨਾਂ ਨੇ ਜਹਾਜ਼ 'ਚ ਉੱਠਣਾ ਸ਼ੁਰੂ ਕਰਤਾ। ਹਾਲਾਂ ਉਹਨਾਂ ਦਾ ਲਗੇਜ ਵਗੈਰਾ ਚੈੱਕ ਹੋਇਆ ਸੀ, ਅੰਦਰ ਅਫੜਾ ਦਫੜੀ ਮਚ ਗਈ ਕਿ ਜੀ ਅਸੀਂ ਤਾਂ ਉਹਨਾਂ ਨੂੰ ਲੱਗਾ ਵੀ ਅਸੀਂ ਜੇ ਵਾਪਸ ਗਏ ਤੇ ਅਮਰੀਕਾ ਆ ਹੀ ਨਹੀਂ ਸਕਣਾ, ਉਹ ਸਾਰੇ ਲਾਗੂ ਹੋ ਜਾਣੀਆਂ ਨੇ, ਪਤਾ ਨਹੀਂ ਹੋਰ ਕੀ ਹੋਣਾ। ਸੋ ਪਹਿਲਾਂ ਇੱਕ ਫੈਮਿਲੀ ਉੱਠੀ, ਫਿਰ 2 ਉੱਠੀ, ਫਿਰ ਪਾਇਲਟ ਨੇ ਅਨਾਉਂਸ ਕੀਤਾ ਕਿ ਵੀ ਕੋਈ ਗੱਲ ਨਹੀਂ, ਅਸੀਂ ਉਹ ਵੀ ਕਹਿਣ ਸਾਡਾ ਲਗੇਜ ਮੰਗਵਾਓ। ਸੋ ਉਹ ਫਲਾਈਟ 3 ਘੰਟੇ ਲੇਟ ਹੋਈ ਔਰ ਅੱਧੀ ਖਾਲੀ ਹੋ ਗਈ, ਕਿਉਂਕਿ ਉਹ ਸਾਰੇ ਜਾਣ ਵਾਲੇ ਉਹੀ IT ਸੈਕਟਰ ਵਾਲੇ ਜਾਂ ਦੂਜੇ ਖੌਫਜ਼ਦਾ ਹੋਏ ਵੀ ਕੀ ਹੈ। ਔਰ ਉਹ ਜਿਹੜਾ ਭਾਰਤ ਦੀ ਇਕੋਨਮੀ ਨੂੰ ਕ੍ਰਿਪਲ ਕਰ ਦੇਣ ਵਾਲਾ ਸਟੈਪ ਹੈ, ਉਹ ਜਿਹੜਾ ਲਾਗੂ ਉਹਨਾਂ ਨੇ ਕੀਤਾ। ਉਹਨਾਂ ਨੇ ਐਗਜ਼ੈਕਟਿਵ ਆਰਡਰ ਪ੍ਰੈਜ਼ੀਡੈਂਟ ਟਰੰਪ ਨੇ ਸਾਈਨ ਕੀਤਾ ਕਿ ਭਾਈ H1B ਵੀਜ਼ੇ, ਹੁਣ H1 ਅੱਡ ਕੈਟਾਗਰੀਜ਼ ਨੇ ਵੀਜ਼ਿਆਂ ਦੀ। H1B ਦੇ ਵਿੱਚ ਬਹੁਤ ਸਾਰੇ ਜਿਹੜੇ ਨੇ ਉਹ ਜਿਹੜੇ ਟੈਕਨੀਕਲ ਹੈਂਡ ਨੇ, ਜਿਹੜੇ IT ਸੈਕਟਰ ਵਾਲੇ ਮੋਸਟਲੀ, ਔਰ ਕਿਉਂਕਿ ਉੱਥੇ ਉਸ ਕਿਸਮ ਦੇ ਉਹਨਾਂ ਨੇ ਇੰਸਟੀਚਿਊਟ, ਹਾਲਾਂ ਨਹਿਰੂ ਦੇ ਜ਼ਮਾਨੇ 'ਚ IIT ਖੁੱਲ੍ਹਿਆ, ਬਾਅਦ ਦੇ ਵਿੱਚ ਇਹਨਾਂ ਨੇ ਕਰਨਾਟਕਾ ਤੇ ਦੂਸਰੀਆਂ ਸਟੇਟਾਂ ਦੇ ਵਿੱਚ 6-6 ਮਹੀਨੇ ਦੇ ਪ੍ਰੋਗਰਾਮਾਂ ਵਾਲੇ ਜਿਹੜੇ ਨੇ ਉਹ ਤਿਆਰ ਕਰ ਲਏ। ਤੇ ਇੱਥੇ ਸਿਲੀਕਨ ਵੈਲੀ ਦੇ ਵਿੱਚ ਬਹੁਤਾ ਇਹਨਾਂ ਦਾ ਹੀ ਹੋਲਡ ਸੀ, ਔਰ ਉਹਦਾ ਮਿਸਯੂਜ਼ ਕਰਕੇ ਉਹਨਾਂ ਨੂੰ ਲੱਖਾਂ ਡਾਲਰ ਜਿਹੜਾ ਵਿੱਚ ਹੀ ਪਲੇਸਮੈਂਟ ਏਜੰਸੀਜ਼ ਰਖਵਾ ਲਈਆਂ, ਪੈਸੇ ਇੱਧਰੋਂ ਵੀ ਬਣਾ ਰਹੇ ਸੀ, ਜਿਨ੍ਹਾਂ ਨੂੰ ਅਪਰੂਵ ਕਰ ਰਹੇ ਸੀ ਉਹਨਾਂ ਨੂੰ ਵੀ, ਔਰ ਧੜ ਇਮੀਗ੍ਰੇਸ਼ਨ ਵਾਲਿਆਂ ਨੂੰ ਸੀ ਕਿ ਵੀ ਹਰ ਇੰਡੀਅਨ ਜਿਹੜਾ ਇੰਜੀਨੀਅਰ ਜਾਂ ਦੂਜਾ ਉਹ IT ਦਾ ਇੰਜੀਨੀਅਰ ਹੀ ਹੈ, ਧੜ ਵੀਜ਼ੇ ਵੀ ਇਹਨਾਂ ਨੂੰ ਮਿਲੇ। ਔਰ ਇਹਦਾ ਹੀ ਰੀਜ਼ਨ ਹੈ ਕਿ ਵੀ ਅਮਰੀਕਾ ਕੈਨੇਡਾ 'ਚ ਜਿਹੜੀ ਸਾਡੀ ਗਿਣਤੀ ਹੈ 1 ਮਿਲੀਅਨ ਦੇ ਕਰੀਬ ਕੈਨੇਡਾ ਔਰ 1 ਮਿਲੀਅਨ ਦੇ ਕਰੀਬ ਅਮਰੀਕਾ 'ਚ, 125 ਸਾਲ ਲੱਗਾ ਸਾਨੂੰ ਆਪਣੀ ਇਸ ਆਬਾਦੀ ਤੱਕ ਪਹੁੰਚਦੇ ਆ। ਤੇ ਇਹਨਾਂ ਨੇ 10-15 ਸਾਲ ਦੇ ਵਿੱਚ ਅੱਜ ਕੈਨੇਡਾ 'ਚ ਵੀ ਜਿਹੜੇ ਹਿੰਦੂ ਨੇ ਉਹ ਜ਼ਿਆਦਾ ਨੇ ਸਿੱਖਾਂ ਨਾਲੋਂ, ਅਮਰੀਕਾ 'ਚ ਤਾਂ 2 ਗੁਣਾ 3 ਗੁਣਾ ਨੇ, ਕਿਉਂਕਿ ਇਸ IT ਸੈਕਟਰ ਦੇ ਥੱਲੇ ਧੜਾ ਟੱਬਰਾਂ ਦੇ ਟੱਬਰ, ਕਾਲੇ ਪੀਲੇ ਹਰੇ ਕਿਸਮ ਦੇ ਲੋਕ ਜਿਹੜੇ ਨੇ ਉਹ ਤੁਹਾਨੂੰ ਚਾਰੇ ਪਾਸੇ ਨਜ਼ਰ ਆਉਂਦੇ ਨੇ। ਔਰ ਫਿਰ ਉਹਨਾਂ ਨੇ ਅੱਗੋਂ, ਕਿਉਂਕਿ H1B ਤੋਂ ਬਾਅਦ 3 ਸਾਲ ਦਾ H1B ਹੈ, ਫਿਰ ਤੁਹਾਡਾ ਉਹੀ ਕੰਪਨੀ ਅੱਗੋਂ ਗ੍ਰੀਨ ਕਾਰਡ ਮੂਵ ਕਰ ਦਿੰਦੇ ਸੀ, ਵਿਦਨ ਗ੍ਰੀਨ ਕਾਰਡ ਆ ਗਿਆ, ਫਿਰ ਸਿਟੀਜ਼ਨਸ਼ਿਪ, ਫਿਰ ਇੱਥੇ ਨਿਆਣੇ ਜੰਮੇ ਜਾਂਦੇ ਸੀ ਆ ਕੇ, ਉਹ ਬੋਰਨ ਸਿਟੀਜ਼ਨ। ਔਰ H1B ਦੇ ਥੱਲੇ ਘਰ ਵਾਲੀਆਂ ਵੀ ਜਿਹੜੀਆਂ ਨਲਾਇਕ ਕਿਸਮ ਦੀਆਂ ਵੀ ਸੀ, ਉਹਨਾਂ ਨੂੰ ਵੀ ਨਾਲ ਜਿਹੜਾ ਉਹ ਜੌਬ ਦੇ ਉੱਤੇ ਲਵਾਉਣ ਦੀ, ਔਰ ਸਿਲੀਕਨ ਵੈਲੀ ਪੂਰਾ ਮਾਫੀਆ। ਸੋ ਇਹਨਾਂ ਨੇ ਇਵੇਂ ਕੰਟਰੋਲ ਕਰ ਲਿਆ ਕਿ ਅਮਰੀਕਨ ਇਹ ਸਮਝਦੇ ਸੀ ਵੀ ਅਸੀਂ ਹਾਲਾਂ ਇਹ ਆਊਟਸੋਰਸਿੰਗ ਹੈ, 3rd ਕਲਾਸ ਕੰਮ ਹੈ, ਕਲਰਕ ਨੇ IT ਸੈਕਟਰ, ਉਵੇਂ ਹੀ ਜਿਵੇਂ ਬ੍ਰਿਟਿਸ਼ਰ ਉਹਨੇ ਲਾਰਡ ਕਰਜ਼ਨ ਨੇ ਜਿਹੜੀ ਐਜੂਕੇਸ਼ਨ ਪਾਲਿਸੀ ਬਣਾਈ ਸੀ ਕਿ ਗੁੱਡ ਕਲਰਕਸ, ਔਰ ਅਸੀਂ ਵੀ ਜਦੋਂ ਪੜ੍ਹਦੇ ਰਹੇ ਹਾਂ ਸਾਫ਼ ਲਿਖਾਈ ਦੇ 5 ਨੰਬਰ ਹਨ, ਉਹ ਕਲਰਕਾਂ ਵਾਲਾ ਵੀ ਲਿਖਿਆ ਵਧੀਆ ਲਿਖਿਆ ਜਾਏ। ਥਿੰਕਰ ਥੋੜ੍ਹੀ ਕਿਹੜਾ ਇੰਡੀਆ ਨੇ ਜਾਂ ਕਿਹੜੇ ਥਿੰਕਰ ਪੈਦਾ ਕੀਤੇ ਨੇ ਜਾਂ ਕਿਹੜੇ ਜਿਹੜੇ ਨੇ ਉਹ ਵੱਡੇ ਉਹਨਾਂ ਨੇ ਕੋਈ ਇਨੋਵੇਸ਼ਨਸ ਕੱਢੀਆਂ। ਇਹੀ ਹਾਲ IT ਹੈ। IT ਜਿਨ੍ਹਾਂ ਨੇ ਕੀ ਬਣਾਇਆ? ਕੁਛ ਵੀ ਨਹੀਂ ਹੈ। ਸਿਰਫ ਇਹ ਹੈ ਵੀ ਇਹ ਕਲਰਕ ਸੀਗੇ ਨਵੇਂ IT ਸੈਕਟਰ ਦੇ, ਔਰ ਅਮਰੀਕਨਾਂ ਨੂੰ ਜਾਂ ਦੂਸਰਿਆਂ ਨੂੰ ਕਿਉਂਕਿ ਥੋੜ੍ਹੇ ਪਛੜ ਗਏ ਇਹਨਾਂ ਨਾਲੋਂ, ਤੇ ਇਹਨਾਂ ਨੇ ਤਾਂ ਇੱਥੇ ਇਵੇਂ ਕੰਟਰੋਲ ਕਰਕੇ ਸਮਝ ਲਿਆ ਵੀ ਜਿਵੇਂ ਭੂਆ ਦੇ ਘਰ ਆਏ ਹੁੰਦੇ ਨੇ, ਔਰ ਜਿਹਨੂੰ ਮਰਜ਼ੀ ਜੋ ਮਰਜ਼ੀ ਦੇ। ਔਰ ਡਿਸਕ੍ਰਿਮੀਨੇਸ਼ਨ, ਹੁਣ ਤੁਸੀਂ ਦੇਖੋ ਵੀ ਕਾਸਟ ਬੇਸਡ ਡਿਸਕ੍ਰਿਮੀਨੇਸ਼ਨ ਦੇ ਕੇਸ ਕੈਲੀਫੋਰਨੀਆ 'ਚੋਂ ਅਮਰੀਕਨ ਅਦਾਲਤ ਦੇ ਵਿੱਚ ਗਏ ਕਿ ਭਾਈ ਇਹ ਜਿਹੜੇ ਦਲਿਤ ਜਾਂ ਦੂਜੇ ਨੇ ਉਹਨਾਂ ਨੂੰ ਨੇੜੇ ਨਹੀਂ ਲੱਗਣ ਦਿੰਦੇ। ਸਿੱਖ ਮੁਸਲਮਾਨ ਤਾਂ ਵੈਸੇ ਹੀ ਸਾਨੂੰ ਤਾਂ ਉਹ ਵੈਸੇ ਹੀ ਇਹਨਾਂ ਦੇ ਨਾਲ ਇਸ ਫੀਲਡ 'ਚ ਕੀ ਜਾਣਾ ਸੀ। ਕੋਈ ਵਿਰਲੇ ਟਾਵੇਂ ਤੁਹਾਨੂੰ ਇੱਕ ਅੱਧਾ ਸਿੱਖ ਜਿਹੜਾ ਕੋਈ ਬੰਗਲੌਰ ਪੜ੍ਹਿਆ ਹੈ ਜਾਂ ਕੋਈ ਦਿੱਲੀੋਂ ਆਇਆ, ਅਦਰਵਾਈਜ਼ ਇਹਨੂੰ ਇਹੀ ਡੋਮੀਨੇਟ ਕਰਦੇ ਸੀ। ਔਰ ਟਰੰਪ ਦਾ ਇਹ ਜਿਹੜਾ ਜਿਸ ਨੂੰ ਤੁਸੀਂ ਕਹੋ ਕਿ ਵੀ ਇਹਨਾਂ ਦਾ ਆਪਣੀ ਜ਼ੁਬਾਨ 'ਚ ਕਹਿਣਾ ਹੋ ਕਿ ਰਾਮ ਬਾਣ ਹੈ,
ਛੱਡਿਆ ਕਿ ਵੀ ਇਕੱਲਾ ਇਹ ਨਹੀਂ ਕਿ ਵੀ ਅੱਗੋਂ ਲਈ ਦਰਵਾਜ਼ੇ ਬੰਦ, 72% ਵੀਜ਼ੇ H1B ਕੈਟਾਗਰੀ 'ਚ 100 ਦੁਨੀਆ ਦੇ 93 ਮੁਲਕਾਂ 'ਚੋਂ 193 72% ਇਹਨਾਂ ਕੋਲ 2/3। ਔਰ ਇਹ ਜਿਹੜਾ ਮੇਕ ਅਮਰੀਕਾ ਗ੍ਰੇਟ ਅਗੇਨ ਵਾਲੇ ਔਰ ਜਿਨ੍ਹਾਂ ਦੇ ਵਿੱਚ ਚਾਰਲੀ ਕਰਕਸ ਜਿਸ ਦਾ ਮਰਡਰ ਹੋਇਆ, ਇਹਨਾਂ ਸਾਰਿਆਂ ਨੇ ਪੂਰਾ ਕੰਪੇਨ ਸ਼ੁਰੂ ਕੀਤਾ ਹੋਇਆ ਸੀ। ਔਰ ਪ੍ਰੈਜ਼ੀਡੈਂਟ ਟਰੰਪ ਇਸ ਗੱਲ ਨੂੰ ਸਮਝਦਾ ਸੀ ਕਿ ਵੀ ਜਦੋਂ ਤੱਕ ਇਹ ਬੈਠੇ ਨੇ 5-5 ਫੁੱਟੇ ਕੱਦ ਵਾਲੇ ਔਰ ਸੜੀਆਂ ਜਿਹੀਆਂ ਸ਼ਕਲਾਂ ਲੈ ਕੇ ਤੇ ਬੇਈਮਾਨ ਔਰ ਸਕੈਂਡਲ ਸਕੈਮ ਇੱਥੇ ਵੀ ਉੱਥੇ ਵੀ ਬੇਈਮਾਨ, ਔਰ ਉਹ ਕਲੱਬਾਂ 'ਚ ਵੀ ਜਿਹੜਾ ਉਹ ਵੀ ਸ਼ੇਪ ਚੱਪਲ ਪਾ ਕੇ ਤੁਰ ਜਾਂਦੇ ਨੇ, $2-2 ਲੱਖ ਪਾਕਟ 'ਚ ਪਾ ਰਹੇ ਨੇ ਤੇ ਆਪਣੇ ਜਿਹੜੇ ਨੇ ਘਰ ਬਣਾ ਰਹੇ ਨੇ, ਲੇਕਿਨ ਕੋਈ ਤਹਿਜ਼ੀਬੀ ਜਾਂ ਦੂਜੀ ਕੋਈ ਦੇਣ ਨਹੀਂ ਅਮਰੀਕਨ ਸਿਸਟਮ ਨੂੰ। ਸੋ ਇਹਨਾਂ ਨੂੰ ਜਿਹੜਾ ਉਹ ਟਾਰਗੇਟ ਕਰਨਾ ਹੀ ਕਰਨਾ ਸੀ। ਔਰ ਇਹ ਪਹਿਲਾਂ ਹੀ, ਕਿਉਂਕਿ ਕੈਂਪੇਨ ਵੇਲੇ ਵੀ ਨੌਕਰੀਆਂ ਦਾ ਜ਼ਿਕਰ ਸੀ ਕਿ ਵੀ ਮੇਕ ਅਮਰੀਕਾ ਗ੍ਰੇਟ ਅਗੇਨ, ਜੇ ਫੈਕਟਰੀਆਂ 'ਚ ਕੰਮ ਕਰਨ ਵਾਲੇ ਅਮਰੀਕੀ ਹੋਣੇ ਚਾਹੀਦੇ ਨੇ ਤੇ ਆ ਜਿਹੜੇ ਲੱਖਾਂ ਡਾਲਰ ਜਿਨ੍ਹਾਂ ਨੂੰ ਦੇ ਕੇ ਇੱਥੇ ਸੱਦਿਆ ਜਾਂਦਾ ਤੇ ਫਿਰ ਅਮਰੀਕਨ ਬਣਾਇਆ ਜਾਂਦਾ, ਇਹ ਅਨਐਕਸੈਪਟੇਬਲ ਹੈ। ਸੋ ਪਹਿਲਾਂ ਜਦੋਂ ਝਟਕਾ ਦਿੱਤਾ ਟਰੰਪ ਨੇ, ਉਦੋਂ ਤਾਂ ਇੱਕਦਮ ਬਹੁਤਿਆਂ ਨੂੰ ਪਤਾ ਵੀ ਨਹੀਂ ਲੱਗਾ ਕੀ ਹੈ। ਬਾਅਦ ਦੇ ਵਿੱਚ ਵਾਈਟ ਹਾਊਸ ਨੇ ਕਲੈਰਿਟੀ ਦਿੱਤੀ ਵੀ ਜਿਹੜੇ ਆਲਰੇਡੀ H1B ਦੇ ਉੱਤੇ ਨੇ ਉਹਨਾਂ ਤੋਂ ਇਹ ਫੀਸ ਨਹੀਂ ਲਈ ਜਾਏਗੀ, ਔਰ ਜਿਹੜਾ ਉਹ ਫਰੈਸ਼ $1 ਲੱਖ ਜਿਹੜਾ ਹੋਏਗਾ ਜਿਹੜਾ ਵੀ ਅਪਲਾਈ ਕਰੇਗਾ, ਔਰ ਬਾਕੀਆਂ ਦੇ ਸਟੇਟਸ ਦੇ ਹਾਲ ਦੀ ਘੜੀ ਕੋਈ ਅਜੇ ਕਿਹੜਾ ਪ੍ਰੈਜ਼ੀਡੈਂਟ ਟਰੰਪ ਰੁਕ ਗਿਆ, ਅਗਲਾ ਐਗਜ਼ੈਕਟਿਵ ਆਰਡਰ ਨਹੀਂ ਕਰ ਸਕਦਾ। ਸੋ ਹੋ ਸਕਦਾ ਸਟੈਪ ਬਾਈ ਸਟੈਪ। ਔਰ ਇਸ ਦੇ ਉੱਤੇ ਇਹ ਇਹਨਾਂ ਨੇ ਸਮਝ ਲਿਆ ਇਸ ਗੱਲ ਨੂੰ ਕਿ ਵੀ ਇਹ ਤਾਂ ਸਾਡੀ ਇਕੋਨਮੀ ਨੂੰ, ਕਿਉਂਕਿ ਆਲਮੋਸਟ ਫਿਗਰ ਥੋੜ੍ਹੀਆਂ ਬਹੁਤ ਵੇਰੀ ਕਰਦੀਆਂ ਨੇ, ਲੇਕਿਨ $200 ਬਿਲੀਅਨ ਤੋਂ ਜ਼ਿਆਦਾ ਜਿਹੜੀ ਇੰਡੀਅਨ ਇਕੋਨਮੀ ਦੇ ਵਿੱਚ ਇਨਪੁੱਟ ਹੈ ਉਹ IT ਸੈਕਟਰ ਵਾਲਿਆਂ ਦੀ ਇਸ ਮਨੀ ਦੀ। ਬਾਕੀ ਤਾਂ ਆਲਰੇਡੀ 50% ਟੈਰਿਫ ਲਾਇਆ ਹੀ ਹੈ ਇਹਨਾਂ ਦੀ। ਜਿਹੜੀ ਟੈਕਸਟਾਈਲ ਇੰਡਸਟਰੀ ਉੱਡ ਗਈ, ਡਾਇਮੰਡ ਇੰਡਸਟਰੀ ਉੱਡ ਗਈ, ਫਾਰਮਾ ਅਜੇ ਬਚਾਈ ਹੋਈ ਹੈ, ਲੇਕਿਨ ਆਉਣ ਵਾਲੇ ਪੀਰੀਅਡ 'ਚ ਉਸ ਦੇ ਉੱਤੇ ਵੀ ਜਦੋਂ ਜੇ ਸੱਚਮੁੱਚ ਇੱਥੇ ਲੈਬੋਰਟਰੀਆਂ ਨੇ ਟੈਸਟ ਕੀਤਾ ਵੀ ਕੀ ਨਿਕਲਿਆ, ਅੱਧਾ ਜਿਹੜਾ ਉਹ ਚਾਕ ਪਾਊਡਰ ਨਿਕਲਣਾ ਇਹਨਾਂ ਦੇ। ਮੈਂ ਤਾਂ ਜਦੋਂ ਦਾ ਦੇਖਦਾ ਵੀ ਇੰਨੀ ਵੱਡੀ ਗਿਣਤੀ 'ਚ, ਮੈਨੂੰ ਤਾਂ ਉਹ ਜਿਹੜਾ ਮੈਂ ਹੁਣ ਜਿਹੜੇ ਜੈਨਰਿਕ ਖਾਂਦੇ ਵੀ ਨੇ ਵਿਚਾਰੇ ਸਸਤੀ ਹੈ, ਮੈਂ ਕਿਹਾ ਇਹਦੇ ਕੋਲੋਂ ਚਾਕ ਮਿੱਟੀ ਖਾ ਲਓ ਵੀ ਇਹ ਸਭ ਇਹਨਾਂ ਦਾ ਕੰਮ ਬਨੌਟੀ ਹੈ। ਔਰ ਮੈਨੂੰ ਲੱਗਦਾ ਵੀ ਜਿਵੇਂ ਹੁਣ ਪ੍ਰੈਜ਼ੀਡੈਂਟ ਟਰੰਪ ਟਾਈਲਾਨੋਲ ਦੇ ਪਿੱਛੇ ਪਿਆ ਹੈ ਕਿ ਵੀ ਜਿਹੜੀ ਕੁਛ ਰਿਸਰਚਸ ਨੇ ਕਿ ਪ੍ਰੈਗਨੈਂਟ ਵਿਮਨ ਜੇ ਟਾਈਲਾਨੋਲ ਇਸਤੇਮਾਲ ਕਰਦੀਆਂ ਤੇ ਉਸ ਦਾ ਨਤੀਜਾ ਜਿਹੜੇ ਬੱਚੇ ਨੇ ਉਹ ਵਿਦ ਦਾ ਲੈਸ IQ ਜਿਹਨਾਂ ਨੂੰ ਜਿਹੜਾ ਉਹ ਕਿਹਾ ਜਾਂਦਾ, ਉਹ ਜਿਹੜੇ ਬੱਚੇ ਕ੍ਰਿਪਲ ਹੁੰਦੇ ਨੇ ਆਪਣੀ ਮੈਂਟਲ ਫੈਕਲਟੀ ਦੇ ਲਿਹਾਜ਼ ਨਾਲ, ਆਟਿਜ਼ਮ ਉਹਦੇ ਲਈ ਲਫ਼ਜ਼ ਹੁੰਦਾ, ਉਹ ਨੇ। ਸੋ ਇਹਦੇ ਤੇ ਬੜੀ ਡਿਬੇਟ ਸ਼ੁਰੂ ਹੋਈ ਹੈ। ਟਾਈਲਾਨੋਲ ਦੀ ਸੇਲ ਵੀ ਘਟ ਜਾਣੀ ਹੈ, ਨਹੀਂ ਤਾਂ ਹਰ ਕੋਈ ਫੱਕਾ ਮਾਰਦਾ ਟਾਈਲਾਨੋਲ ਦਾ। ਸੋ ਮੈਨੂੰ ਲੱਗਦਾ ਵੀ ਅਜੇ ਟਾਈਲਾਨੋਲ ਵਰਕ ਨਹੀਂ ਕਰਦੀ ਹੁਣ, ਪਹਿਲਾਂ ਕੰਮ ਕਰਦੀ ਹੁਣ ਕਰਦੀ, ਜਿੰਨੀ ਮਰਜ਼ੀ ਖਾਈ ਜਾਓ। ਹੁਣ ਟਰੰਪ ਕੰਮ ਕਰਾਏਗਾ ਇਹਦਾ, ਬਾਹਰ ਕੰਮ ਕਰੇਗੀ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਅਜੇ ਉਹ ਸੈਕਟਰ ਹੀ ਬਚਿਆ, ਪਰ IT ਸੈਕਟਰ ਜਿਹੜੀ ਇਹਨਾਂ ਦੀ ਸ਼ਾਹ ਰਗ ਹੈ ਇੰਡੀਆ ਦੀ ਇਕੋਨਮੀ ਦੀ। ਔਰ ਸਾਡੇ ਇੱਕ ਯੰਗ ਸਿੰਘ ਨੇ ਕਾਫੀ ਰਿਸਰਚ ਕਰਕੇ ਮੈਨੂੰ ਭੇਜਿਆ, ਮੈਂ ਘੜੀ ਵੱਲ ਦੇਖ ਰਿਹਾ, ਮੈਂ ਡਿਸਕਸ ਤਾਂ ਨਹੀਂ ਕਰ ਸਕਦਾ ਡਿਟੇਲ, ਪਰ ਉਹਨਾਂ ਨੇ ਕਿਹਾ ਕਿ ਪ੍ਰੈਜ਼ੀਡੈਂਟ ਟਰੰਪਸ $100,000 ਸ਼ੌਕ, ਹਾਊ H1B ਪਾਲਿਸੀ ਵਿਲ ਕ੍ਰਿਪਲ ਇੰਡੀਆਜ਼ ਇਕੋਨਮੀ, ਕਿ ਵੀ ਇਹ ਇੰਡੀਆ ਦੀ ਇਕੋਨਮੀ ਨੂੰ ਕਿਵੇਂ ਜਿਹੜਾ ਉਹ ਖੌਰਾ ਹੀ ਨਹੀਂ ਲਾਏਗੀ। ਇਹ ਜਿਵੇਂ ਮੈਂ ਕਿਹਾ ਸ਼ਾਹ ਰਗ ਜੁਗਲਰ ਵੇਨ ਹੁੰਦੀ ਹੈ, ਤੁਸੀਂ ਸ਼ਾਹ ਰਗ ਕੱਟੋ ਫਿਰ ਬਲੀਡ ਟੂ ਡੈਥ ਹੁੰਦਾ। ਫਿਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਇੱਕ ਸ਼ੌਕ ਵੇਵ ਹੈ, ਡਾਇਰੈਕਟ ਹਿੱਟ ਹੈ ਇੰਡੀਆ ਦੀ, ਕਿਉਂਕਿ 70% ਇੰਡੀਆ ਦੇ 72% H1B ਵੀਜ਼ਾ ਅਮਰੀਕਾ ਦੇ ਉਹ ਇੰਡੀਅਨਸ ਨੂੰ ਜਾਂਦੇ ਨੇ। ਇਹ ਜਿਹੜਾ ਇਕਨੋਮਿਕ ਸੈਂਕਸ਼ਨ ਬਾਈ ਅਨਦਰ ਨੇਮ ਸੈਂਕਸ਼ਨ ਹੀ ਲਾਈ ਹੈ, ਔਰ ਇਸ ਦੇ ਨਾਲ ਜਿਹੜਾ ਇੰਡੀਆ ਦਾ ਬਹੁਤ ਬੁਰਾ ਡਿਪਲੋਮੈਟਿਕ ਥੀਏਟਰ 'ਚ ਵੀ ਇਹਨਾਂ ਦਾ ਜੋ ਵੀ ਪ੍ਰਭਾਵ ਸੀ ਉਹ ਉੱਡ ਗਿਆ ਕਿ ਵੀ ਇੱਥੇ ਇਹਨਾਂ ਨੇ ਸੌਫਟ ਪਾਵਰ ਤੇ ਦੂਜੀ ਤੀਜੀ ਬਣਾਈ ਹੋਈ ਸੀ। ਪਰ ਜਦੋਂ ਦਾ ਇਹ ਐਕਸ਼ਨ ਆਇਆ ਇਹਦੇ ਤੇ, ਹੁਣ ਜਿਹੜੀ ਐਗਜ਼ੈਕਟਿਵਸ ਦੀ ਮੀਟਿੰਗ ਸੱਦੀ ਸੀ ਟਰੰਪ ਨੇ, ਉਹਦੇ 'ਚ 5 ਵੱਡੇ ਇੰਡੀਆ ਦੇ ਸੀ, ਪਰ ਇਹ ਖੁਦ ਕਹਿੰਦੇ ਨੇ ਕਿ ਬਈ ਐਲੀਟ ਡਾਇਸਪੋਰਾ ਐਬੰਡੈਂਸ ਇੰਡੀਆ, ਕਿ ਜਿਹੜੇ ਇੱਥੇ ਬੈਠੇ ਹੋਏ ਨੇ ਇੰਡੀਅਨ ਓਰੀਜਨ ਦਾ CEO ਸਤਿਆ ਨਡੈਲਾ, ਜਿਹੜਾ ਗੂਗਲ ਦਾ CEO ਸੁੰਦਰ ਪਿਚਾਰੀ, ਕਿਸੇ ਸਟੇਜ ਤੇ US ਇੰਡੀਆ ਪਾਰਟਨਰਸ਼ਿਪ ਦੇ ਬੜੇ ਲਿੰਚ ਪਿਨ ਮੰਨੇ ਜਾਂਦੇ ਸੀ। ਹੁਣ ਜਦੋਂ ਇੰਡੀਆ ਅੰਡਰ ਪ੍ਰੈਸ਼ਰ ਹੈ
ਦੇ ਐਕੋ ਲॉयल्टी टू अमेरिकाज इंटरेस्ट, कहते भी बदल गए, कहते हमारे रहे ही नहीं, अब अमेरिका के गुण गा रहे हैं। फिर इसी तरह माइक्रोसॉफ्ट CEO सत्या नदेला पहला US इंडिया पार्टनरशिप की गल करता सी, पर जदों दा ट्रंप ने सैंक्शनस लाइया इंडिया ने, वो कुछ नहीं बोलिया, वो यही कह रहा वट एवर यू आर डूइंग वी फुली सपोर्ट यू, कि भाई जो तुसी कर रहे हो असी उसकी हमायत करते हैं। और मैं बाकी डिटेल दे विच नहीं जावांगा, पर इसने इंडिया नूं जिहड़ा है वो बहुत बुरी तरह झटका दिता है, और इसका नतीजा इंडियन एक्सटर्नल अफेयर्स मिनिस्ट्री उन्होंने होर तो हुण कह नहीं सकते क्योंकि अमरीका की इनर पॉलिसी है, पर वो जी स्टेटमेंट इन्हों की एक्सटर्नल अफेयर्स मिनिस्ट्री ने दी कि जी साडी गवर्नमेंट ने रिपोर्ट्स देखियां जिहड़ियां प्रपोज रेस्ट्रिक्शनस ने अमरीका वालों H1B वीज़ा प्रोग्राम ते, इस दी की दूरगामी प्रभाव होणगे उन्होंने असीं अजे स्टडी करने की कोशिश कर रहे हैं कि इंडियन इंडस्ट्री ते इहदा की इंपैक्ट होएगा। और असीं जिहड़ा है ये कहना चाहते हैं कि इंडस्ट्री जिहड़े भारत और अमरीका दोनों दे विच काफ़ी कुछ एट स्टेक है, इनोवेशन क्रिएटिविटी और स्किल्ड टैलेंट मोबिलिटी एंड एक्सचेंजिज हैव कंट्रीब्यूटेड एनॉर्मसली टू टैक्नोलॉजी। वो जिवें गोलमोल जे शब्द हुंदे ने, उन्होंने इस ह्यूमैनिटेरियन, हुण तुसीं इन्हां दा ब्राह्मण माइंड दी शातरपना देखो, इस स्टेटमेंट च शॉक च भी ने, ये भी कह रहे हैं जी असी सांझां दे नाल टैक्नोलॉजी। फिर वो कह रहे हैं दिस मेजर इज़ लाइकली टू हैव ह्यूमैनिटेरियन कॉन्सिक्वेंसिस बाई वे ऑफ द डिसरप्शन काज्ड फॉर फैमिलीज। गवर्नमेंट होप्स दैट दीज डिसरप्शंस कैन बी एड्रेस्ड सूटेबली बाई द US अथॉरिटीज। ਜਦੋਂ ਅਮਰੀਕਾ ਚੋਂ ਸੋ ਕਾਲਡ ਇਲੀਗਲ ਪੰਜਾਬੀਆਂ ਨੂੰ ਚੇਨਜ਼ ਔਰ ਬੇੜੀਆਂ 'ਚ ਪਾ ਕੇ ਅੰਮ੍ਰਿਤਸਰ ਦੇ 에ਅਰਪੋਰਟ 'ਤੇ ਉਹਨਾਂ ਨੇ ਲੈਂਡ ਕਰਵਾਇਆ ਜਹਾਜ਼ ਦੇ ਵਿੱਚ, ਉਦੋਂ ਤਾਂ ਤੁਹਾਨੂੰ ਹਿਊਮੈਨੀਟੇਰੀਅਨ ਕ੍ਰਾਈਸਿਸ ਨਹੀਂ ਨਜ਼ਰ ਆਇਆ ਕਿ ਜੀ ਇਹ ਤਾਂ ਪਰਿਵਾਰ ਸੈਪਰੇਟ ਹੋ ਜਾਣਗੇ, ਇਹ ਕੀ। ਹੁਣ ਜਦੋਂ ਤੁਹਾਡੀ ਸ਼ਾਹ ਰਗ ਨੂੰ ਹੱਥ ਪਿਆ, ਹੁਣ ਇੰਡੀਆ ਦੀ ਫੋਰਨ ਮਿਨਿਸਟਰੀ ਵਿਦਨ 24 ਆਵਰਸ ਇਹ ਕਹਿ ਰਹੇ ਨੇ ਕਿ ਇਹਦੇ ਹਿਊਮੈਨੀਟੇਰੀਅਨ ਕੌਨਸੀਕੁਐਂਸਿਸ ਹੋਣਗੇ क्योंकि फैमिलीज डिसरप्ट हो जाएगियाँ। सरकार ये होप करती है कि भी इन्हां डिसरप्शनस नूं जिहड़ा ह्यूमैनिटेरियन क्राइसिस फैमिलीज दा है उन्होंने अमरीका जिहड़ा वो एड्रैस करे। वाह भी वाह, हुण तुहाडीआं फैमिलीज हुण जिहड़ियां ने वो होईआं, जिवें हुंदा है कि भी बाहर जिहड़ी लगी अग है किसी के घर नूं वो बसंतर लगती है, या बसंत स्प्रिंग, तो जदों अपने लगती है फिर भी ये अग है। हुण जदों रीयल अग लगी है तो हुण इन्हां नूं ह्यूमैनिटेरियन याद आया। सो असीं समझते हैं भी ये प्रेजिडेंट ट्रंप ने बिल्कुल ठीक जिहड़ा वार कीता है शाह रग ते। इत्थों ही इन्हां दी सारी शैतानी, और कल्ला ये नहीं है अजे तां नौकरियां मिलन ना मिलन दा आया, ये सामने आएगा आने वाले पीरीयड जदों होर इन्वेस्टिगेट कीता है कि जे इन्हां दे IT सैक्टर दे हवाले नाल जिहड़े बंदे कतर दे विच इंपलॉई उन्हां दे नेवल ऑफिसर्स कीते जांदे ने, वो मुसाद लई काम करदे सी, और कन्विक्शन हुई 7 दी, एक अजे है उत्थे 6 नूं मोदी छड़ा के लै गया कतर तो। ते इत्थे IT सैक्टर च ये तां सी किन्ने स्कैम ने, वो टुट्टी जाई बुल्लां वाले श बोल के जिहड़ा वो लोकां दे अकाउंट चों पैसे कढा रहे सी, जिहड़े कॉल सेंटर बनाए हुए ने उन्होंने, जां क्योंकि IT सैक्टर राहीं तुहाडी बैंक अकाउंट तक एक्सैस है, तुहाडी क्लासीफाइड इन्फॉर्मेशन तक एक्सैस है। जदों इन्वेस्टिगेशन हुई ये भी सामने आएगा कि इंडियन IT सैक्टर वाले इत्थों दे भेत मोसाद नूं भी बेच रहे होणगे, इजराइल दे नाल भी होएगा। जो काम इन्होंने कतर च कीता, जो काम ईरान च कीता, ईरान दे विच एवें नहीं उन्होंने इंडियन, क्योंकि उन्हां दे साइंटिस्ट तक किवें पहुँच गए जां दूजे, क्योंकि ईरान इंडिया नूं बड़ा दोस्त समझदा सी, वो विच वाड़े हुए सी, उन्होंने मोसाद नूं टिप ऑफ कीता। और इत्थे भी स्कैंडल निकलन गए कि IT सैक्टर दे विच इन्हां ने जिहड़ी बिल्कुल जिहड़ी कॉन्फिडेंशियल इन्फॉर्मेशन है, क्लासीफाइड इन्फॉर्मेशन भी वो भी इन्होंने बेची होएगी, क्योंकि इन्हां दा धर्म पैसा है, और कोई ऐसा मजहब नहीं जिन्हें गॉडेस ऑफ वेल्थ बनाई हुई लक्ष्मी जिहदी पूजा कर, यही ने यही लक्ष्मी। और लक्ष्मी फिर कोई छोटी मोटी नहीं, विष्णु की पत्नी है, ਉਹਦਾ नाम डिफरेंट रखे हुए ने, पर लक्ष्मी जिहड़ी है वो विष्णु की पत्नी है। तो जिहड़े पुजारी माया दे ने वो तो पैसे ਲਈ मां ਵੇਚ ਦਿੰਦੇ ਨੇ, ਉਹਨਾਂ ਨੂੰ ਕੀ ਫਰਕ ਪੈਂਦਾ। ਹੁਣ ਆਈ ਇਹਨਾਂ ਦੇ CEO ਉਹਨਾਂ ਨੇ ਕਿਹਾ ਜੀ ਨਹੀਂ ਨਹੀਂ ਅਸੀਂ ਤਾਂ ਟਰੰਪ ਜਨਾਬ ਦੇ ਨਾਲ ਖੜੇ ਹਾਂ। ਸੋ ਸਾਨੂੰ ਲੱਗਦਾ ਵੀ ਜਨਾਬ ਟਰੰਪ ਠੀਕ ਦਿਸ਼ਾ ਵੱਲ ਜਾ ਰਹੇ ਨੇ।
ਹੁਣ ਇਹੀ ਹੈ ਵੀ ਗਲੀ ਸੜੀ ਸਰਕਾਰ ਕੋ एक एक धक्का और दो जी। डॉक्टर साहब ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੈਂਡ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਾਂਗੇ ਕਿ ਪਾਕਿਸਤਾਨ ਤੋਂ ਖੌਫਜ਼ਦਾ ਭਾਰਤ ਇੱਕ ਪਾਸੇ ਅਖੌਤੀ ਆਪਰੇਸ਼ਨ ਸਿੰਦੂਰ ਵਿੱਚ ਬਾਰ-ਬਾਰ ਆਪਣੀ ਜਿੱਤ ਦੇ ਜਿਹੜੇ ਦਾਅਵੇ ਕਰ ਰਿਹਾ ਹੈ, ਪਰ ਦੂਸਰੇ ਪਾਸੇ ਅਗਲੇ ਟਕਰਾਅ ਵਿੱਚ ਹਾਰ ਤੋਂ ਬਚਣ ਲਈ ਫੌਜੀ ਮਸ਼ਕਾਂ ਵੀ ਕਰ ਰਿਹਾ ਹੈ। ਸੋ ਮੀਡੀਆ ਰਿਪੋਰਟਾਂ ਅਨੁਸਾਰ ਅਕਤੂਬਰ ਮਹੀਨੇ ਵਿੱਚ ਭਾਰਤੀ ਫੌਜ, ਨੇਵੀ ਅਤੇ 에ਅਰ ਫੋਰਸ ਵੱਲੋਂ ਮੱਧ ਪ੍ਰਦੇਸ਼ ਵਿੱਚ ਸਾਂਝੀ ਮੈਗਾ ਡਰੋਨ ਡਰਿਲ ਕੀਤੀ ਜਾਏਗੀ। ਇਸ ਮੈਗਾ ਡਰੋਨ ਡਰਿਲ ਦਾ ਨਾਂ ਕੋਲਡ ਸਟਾਰਟ ਰੱਖਿਆ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਿਸ ਮੁਲਕ ਦੇ ਪ੍ਰਾਈਮ ਮਿਨਿਸਟਰ ਨੇ 11 ਸਾਲ ਕੋਈ ਪ੍ਰੈਸ ਕਾਨਫਰੰਸ ਨਾ ਕੀਤੀ ਹੋਏ, ਮੋਦੀ, ਐਸਾ ਪਹਿਲਾਂ ਇਹ ਨਹੀਂ ਕਿ ਭਾਰਤ, ਮੈਨੂੰ ਨਹੀਂ ਲੱਗਦਾ ਵੀ ਦੁਨੀਆ ਜਿਹੜਾ ਆਪਣੇ ਆਪ ਨੂੰ ਜਮਹੂਰੀਅਤ ਕਹਿੰਦੇ ਹੋਏ, ਇੱਥੇ ਜਿਹੜੇ ਡਿਕਟੇਟਰ ਨੇ, ਪੁਤਿਨ ਹੈ, ਸ਼ੀ ਜਿਨਪਿੰਗ ਹੈ, ਉਹ ਵੀ ਪ੍ਰੈਸ ਦੇ ਸਾਹਮਣੇ ਆਉਂਦੇ ਨੇ। ਔਰ ਪ੍ਰੈਜ਼ੀਡੈਂਟ ਟਰੰਪ, ਭਾਵੇਂ ਉਹਨਾਂ ਦਾ ਇੱਕ ਆਪਣਾ ਅਥੋਰੀਟੇਟਿਵ ਸਟਾਈਲ ਹੈ ਕਰਨ ਦਾ, ਰੋਜ਼ਾਨਾ ਉਹਨਾਂ ਦੀ ਵਾਈਟ ਹਾਊਸ ਦੀ ਜਿਹੜੀ ਸਪੋਕਸਪਰਸਨ ਹੈ, ਸਟੇਟ ਡਿਪਾਰਟਮੈਂਟ ਦੀ ਸਪੋਕਸਪਰਸਨ ਹੈ, ਰੈਗੂਲਰ ਡੇਟ, ਕਈ ਵਾਰੀ 2-2 ਪ੍ਰੈਸ ਕਾਨਫਰੰਸਿਸ ਹੁੰਦੀਆਂ ਨੇ। ਪ੍ਰੈਜ਼ੀਡੈਂਟ ਟਰੰਪ ਖੁਦ ਜਹਾਜ਼ ਤੇ ਚੜ੍ਹਦੇ ਨੇ, ਉਤਰਦੇ ਨੇ, ਉਹਦੇ ਤੇ ਵੀ ਭਾਵੇਂ ਬਰੀਫ ਟਾਈਮ ਹੁੰਦਾ ਉਹਨਾਂ ਦੇ ਜਵਾਬ ਦਿੰਦੇ ਨੇ। ਹੁਣ ਕਿਉਂਕਿ ਜਿਹੜਾ ਇਹਨਾਂ ਦਾ ਅਖੌਤੀ ਆਪਰੇਸ਼ਨ ਸੰਦੂਰ 7, 8, 9, 10 ਮਈ ਨੂੰ ਜਿਹੜਾ ਕਿ ਫਾਲਸ ਫਲੈਗ ਆਪਰੇਸ਼ਨ 22 ਅਪ੍ਰੈਲ ਨੂੰ ਕੀਤਾ, ਉਸ ਤੋਂ ਬਾਅਦ ਖੁਦ ਹੀ ਇਹਨਾਂ ਨੇ ਪੰਗਾ ਲਿਆ। ਪਾਕਿਸਤਾਨ ਨੇ ਚੰਗੀ ਤਰ੍ਹਾਂ ਇਹਨਾਂ ਨੂੰ ਝੰਬਿਆ ਔਰ ਪਾਕਿਸਤਾਨ ਨੇ ਤਾਂ ਹੁਣ ਉਹਨਾਂ ਦੇ ਜਿਹੜੇ 4 ਰਫੇਲ ਸੁੱਟੇ, ਉਹਨਾਂ ਦੇ ਟੇਲ ਨੰਬਰ ਵੀ ਦੇ ਦਿੱਤੇ ਨੇ। ਅੱਗੇ ਦੱਸਿਆ ਨਾ ਜੀ ਸਬੂਤ ਕੀ ਹੈ ਜਾਂ ਕੀ ਹੈ। 7 ਜਹਾਜ਼ ਇਹਨਾਂ ਦੇ ਸੁੱਟੇ ਨੇ, ਦੂਸਰੇ ਇੱਕ ਸ਼ਾਇਦ ਮਿਗ ਹੈ, ਦੂਜੇ 2 ਫਾਈਟਰ ਨੇ, ਪਰ 4 ਰਾਫੇਲ ਜਹਾਜ਼ਾਂ ਦੇ ਟੇਲ ਨੰਬਰ ਦਿੱਤੇ ਨੇ, ਜਿਹੜੀ ਬਿਲਕੁਲ ਆਈਡੈਂਟੀਟੀ ਹੁੰਦੀ ਹੈ, ਔਰ ਉਹਨੂੰ ਅਜੇ ਤੱਕ ਰਿਫਿਊਟ ਨਹੀਂ ਕੀਤਾ ਇਹਨਾਂ ਨੇ। ਹੁਣ ਕਿਉਂਕਿ ਵਿਦਨ ਕੰਟਰੀ ਵੀ ਲੋਕਾਂ ਦੇ ਵਿੱਚ ਜਾਂ ਘੱਟੋ ਘੱਟ ਥੋੜ੍ਹੇ ਜਿਹੇ ਇੰਡੀਪੈਂਡੈਂਟ ਯੂਟਿਊਬਰਸ ਨੇ ਵੀ ਸ਼ੱਕ ਤਾਂ ਪੈਦਾ ਕਰ ਦਿੱਤਾ ਕਿ ਵੀ
ਪਾਕਿਸਤਾਨ ਜਿਹੜਾ ਉਹਦਾ ਇੱਕਦਮ ਇੰਨਾ ਸਟੇਚਰ ਵਧਿਆ ਮਿਲੀਟੈਰਲੀ ਵੀ, ਇਸਲਾਮਿਕ ਮੁਲਕਾਂ 'ਚ ਵੀ। ਉਹ 4 ਰੋਜ਼ਾ ਜੰਗ ਦੇ ਕੁਛ ਹਫ਼ਤੇ ਬਾਅਦ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਜਨਰਲ ਆਸਮ ਮੁਨੀਰ ਉਹਨਾਂ ਨੂੰ ਲੰਚ ਤੇ ਸੱਦਿਆ। ਫਿਰ ਉਹਨਾਂ ਦੇ ਸੈਂਟਰਲ ਕਮਾਂਡ ਦੇ ਜਨਰਲ ਦੀ ਰਿਟਾਇਰਮੈਂਟ ਦੇ ਮੌਕੇ ਆਏ। ਉਧਰੋਂ ਜਿਹੜੀ ਲੇਟੈਸਟ ਪੈਕਟ ਸਾਊਦੀ ਅਰੇਬੀਆ ਦੇ ਨਾਲ ਹੋਇਆ, ਜਿਹਦੇ ਥੱਲੇ ਸਾਊਦੀ ਅਰੇਬੀਆ ਪਾਕਿਸਤਾਨ ਦੇ ਨਿਊਕਲੀਅਰ ਅੰਬਰੈਲਾ ਥੱਲੇ ਆਇਆ, ਔਰ ਓਵਰਆਲ ਪਾਕਿਸਤਾਨ ਦੇ ਨਾਲ ਡੀਲ ਵੀ ਸਟ੍ਰਾਈਕ ਹੋਈ, ਟ੍ਰੇਡ ਡੀਲ ਵੀ, ਔਰ ਮਿਨਰਲ ਰਿਚ ਜਿਹੜੇ ਰੇਅਰ ਅਰਥ ਜਿਹੜੇ ਮਟੀਰੀਅਲ ਹੈ ਉਹਨੂੰ ਲੱਭਣ ਦੇ ਲਈ ਵੀ ਜਿਹੜਾ ਉਹ ਪਾਰਟ ਉਸ ਦੇ ਨਾਲ। ਸੋ ਇਹ ਸਾਰਾ ਐਵੇਂ ਨਹੀਂ ਹੋਇਆ। ਇਹ ਉੱਥੋਂ ਵੀ ਜਿਹੜੇ ਥੋੜ੍ਹੇ ਬਹੁਤ ਸੈਂਸੀਬਲ ਨੇ ਉਹਨਾਂ ਨੂੰ ਹੈ ਕਿ ਵੀ ਮੰਨ ਜਾਓ ਕਿ ਭਾਈ ਤੁਹਾਡੀ ਸ਼ਿਕਸਤ ਹੋਈ। ਹੁਣ ਜਿਹੜਾ ਝੂਠ ਤੁਸੀਂ ਬੋਲਿਆ ਹੋਇਆ ਉਹਦੇ ਥੱਲੇ ਹੁਣ ਇਹ ਨਹੀਂ ਹੈ ਵੀ ਉਹਨਾਂ ਨੇ ਹੁਣ ਇਸ ਗੱਲ ਨੂੰ 4 ਮਹੀਨੇ ਹੋ ਗਏ, ਉਹਨਾਂ ਨੇ ਪੰਜਾਬ ਨੂੰ ਸਜ਼ਾ ਵੀ ਦੇ ਦਿੱਤੀ ਕਿਉਂਕਿ ਸਿੱਖਾਂ ਨੇ ਉਸ ਜੰਗ ਦਾ ਵਿਰੋਧ ਕੀਤਾ, ਉਹ ਭਾਰਤ ਦੇ ਨਾਲ ਨਹੀਂ ਖੜੇ, ਵਾਟਰ ਐਜ਼ ਏ ਵੈਪਨ ਇਸਤੇਮਾਲ ਕੀਤਾ। ਹੁਣ ਰਾਜਨਾਥ ਸਿੰਘ ਕਿੱਥੇ ਗਿਆ ਹੋਇਆ ਜੀ? ਮੋਰਾਕੋ, ਮੁਸਲਮਾਨ ਮੁਲਕ ਹੈ, 2 ਦਿਨਾਂ ਦੇ ਦੌਰੇ 'ਤੇ। ਉੱਥੇ ਜਾ ਕੇ ਵੀ ਉਸ ਦੌਰੇ ਦੇ ਦੌਰਾਨ ਵੀ ਉਹਨੂੰ ਆਪਰੇਸ਼ਨ ਸੰਧੂਰ ਦਾ ਦੌਰਾ ਪਿਆ, ਔਰ ਉਹ ਬਿਆਨ ਦੇ ਰਿਹਾ ਆਰਮਡ ਫੋਰਸਿਸ ਵਰ ਗਿਵਨ ਕੰਪਲੀਟ ਫਰੀडम Rajnath on Operation Sindoor. The defense minister also highlighted the progress achieved by India in last decade under the leadership of Prime Minister Modi. ਉਹਨੇ ਕਿਹਾ ਜੀ ਅਸੀਂ ਬਿਲਕੁਲ ਫੌਜਾਂ ਨੂੰ ਖੁੱਲ੍ਹ ਦੇ। ਮੋਰਾਕੋ ਜਾ ਕੇ ਤੁਸੀਂ ਆਪਰੇਸ਼ਨ ਸੰਦੂਰ ਜਿਹਦੇ ਜੁੱਤੀਆਂ ਖਾਧੀਆਂ ਨੇ, ਕਿਉਂ? ਉਹ ਇਹੀ ਹੈ ਵੀ ਜਿਹੜਾ ਡਰ ਦੇ ਥੱਲੇ ਖੌਫਜ਼ਦਾ ਹੁੰਦਾ ਹੈ ਉਹ ਕਹਿ ਰਿਹਾ ਹੁੰਦਾ ਮੈਂ ਤਾਂ ਨਹੀਂ ਡਰਦਾ। ਔਰ ਉੱਥੇ ਉਹਨੇ ਕਿਹਾ ਕਿ ਜੀ ਦੇਖੋ ਅਸੀਂ ਜਿਹੜਾ ਪਾਕਿਸਤਾਨ ਨੂੰ ਬਹੁਤ ਡਿਫੀਟ ਕੀਤਾ ਔਰ ਸਾਡੀ ਰਿਮਾਰਕੇਬਲ ਗਰੋਥ ਹੋ ਰਹੀ ਹੈ। ਔਰ ਪਹਿਲੀ ਵਾਰ ਉਹ ਗਿਆ ਉੱਥੇ ਤੇ ਮੋਰਾਕੋ ਜਾ ਕੇ ਉਹਨੂੰ ਆਪਰੇਸ਼ਨ ਸੰਦੂਰ ਨਜ਼ਰ ਆ ਰਿਹਾ। ਔਰ ਜਿਹੜਾ ਇਹਨਾਂ ਦਾ ਦੂਸਰਾ ਖੌਫਜ਼ਦਾ ਜਾਂ ਇਹਨਾਂ ਨੂੰ ਇਹ ਨਜ਼ਰ ਆ ਰਿਹਾ ਕਿ ਵੀ ਜਿਸ ਲੈਵਲ ਦੇ ਉੱਤੇ ਪਾਕਿਸਤਾਨ ਦਾ ਸਟੇਚਰ ਵਧਿਆ ਉਸ ਦੇ ਕੋਲ ਹੁਣ ਇਕੱਲੀ ਚਾਈਨੀਜ਼ ਹਥਿਆਰਾਂ ਦੀ ਆਪਸ਼ਨ ਨਹੀਂ ਹੈ। ਜਿਹੜੇ ਅਮਰੀਕਾ ਦੇ ਸਭ ਤੋਂ ਸਫਿਸਟੀਕੇਟ ਵੈਪਨ ਖਰੀਦਦਾ ਉਹ ਸਾਊਦੀ ਅਰੇਬੀਆ ਖਰੀਦਦਾ ਕਿਉਂਕਿ ਉਹਨਾਂ ਕੋਲ ਪੈਸੇ ਨੇ। ਹੁਣ ਜੇ ਸਾਊਦੀ ਅਰੇਬੀਆ ਤੇ ਪਾਕਿਸਤਾਨ ਦੀ ਡਿਫੈਂਸ ਡੀਲ ਹੋਈ ਹੈ ਤੇ ਸਾਊਦੀ ਅਰੇਬੀਆ ਦੇ ਉਹ ਵੈਪਨ ਪਾਕਿਸਤਾਨ ਦੇ ਲਈ ਵੀ ਅਵੇਲੇਬਲ ਹੋਣਗੇ। ਔਰ ਇਹਨਾਂ ਨੂੰ ਵਕਤ ਪਿਆ ਹੋਇਆ ਵੀ ਪਹਿਲਾਂ ਉਹ ਚਾਈਨੀਜ਼ ਵੈਪਨ ਜਿਹੜੇ 80% ਹੀ ਦੇ ਲਗਭਗ ਇਸਤੇਮਾਲ ਹੋਏ ਆਪਰੇਸ਼ਨ ਸੰਦੂਰ ਸੋ ਕਾਲਡ ਦੇ ਦੌਰਾਨ, ਹੁਣ ਇਸ ਨਵੇਂ ਸਟੇਚਰ ਨਾਲ ਜਿੱਥੇ ਸਾਊਦੀਆਂ ਵੱਲੋਂ ਪੈਸੇ ਦੀ ਕਮੀ ਵੀ ਨਹੀਂ ਹੋਣ ਦਿੱਤੀ ਜਾਏਗੀ, ਆਲਰੇਡੀ ਵੈਪਨ ਸਿਸਟਮ ਉਹਨਾਂ ਦਾ ਐਗਜ਼ਿਸਟ ਕਰਦਾ ਵੀ ਸਾਡਾ ਹਾਲ ਕੀ ਹੋਏਗਾ। ਹੁਣ ਇਸ ਡਰ ਦੇ ਤਹਿਤ ਇਹ ਆਲਰੇਡੀ ਉਹਨਾਂ ਨੂੰ ਨਜ਼ਰ ਆ ਰਿਹਾ ਕਿ ਭਾਈ ਅਸੀਂ ਜੁੱਤੀਆਂ ਖਾਧੀਆਂ ਨੇ, ਅੱਗੋਂ ਇਸ ਤੋਂ ਵੀ ਜ਼ਿਆਦਾ ਪੈਣਗੀਆਂ ਔਰ ਕਸ਼ਮੀਰ ਵੀ ਹੱਥੋਂ ਜਾਂਦਾ ਲੱਗੇਗਾ, ਖਾਲਿਸਤਾਨ ਵੀ ਹੱਥੋਂ ਨਿਕਲੇਗਾ। ਇੰਡੀਆ ਟੂ ਹੋਲਡ ਮੈਗਾ ਡਰੋਨ ਡਰਿਲ ਕੋਲਡ ਸਟਾਰਟ ਇਨ ਅਕਤੂਬਰ। ਇਹਦਾ ਨਿਕਨੇਮ ਜਾਂ ਕੋਲਡ ਨੇਮ ਉਹਨਾਂ ਨੇ ਕੋਲਡ ਸਟਾਰਟ ਲਿਖਿਆ, ਕੋਲਡ ਸਟਾਰਟ ਰੱਖਿਆ ਔਰ ਇਹਨੂੰ ਮੈਗਾ ਡਰੋਨ ਡਰਿਲ ਕਿਹਾ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਜੁਆਇੰਟ ਡਰਿਲ ਬਾਈ ਆਰਮੀ, ਨੇਵੀ ਐਂਡ ਏਅਰ ਫੋਰਸ is likely to be held in Madhya Pradesh. Madhya Pradesh ਹੋਏਗੀ। It will assess the shortcomings of drones and counter drone systems. ਹੁਣ shortcoming ਕਿਉਂ ਹੈ? ਕਿਉਂਕਿ ਇਹਨਾਂ ਦੇ ਡਰੋਨ ਵੀ ਡਿਗੇ, ਇਹਨਾਂ ਦੀਆਂ ਮਿਜ਼ਾਈਲਾਂ ਵੀ ਜਿਹੜੀਆਂ ਨਾਕਾਮਯਾਬ ਹੋਈਆਂ ਔਰ ਜ਼ਾਹਰ ਹੈ ਜਹਾਜ਼ ਤਾਂ ਡਿਗੇ ਹੀ ਡਿਗੇ। ਹੁਣ ਇਸ ਸਾਰੇ ਨੂੰ ਐਡਮਿਟ ਇਧਰ ਵਿਕਟਰੀ ਕਰ ਰਹੇ ਨੇ ਪਰ ਨਾਲ ਹੀ ਇਹ ਕਹਿ ਰਹੇ ਨੇ ਔਰ ਉਹਨਾਂ ਦਾ ਇਹ ਜਿਹੜਾ ਕਾਊਂਟਰ UAV ਐਂਡ 에ਅਰ ਡਿਫੈਂਸ ਸਿਸਟਮ ਫਿਊਚਰ ਆਫ ਮਾਡਰਨ ਵਾਰਫੇਅਰ ਇੱਕ ਇਹਨਾਂ ਨੇ ਕਾਨਫਰੰਸ ਕਰਵਾਈ। ਉਸ ਦੇ ਵਿੱਚ ਜਿਹੜਾ ਇਹਨਾਂ ਦਾ ਚੀਫ ਆਫ ਇੰਟੈਗ੍ਰੇਟਿਡ ਡਿਫੈਂਸ ਸਟਾਫ 에ਅਰ ਮਾਰਸ਼ਲ ਆਸ਼ੂਤੋਸ਼ ਦੀਕਸ਼ਤ ਆਇਆ, ਉਹ ਚੀਫ ਗੈਸਟ ਸੀ। ਹੁਣ ਉਹਨੇ ਕੀ ਕਿਹਾ ਮੈਂ ਪਹਿਲਾਂ ਉਹਦੇ ਐਗਜ਼ੈਕਟ ਲਫ਼ਜ਼ ਦੁਹਰਾਉਣਾ ਚਾਹੁੰਦਾ। ਪਾਕਿਸਤਾਨ ਟੂ ਇਜ਼ ਵਰਕਿੰਗ ਟੂ ਬਿਕਮ ਲਾਈਕ ਇੰਡੀਆ ਸੋ ਵੀ ਮਸਟ ਆਲਵੇਜ਼ ਸਟੇ ਸਟੈਪ ਅਹੈਡ। ਉਹਨੇ ਕਿਹਾ ਜੀ ਅਸੀਂ ਕਿਉਂਕਿ ਬਹੁਤ ਅੱਗੇ ਵੱਧ ਗਏ, ਪਾਕਿਸਤਾਨ ਹੁਣ ਉੱਥੇ ਪਹੁੰਚ ਗਿਆ ਜਿੱਥੇ ਅਸੀਂ ਹੈ, ਇਸ ਲਈ ਸਾਨੂੰ ਇੱਕ ਕਦਮ ਉਹਨਾਂ ਤੋਂ ਅੱਗੇ ਜਾਣ ਦੀ ਲੋੜ ਹੈ। ਆਵਰ ਕਾਊਂਟਰ ਡਰੋਨ ਐਂਡ GPS ਜੈਮਿੰਗ ਸਿਸਟਮਸ ਪਰਫਾਰਮਡ ਇਫੈਕਟਿਵਲੀ ਡਿਊਰਿੰਗ ਆਪਰੇਸ਼ਨ ਸੰਦੂਰ ensuring no damage from adversary drones। ਕਿ ਜੀ ਸਾਡੇ GPS ਜੈਮਿੰਗ ਸਿਸਟਮ ਔਰ ਦੂਜੇ ਹਾਲ ਇਹ ਸੀ ਕਿ ਪਹਿਲੇ 24 ਘੰਟੇ 'ਚ 7 ਰਫੇਲ ਔਰ ਦੂਸਰੇ ਜਹਾਜ਼ ਡਿੱਗਣ ਤੋਂ ਬਾਅਦ ਸਾਰੀ 에ਅਰਫੋਰਸ ਇਹਨਾਂ ਦੀ ਗਰਾਊਂਡਡ ਸੀ, ਇਹਨਾਂ ਨੂੰ ਪਤਾ ਹੀ ਨਹੀਂ ਸੀ ਲੱਗ ਰਿਹਾ ਵੀ ਕੀ ਕਰੀਏ। ਇਹ ਇੰਨੀ ਵੱਡੀ ਉਹਨੂੰ ਕਹਿ ਰਹੇ ਜੀ ਸਾਡੇ ਜੈਮਰ ਔਰ ਦੂਜੇ ਬਹੁਤ ਕਾਮਯਾਬ ਰਹੇ ਔਰ ਬਟ ਦ ਐਡਵਰਸਰੀ ਹੈਜ਼ ਆਲਸੋ ਲਰਨਡ ਆਵਰ ਕੈਪੇਬਿਲਿਟੀਜ਼। ਕਿ ਪਾਕਿਸਤਾਨ ਨੂੰ ਸਾਡੀਆਂ ਜਿਹੜੀਆਂ
ਯੋਗਤਾਵਾਂ ਨੇ। ਹੁਣ ਪਾਕਿਸਤਾਨ ਨੂੰ ਵੀ ਉਹ ਪਤਾ ਲੱਗ ਗਿਆ ਨੈਕਸਟ ਟਾਈਮ ਵੀ ਹੈਵ ਟੂ ਬੀ ਅਹੈਡ ਐਂਡ ਮੱਚ ਬੈਟਰ, ਵੀ ਅੱਗੋਂ ਅਸੀਂ ਇਹ ਠੀਕ ਹੈ, ਹੁਣ ਉਹਨਾਂ ਨੂੰ ਵੀ ਇੱਕ ਵਾਰੀ ਅਸੀਂ ਜੁੱਤੀਆਂ ਖਾਧੀਆਂ, ਅੱਗੋਂ ਲਈ ਸਾਨੂੰ ਹੋਰ ਵੀ ਬਿਹਤਰ ਹੋਣ ਦੀ ਲੋੜ ਹੈ। ਔਰ ਫਿਰ ਉਹਨੇ ਕਿਹਾ ਕਿ ਜੀ ਇਹ ਜਿਹੜਾ ਅਸੀਂ ਡਿਫੈਂਸ ਸਿਸਟਮ ਹੈ, ਜਿਹੜਾ ਸੁਦਰਸ਼ਨ ਚੱਕਰਾ ਕਾਨਸੈਪਟ ਹੈ, ਜਿਹਦੇ 'ਚ ਡਰੋਨ, UAV, ਹਾਈਪਰਸੋਨਿਕ ਵੈਪਨਸ ਔਰ ਦੂਸਰੀਆਂ ਥ੍ਰੈਟਸ ਇਹਨਾਂ ਨੂੰ ਇਕੱਠੇ ਕਰਨਾ, ਇਹ ਯੂਜ਼ਫੁਲ ਹੈ ਬੜਾ ਸਿਸਟਮ। ਔਰ ਅਸੀਂ ਸਟ੍ਰੈਟੇਜਿਕ ਐਜ ਰੱਖਣਾ ਚਾਹੁੰਦੇ ਹਾਂ, ਕਿਉਂਕਿ ਆਉਣ ਵਾਲਾ ਪੀਰੀਅਡ ਜਿਹੜਾ ਹੈ ਫਿਊਚਰ ਵਾਰਫੇਅਰ ਉਹ ਡਰੋਨਸ ਔਰ ਡਿਫੈਂਸਿਵ ਮੇਸ਼ਰਸ ਦੀ ਹੋਏਗੀ। ਨੇਸ਼ਨਸ ਜਿਹੜੇ ਨੇ ਕਾਊਂਟਰ ਡਰੋਨ ਸਿਸਟਮ ਦੇ ਉੱਤੇ ਬਹੁਤ ਖਰਚ ਕਰ ਰਹੇ ਨੇ, ਔਰ ਅਸੀਂ ਵੀ ਕਾਊਂਟਰ ਡਰੋਨ ਟੈਕਨੋਲੋਜੀ ਨੂੰ ਇਵੋਲਵ ਕਰ ਰਹੇ ਹਾਂ। ਔਰ ਇਹ ਜਿਹੜੀ ਅਪਕਮਿੰਗ ਐਕਸਰਸਾਈਜ਼ ਹੈ ਮੱਧ ਪ੍ਰਦੇਸ਼ ਦੇ ਵਿੱਚ, ਜਿਹਦੇ 'ਚ ਜਿਹੜੀ ਹੈ ਫੌਜ, ਨੇਵੀ ਔਰ 에ਅਰ ਫੋਰਸ ਦਾ ਜੁਆਇੰਟ ਕਮਾਂਡ ਥੱਲੇ ਹੋਏਗਾ। ਔਰ ਇਸ ਨੂੰ ਅਸੀਂ ਜਿਹੜਾ ਫਰਦਰ ਡਰੋਨ ਟੈਕਨੋਲੋਜੀ ਨੂੰ ਡਿਵੈਲਪ ਕਰਾਂਗੇ। ਹੁਣ ਇਹ ਹੈ ਵੀ ਇੰਨੇ ਕੁ ਖੌਫਜ਼ਦਾ ਨੇ, ਉਹਨਾਂ ਨੂੰ ਇਹ ਨਜ਼ਰ ਆ ਰਿਹਾ ਵੀ ਇਹ ਤਾਂ ਇਸ ਵਾਰ ਤਾਂ ਝੰਬਿਆ ਹੀ ਝੰਬਿਆ, ਵੀ ਅਗਲੀ ਵਾਰ ਲੰਮੇ ਪਾ ਦੇਣਾ, ਫਲੈਟ ਕਰ ਦੇਣਾ। ਔਰ ਇਸ ਦੇ ਲਈ ਹੁਣ ਇਹ ਆਪਣਾ ਸਾਰੀਆਂ ਡਰਾਮੇਬਾਜ਼ੀਆਂ, ਲੇਕਿਨ ਜਿਹੜਾ ਇਹਨਾਂ ਦਾ ਉਹ ਡਰ ਹੈ ਉਹ ਅੰਦਰੋਂ ਬੋਲ ਰਿਹਾ ਹੈ, हम तो नहीं डरते, हमने पाकिस्तान को धूल चिटाई। और झूठ ही जे तुसीं बोलना है तो फिर तुहानूं कौन रोक सकता है झूठ बोलण ਤੋਂ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਦੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਐਂਡ ਵਾਲੇ ਸੈਕਸ਼ਨ 'ਚ ਕਿ ਬੰਗਲਾਦੇਸ਼ ਦੇ ਚੀਫ ਐਡਵਾਈਜ਼ਰ ਮੁਹੰਮਦ ਜੋਨਸ ਵੱਲੋਂ ਅਮਰੀਕਾ ਦੇ ਭਾਰਤ ਵਿੱਚ ਅੰਬੈਸਡਰ ਸਰਜੀਓ ਗੌਰ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ ਹੈ। ਔਰ ਜੋਨਸ ਦਾ ਕਹਿਣਾ ਹੈ ਕਿ ਲੈਂਡਲੌਕਡ ਨੇਪਾਲ, ਭੂਟਾਨ ਅਤੇ ਭਾਰਤ ਦੀ ਜਿਹੜੀ ਨਾਰਥ ਈਸਟ ਨਾਲ ਸਾਂਝਾਂ ਬਹੁਤ ਜ਼ਰੂਰੀ ਹਨ। ਧਿਆਨ ਰਹੇ, ਜੋਨਸ ਨੇ ਭਾਰਤ ਦੀਆਂ 7 ਨਾਰਥ ਈਸਟ ਸਟੇਟਾਂ ਦਾ ਜ਼ਿਕਰ ਕੀਤਾ ਹੈ, ਭਾਰਤ ਦਾ ਨਹੀਂ। ਇਹ ਇੱਕ ਵੱਡੀ ਭੇਤ ਵਾਲੀ ਗੱਲ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਸ੍ਰੀਲੰਕਾ 'ਚ ਜਦੋਂ ਰਾਜ ਪਲਟਾ ਹੋਇਆ ਤੇ ਜ਼ਾਹਰ ਹੈ ਕਿ ਜਿਹੜਾ ਇਲੈਕਸ਼ਨਾਂ ਤੋਂ ਬਾਅਦ ਪਾਵਰ 'ਚ ਆਇਆ ਉਹ ਲੈਫਟ ਲੀਨਿੰਗ ਸੀ, ਉਹ ਚਾਈਨਾ ਵੱਲ ਝੁਕਿਆ ਹੀ ਝੁਕਿਆ। ਬੰਗਲਾਦੇਸ਼ ਦੀ ਤਬਦੀਲੀ ਨੇ ਇੰਡੀਆ ਨੂੰ ਹਿਲਾ ਕੇ ਰੱਖ ਦਿੱਤਾ, ਕਿਉਂਕਿ ਉਹ ਤਾਂ ਆਲਰੇਡੀ ਬੰਗਲਾਦੇਸ਼ ਨੂੰ ਉਹਨਾਂ ਨੇ ਭੂਟਾਨ ਬਣਾਇਆ ਹੋਇਆ ਸੀ ਔਰ ਉਹਨਾਂ ਦੀ ਫੋਰਨ ਪਾਲਿਸੀ, ਇਨਰ ਪਾਲਿਸੀ ਉਹਨੂੰ ਰਾਹ ਦੇ ਹੀ ਬੰਦੇ ਬਹਿ ਕੇ ਢਾਕਾ 'ਚ ਹੈਡ ਕਰਦੇ ਸੀ। ਔਰ ਜਿਵੇਂ ਸਟੂਡੈਂਟਸ ਦੇ ਰੋਹ ਨੇ ਅਲਟੀਮੇਟਲੀ ਵਿਦਨ 24 ਆਵਰਸ ਸ਼ੇਖ ਹਸੀਨਾ ਨੂੰ ਭੱਜਣ 'ਤੇ ਮਜਬੂਰ ਕੀਤਾ, ਇਹਨਾਂ ਦਾ ਸਾਰਾ ਸਿਸਟਮ ਕਲੈਪਸ ਕੀਤਾ। ਔਰ ਮੁਹੰਮਦ ਯੂਨਸ ਜਿਹੜੇ ਨੋਬਲ ਲਾਰੀਏਟ ਨੇ, ਉਹਨਾਂ ਨੂੰ ਐਜ਼ ਏ ਚੀਫ ਐਡਵਾਈਜ਼ਰ ਬਣਾਇਆ। ਜ਼ਾਹਰ ਹੈ ਮੁਹੰਮਦ ਯੂਨਸ, ਜਿਹਦੇ ਖਿਲਾਫ
ਸ਼ੇਖ ਹਸੀਨਾ ਨੇ ਇੰਡੀਆ ਦੇ ਕਹਿਣ ਦੇ ਉੱਤੇ ਬਹੁਤ ਸਾਰੇ ਕੇਸ ਵੀ ਬਣਾਏ ਹੋਏ ਸੀ। ਉਹ ਬਾਹਰ ਇਨ ਐਗਜ਼ਾਈਲ ਸੀ, ਪ੍ਰੋ ਅਮਰੀਕਾ ਵੀ ਉਹਨਾਂ ਨੂੰ ਮੰਨਿਆ ਜਾਂਦਾ ਹੈ। ਔਰ ਮੁਹੰਮਦ ਯੂਨਸ ਦਾ ਬੰਗਲਾਦੇਸ਼ ਦੇ ਉਸ ਰਾਜਸੀ ਸੀਨ ਦੇ ਉੱਤੇ, ਕਿਉਂਕਿ ਪਹਿਲਾਂ ਤਾਂ ਉਹਨਾਂ ਦੀ ਕੋਈ ਸਿਆਸੀ ਬੈਕਗਰਾਊਂਡ ਨਹੀਂ ਹੈ, ਐਜ਼ ਏ ਇਕੋਨੋਮਿਸਟ ਉਹਨਾਂ ਦੀ ਜਿਹੜੀ ਐਕਟੀਵਿਟੀ ਸੀ ਉਸ 'ਚੋਂ ਹੀ ਉਹਨਾਂ ਦਾ ਨੋਬਲ ਪ੍ਰਾਈਜ਼ ਨਿਕਲਿਆ। ਇਹ ਇੱਕ ਬੜਾ ਵੱਡਾ ਸੀ ਭਾਰਤ ਦੇ ਲਈ ਝਟਕਾ। ਵੀ ਇਕੱਲਾ ਇਹੀ ਨਹੀਂ ਵੀ ਬੰਗਲਾਦੇਸ਼ ਮੁਹੰਮਦ ਯੂਨਸ ਨੂੰ ਲਿਆਂਦਾ, ਔਰ ਮੁਹੰਮਦ ਯੂਨਸ ਨੇ ਹੁਣ ਜ਼ਾਹਰ ਹੈ ਵੀ ਆਉਣ ਵਾਲੇ ਪੀਰੀਅਡ 'ਚ ਜਿਹੜਾ ਇਲੈਕਸ਼ਨਾਂ ਬੰਗਲਾਦੇਸ਼ ਹੋਣ ਜਾ ਰਹੀਆਂ ਸ਼ਾਇਦ ਫੈਬਰਵਰੀ ਦੇ ਵਿੱਚ, ਲੇਕਿਨ ਮੁਹੰਮਦ ਯੂਨਸ ਨੇ ਜਿਸ ਲੈਵਲ ਦੀ ਪਾਲਿਸੀ ਲਈ, ਇਕੱਲੀ ਇਹੀ ਨਹੀਂ, ਇੰਡੀਆ 'ਚ ਤਾਂ ਉਹਨਾਂ ਦਾ ਮੱਥਾ ਠਣਕਿਆ ਕਿ ਵੀ ਬੰਗਲਾਦੇਸ਼ ਦੀ ਤਬਦੀਲੀ 'ਚ ਅਮਰੀਕਾ ਨੇ ਰੋਲ ਅਦਾ ਕੀਤਾ, ਕਿਉਂਕਿ ਉਸ ਤੋਂ ਕੁਝ ਹਫ਼ਤੇ ਪਹਿਲਾਂ ਸ਼ੇਖ ਹਸੀਨਾ ਨੇ ਕਿਹਾ ਸੀ ਕਿ ਜੀ ਅਮਰੀਕਾ ਨਾਰਥ ਈਸਟ ਔਰ ਬੰਗਲਾਦੇਸ਼ ਦੇ ਚਿਟਾਗਾਂਗ ਔਰ ਦੂਸਰੇ ਇਲਾਕਿਆਂ ਨੂੰ ਮਿਲਾ ਕੇ ਇੱਕ ਈਸਾਈ ਸਟੇਟ ਬਣਾਉਣਾ ਚਾਹੁੰਦਾ ਹੈ, ਔਰ ਇਸ ਲਈ ਇੱਕ ਕੀ ਥਾਂ ਵੀ ਬੰਗਲਾਦੇਸ਼ ਦੀ ਮੇਰੇ ਤੋਂ ਮੰਗੀ ਸੀ, ਮੈਂ ਨਹੀਂ ਦਿੱਤੀ। ਕਿੰਨੀ ਠੀਕ ਹੈ, ਗੱਲ ਨਹੀਂ ਹੈ, ਲੇਕਿਨ ਇਹਦੇ ਤੋਂ ਇੱਕ ਗੱਲ ਜ਼ਾਹਰ ਹੈ ਕਿ ਵੀ ਅਮਰੀਕਾ ਦਾ ਇੰਟਰਸਟ ਬੰਗਲਾਦੇਸ਼ ਦੇ ਵਿੱਚ ਕੋਈ ਆਲ ਆਫ ਏ ਸਡਨ ਹੁਣ ਨਹੀਂ ਹੋਇਆ, ਕਾਫੀ ਦੇਰ ਤੋਂ। ਉਹਦੇ 2-3 ਰੀਜ਼ਨ ਨੇ। ਇੱਕ ਤਾਂ ਚਾਈਨਾ ਐਜ਼ ਏ ਮਿਲਟਰੀ ਔਰ ਇਕਨੋਮਿਕਲ ਪਾਵਰ ਚੈਲੰਜ ਹੈ। ਦੂਸਰੇ ਪਾਸੇ ਮਿਆਂਮਾਰ ਦੇ ਵਿੱਚ ਜਿਹੜਾ ਰੋਹਿੰਗਿਆ ਮੁਸਲਮਾਨਾਂ ਦਾ, ਜਿਹੜੇ ਰੋਹਿੰਗਿਆ ਬੰਗਲਾਦੇਸ਼ ਜਾਂ ਬੰਗਾਲੀ ਮੂਲ ਦੇ ਨੇ, ਉਹਨਾਂ ਦਾ ਐਕਸੋਡਸ, ਜਿਨ੍ਹਾਂ ਰੋਹਿੰਗਿਆਂ ਦੇ ਉੱਤੇ ਜ਼ੁਲਮ ਨੂੰ ਆਲਰੇਡੀ UN ਨੇ ਨਸਲਕੁਸ਼ੀ ਮੰਨਿਆ ਹੋਇਆ। 1 ਮਿਲੀਅਨ ਦੇ ਕਰੀਬ ਜਿਹੜੇ ਅੱਜ ਵੀ ਉਹ ਬੰਗਲਾਦੇਸ਼ ਦੇ ਢਾਕਾ ਔਰ ਉਸ ਕਾਕਸ ਬਾਜ਼ਾਰ ਦੇ ਵਿੱਚ 1 ਮਿਲੀਅਨ ਦੇ ਕਰੀਬ ਰੋਹਿੰਗਿਆ ਬੈਠੇ ਹੋਏ ਨੇ। ਔਰ ਸੈਕੰਡਲੀ ਜਿਹੜੀਆਂ ਨਾਰਥ ਈਸਟ ਸਟੇਟਾਂ, ਔਰ ਦੇਖੋ ਇਹਦੇ ਬਾਵਜੂਦ ਕਿ ਮਨੀਪੁਰ ਜਾ ਕੇ ਆਇਆ ਮੋਦੀ, ਉਸ ਤੋਂ ਬਾਅਦ 2 ਅਸਾਮ ਰਾਈਫਲਸ ਦੇ ਮਾਰੇ ਗਏ, ਅਗੇਨ ਕਰਫਿਊ ਨਾਫਸ ਹੈ, ਜਾਂ ਆਲਰੇਡੀ ਉੱਥੇ ਪੂਰੀ ਇੰਡੀਪੈਂਡੈਂਟ ਜਿਹੜਾ ਕੁੱਕੀ ਟਰਾਈਬ ਹੈ ਨਾਗਿਆਂ ਦਾ, ਉਹਨਾਂ ਨੇ ਬਿਲਕੁਲ ਆਪਣਾ, ਕੁੱਕੀ ਟਰਾਈਬ ਨੇ ਆਲਮੋਸਟ ਆਪਣੀ ਫਰੀडम ਹੀ ਡਿਕਲੇਅਰ ਕੀਤੀ ਹੋਈ ਹੈ। ਇਹਨਾਂ ਹਾਲਾਤਾਂ 'ਚ ਮੁਹੰਮਦ ਯੂਨਸ ਜਦੋਂ ਚਾਈਨਾ ਦੇ ਦੌਰੇ 'ਤੇ ਵੀ ਜਾਂਦੇ ਨੇ, ਔਰ ਉਹਨਾਂ ਦੇ ਬਿਜ਼ਨਸ ਟਾਈਕੂਨ ਔਰ ਦੂਜੇ ਬੈਠੇ ਨੇ, ਉਹਨਾਂ ਨੂੰ ਉਹ ਕਹਿੰਦੇ ਨੇ ਕਿ ਜੀ ਦੇਖੋ ਤੁਸੀਂ ਆਓ, ਅਸੀਂ ਬੰਗਾਲ ਦੀ ਖਾੜੀ 'ਤੇ ਬੈਠੇ ਹਾਂ, ਆ ਨਾਰਥ ਈਸਟ ਸਟੇਟਾਂ ਨੇ, ਇਹਨਾਂ ਰਾਹੀਂ ਤੁਸੀਂ ਸਾਡੇ ਨਾਲ ਸਿੱਧਾ, ਇਹ ਲੈਂਡ ਲੌਕਡ ਹੈ, ਅਸੀਂ ਹੀ ਇਹਦਾ ਦਰਵਾਜ਼ਾ ਹੈ, ਔਰ ਤੁਸੀਂ ਇੰਡੀਆ 'ਚ ਬੜੀਆਂ ਘੰਟੀਆਂ ਵੱਜੀਆਂ ਉਹਨਾਂ ਦੇ ਦਿਮਾਗਾਂ 'ਚ ਕਿ ਬਈ ਇਹ ਤਾਂ ਨਾਰਥ ਈਸਟ ਨੂੰ ਪਹਿਲਾਂ ਹੀ ਬੰਗਲਾਦੇਸ਼ ਔਰ ਚਾਈਨਾ ਦੇ ਖਾਤੇ 'ਚ ਪਾ ਰਿਹਾ। ਹੁਣ ਇਹ ਗੱਲ ਛੋਟੀ ਨਹੀਂ ਸੀ, ਔਰ ਮੁਹੰਮਦ ਯੂਨਸ ਦੇ ਖਿਲਾਫ ਜਿਹੜਾ ਇਹਨਾਂ ਨੇ ਕਾਫੀ ਪ੍ਰੋਪੇਗੈਂਡਾ ਜਿਹੜਾ ਉਹ ਰੱਖਿਆ ਜਾਰੀ। ਈਵਨ ਕੋਈ ਉਹਨਾਂ ਦੀ ਜਿਹੜੀ ਉੱਥੋਂ ਚੀਜ਼ਾਂ ਜਾਂਦੀਆਂ ਸੀ ਬੰਗਲਾਦੇਸ਼ ਨੂੰ, ਉਹਨਾਂ ਦੇ ਉੱਤੇ ਵੀ ਇੰਡੀਆ ਨੇ ਟੈਕਸ ਲਾਇਆ, ਬੜਾ ਅਮਰੀਕਾ ਬਣਨ ਦੀ ਕੋਸ਼ਿਸ਼ ਕੀਤੀ। ਫਿਰ ਨੇਪਾਲ ਦੇ ਵਿੱਚ ਤਬਦੀਲੀ ਹੋਈ, ਜਿਹਨੂੰ ਜਿਹੜੇ ਕਾਮਨਰ ਸਟੂਡੈਂਟਸ ਜਾਂ ਦੂਸਰੇ ਸੀ, ਜਿਹੜੀ ਜਨਰੇਸ਼ਨ Z ਜਿਹਨੂੰ ਕਿਹਾ ਜਾਂਦਾ, ਉਹਨਾਂ ਨੇ ਲਿਆਂਦਾ। ਉਹਦੇ 'ਤੇ ਵੀ ਤਬਸਰੇ ਹੋਏ ਵੀ ਇਹ ਤਾਂ ਅਮਰੀਕਾ ਨੇ ਲਿਆਂਦਾ ਲੱਗਦਾ ਹੈ, ਹਾਲਾਂਕਿ ਉਹਦੇ 'ਚ ਮਲਟੀਪਲ ਜਿਹੜਾ ਪ੍ਰੋ ਇੰਡੀਆ ਰਾਹ ਦਾ ਉੱਥੇ ਮੂਵ ਸੀ ਜੀ, ਰਾਜਾਸ਼ਾਹੀ ਲਿਆਓ, ਰਾਜਿਆਂ ਨੂੰ ਲਿਆਓ ਵਾਪਸ, ਔਰ ਇਹ ਉਹ। ਹੁਣ ਅਜੇ ਵੀ ਹੁਣ ਨੇਪਾਲ ਦੇ ਵਿੱਚ ਵੀ ਜਿਹੜੀ ਹੈੱਡ ਬਣਾਈ ਹੈ ਬੀਬੀ, ਸੁਪਰੀਮ ਕੋਰਟ ਦੀ ਜੱਜ ਸੀ, ਇਲੈਕਸ਼ਨਾਂ ਹੋਣਗੀਆਂ, ਉਸ ਤੋਂ ਬਾਅਦ ਕੀ ਹੋਏਗਾ। ਲੇਕਿਨ ਇੰਡੀਆ ਲਈ ਇੰਨੀ ਨਫ਼ਰਤ ਹੈ ਨੇਪਾਲ ਦੇ ਵਿੱਚ ਵੀ ਕਿ ਇਸ ਪੀਰੀਅਡ 'ਚ ਵੀ ਉਹਨਾਂ ਨੇ ਈਵਨ ਜਿਹੜੇ ਇੰਡੀਅਨ ਬੱਸਾਂ ਦੇ ਉੱਤੇ ਗਏ ਸੀ ਪਿਲਗ੍ਰਿਮ, ਕਿਉਂਕਿ ਕਾਠਮੰਡੂ ਦੇ ਵਿੱਚ ਪਸ਼ੂਪਤੀ ਟੈਂਪਲ ਹੈ ਸ਼ਿਵ ਜੀ ਦਾ, ਸਭ ਤੋਂ ਪੁਰਾਣਾ। ਮੋਦੀ ਵੀ ਉੱਥੇ ਪੂਜਾ ਕਰਕੇ ਆਇਆ, ਪਰ ਮੈਨੂੰ ਲੱਗਦਾ ਵੀ ਉਹਨੇ ਝੋਟੇ ਨੇ ਜਿਹੜਾ, ਕਿਉਂਕਿ ਸ਼ਿਵ ਜੀ ਦੀ ਸਵਾਰੀ ਤਾਂ ਝੋਟਾ ਹੈ, ਉਹਨੇ ਸਿੰਘ ਮਾਰਿਆ ਲੱਗਦਾ ਮੋਦੀ ਦੇ, ਕਿ ਵੀ ਉੱਥੇ ਵੀ ਉਲਟ ਗਿਆ ਕੰਮ। ਹੁਣ ਜਿਹੜੀ ਖਬਰ ਵੱਲ ਮੇਰਾ ਧਿਆਨ ਗਿਆ ਕਿ ਬਈ ਨਾਰਥ ਈਸਟ ਦੀਆਂ ਸਟੇਟਾਂ ਦੀ ਗੱਲ ਮੁਹੰਮਦ ਯੂਨਸ ਨੇ ਚੀਨ ਵੀ ਕੀਤੀ। ਹੁਣ ਮੁਹੰਮਦ ਯੂਨਸ UN ਜਨਰਲ ਅਸੈਂਬਲੀ ਸੈਸ਼ਨ ਦੇ ਵਿੱਚ ਸ਼ਮੂਲੀਅਤ ਲਈ ਆਏ ਨੇ। ਹੁਣ ਜਿਹੜਾ ਸਰਜੀ ਗੌਰ, ਜਿਹਨੂੰ ਟਰੰਪ ਨੇ ਭਾਰਤ ਦੇ ਵਿੱਚ ਐਂਬੈਸਡਰ ਬਣਾਇਆ, ਹਾਲਾਂ ਉਹਨਾਂ ਦੀ ਕਨਫਰਮੇਸ਼ਨ ਹੀਅਰਿੰਗ ਚੱਲ ਰਹੀ ਹੈ, ਬਹੁਤ ਜਲਦੀ ਉਹ ਜਿਹੜਾ ਥਰੂ ਹੋ ਜਾਏਗੀ, ਆਲਰੇਡੀ ਮੈਜੋਰਿਟੀ ਹੈ ਸੈਨੇਟ ਦੇ ਵਿੱਚ। ਪਲੱਸ ਸਪੈਸ਼ਲ ਐਨਵੋਏ ਟੂ ਸੈਂਟਰਲ ਏਸ਼ੀਆ ਐਂਡ ਸਾਊਥ ਏਸ਼ੀਆ। ਇਹ ਬੜੀ ਅਹਿਮੀਅਤ ਵਾਲੀ ਗੱਲ ਹੈ। ਹੁਣ ਜਦੋਂ ਅਸੀਂ ਸੈਂਟਰਲ ਏਸ਼ੀਆ ਸਾਊਥ ਏਸ਼ੀਆ ਕਹਿੰਦੇ ਹਾਂ, ਸਾਊਥ ਏਸ਼ੀਆ ਦੇ ਮੁਲਕਾਂ ਦੀ ਜਿਹਨੂੰ ਸਾਰਕ ਕਿਹਾ ਜਾਂਦਾ ਹੈ, ਜਿਹੜੀ ਬਾਡੀ ਸੀ, ਉਹਨੂੰ ਤਾਂ ਇੰਡੀਆ ਨੇ ਕਿਲ ਕਰਤਾ। ਜਿਹੜੀ ਇਸਲਾਮਾਬਾਦ ਮੀਟ ਹੋਣੀ ਸੀ ਕੁਝ ਸਾਲ ਪਹਿਲਾਂ, ਮੋਦੀ ਨੇ ਕਿਹਾ ਜੀ ਅਸੀਂ ਨਹੀਂ ਜਾਣਾ ਹੈ। ਹੁਣ ਚਾਈਨਾ ਆਲਰੇਡੀ ਇਹ ਕੋਸ਼ਿਸ਼ ਕਰ ਰਿਹਾ ਵੀ ਸਾਰਕ ਨੂੰ ਰਿਵਾਈਵ ਕੀਤਾ ਜਾਏ, ਜਿਹਦੇ 'ਚ ਜ਼ਾਹਰ ਹੈ ਜੇ ਭਾਰਤ ਨਹੀਂ ਵੀ ਆਉਂਦਾ, ਪਾਕਿਸਤਾਨ, ਅਫਗਾਨਿਸਤਾਨ, ਬੰਗਲਾਦੇਸ਼, ਸ੍ਰੀਲੰਕਾ, ਮਾਲਦੀਵਜ਼, ਨੇਪਾਲ, ਭੂਟਾਨ, ਇਹ ਸਾਰੇ ਉਹਦਾ ਹਿੱਸਾ ਹੋਣਗੇ।
ਸਾਰਕ ਦੀ ਰਿਵਾਈਵਲ ਦੀ ਗੱਲ ਵੀ ਹੋ ਰਹੀ ਹੈ ਔਰ ਸਰਜੀਓ ਨੂੰ ਐਨਵੋਏ ਬਣਾਉਣਾ ਔਰ ਹੁਣ ਇਸ ਕੰਟੈਕਸਟ ਕਿ ਸਾਊਥ ਏਸ਼ੀਅਨ ਮੁਲਕ ਪਾਕਿਸਤਾਨ ਮਿਡਲ ਈਸਟਰਨ ਮੁਲਕ ਸਾਊਦੀ ਅਰੇਬੀਆ ਦੇ ਨਾਲ ਡਿਫੈਂਸ ਪੈਕਟ ਕਰਦਾ ਹੈ ਔਰ ਸਾਊਥ ਏਸ਼ੀਆ ਦਾ ਹੀ ਐਨਵੋਏ ਹੈ। ਐਨਵੋਏ ਦਾ ਮਤਲਬ ਇਹ ਹੈ ਕਿ ਸਟੇਟ ਡਿਪਾਰਟਮੈਂਟ ਨੂੰ ਬਾਈਪਾਸ ਕਰਕੇ ਸਰਜੀਓ ਗੌਰ ਸਿੱਧਾ ਟਰੰਪ ਨੂੰ ਜਿਹੜਾ ਉਹ ਰਿਪੋਰਟ ਕਰੇਗਾ। ਹੁਣ ਜਿਹੜੀ ਖਬਰ ਨੇ ਮੇਰਾ ਧਿਆਨ ਖਿੱਚਿਆ ਔਰ ਇਹਨਾਂ ਦੀ ਆਪਣੀ ਨਿਊਜ਼ ਏਜੰਸੀ ਦੀ ਖਬਰ ਹੈ, ਯੂਨਸ ਮੀਟਸ ਟਰੰਪ ਐਨਵੋਏ ਸਰਜੀਓ ਗੌਰ reiterates need for ties with landlocked Nepal, Bhutan and India's northeast। ਹੁਣ ਇਹਦੇ 'ਚ ਇੰਡੀਆ ਨਹੀਂ ਹੈ ਕਿ ਬਈ ਇੰਡੀਆ ਦੇ ਨਾਲ ਹੁਣ ਉਹ ਸਰਜੀਓ ਜਿਹੜਾ ਜਿਹਨੇ ਜਾਣਾ ਐਜ਼ ਏ ਐਂਬੈਸਡਰ ਉਹਨੂੰ ਮੁਹੰਮਦ ਯੂਨਸ ਮਿਲਦੇ ਨੇ। ਨਵੰਬਰ 22 ਨੂੰ ਹੋਈ ਸਰਜੀਓ ਗੌਰ ਨਾਲ ਯੂਨਾਈਟਿਡ ਨੇਸ਼ਨਸ ਦੀ ਸਾਈਡ ਲਾਈਨ ਦੇ ਉੱਤੇ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਬਈ ਅਸੀਂ ਢਾਕਾ ਜਿਹੜਾ ਹੈ ਇਸ ਪ੍ਰਤੀ ਕਾਫੀ ਸਜਗ ਹੈ, ਅਸੀਂ ਸਾਰਕ ਨੂੰ ਵੀ ਰਿਵਾਈਵ ਕਰਨਾ ਚਾਹੁੰਦੇ ਔਰ ਨਾਲ ਦੀ ਨਾਲ ਜਿਹੜੀ ਇਲੈਕਸ਼ਨ ਹੈ ਉਹ ਬੰਗਲਾਦੇਸ਼ ਬੜੀ ਫੇਅਰ ਹੋਏਗੀ, ਫੇਅਰ ਐਂਡ ਪੀਸਫੁਲ ਉਹ ਫਰਵਰੀ ਦੇ ਵਿੱਚ ਹੋਣੀ ਹੈ। ਮੁਲਕ ਸਾਡਾ ਪੂਰੀ ਤਰ੍ਹਾਂ ਤਿਆਰ ਹੈ ਔਰ ਅਸੀਂ ਲੈਂਡਲੌਕਡ ਨੇਪਾਲ, ਭੂਟਾਨ ਤੇ ਇੰਡੀਆ ਦੀਆਂ 7 ਨਾਰਥ ਈਸਟਰਨ ਸਟੇਟਾਂ ਨਾਟ ਵਿਦ ਇੰਡੀਆ 7 ਉਹਨਾਂ ਦੇ ਨਾਲ ਅਸੀਂ ਟ੍ਰੇਡ ਕਰਨਾ ਚਾਹੁੰਦੇ। ਅਸੀਂ ਆਪਣੀ ਇਕਨੋਮਿਕ ਗਰੋਥ ਨੂੰ ਰੀਜਨਲ ਕੋਆਪਰੇਸ਼ਨ ਨਾਲ ਅੱਗੇ ਵਧਾ ਸਕਦੇ ਹਾਂ ਔਰ ਇਹ ਸਾਰੇ ਦੇ ਨਾਲ ਨਾਲ ਉਹਨਾਂ ਨੇ ਜਿਹੜਾ ਇਹ ਵੀ ਕਿਹਾ ਕਿ ਭਾਈ ਰੋਹਿੰਗਿਆ ਦਾ ਜਿਹੜਾ ਕ੍ਰਾਈਸਿਸ ਹੈ ਮਿਸਟਰ ਗੌਰ ਤੋਂ ਉਹਨਾਂ ਨੇ ਮਦਦ ਵੀ ਮੰਗੀ ਕਿ 1 ਮਿਲੀਅਨ ਰੋਹਿੰਗਿਆ ਮੁਸਲਮਾਨ ਸਾਡੇ ਬੈਠੇ ਨੇ ਔਰ ਉਹਨਾਂ ਦੇ ਆਫਿਸ ਨੇ ਕਿਹਾ ਕਿ ਭਾਈ ਆਲਰੇਡੀ ਅਸੀਂ ਅਮਰੀਕਨ ਜਿਹੜੇ ਅਸੀਂ ਇਸ ਮੁੱਦੇ ਦੇ ਉੱਤੇ ਮਦਦ ਕਰਨਾ ਚਾਹੁੰਦੇ। ਸੋ ਮੈਨੂੰ ਇਹ ਲੱਗਦਾ ਹੈ ਵੀ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਇਹ ਸਾਰਾ ਫੋਕਸ ਆਉਣ ਵਾਲੇ ਪੀਰੀਅਡ ਸਾਊਥ ਏਸ਼ੀਆ ਬਣਦਾ ਜਾ ਰਿਹਾ ਹੈ। ਹੁਣ ਤੁਸੀਂ ਇਸ ਸਾਰੇ ਨੂੰ ਪ੍ਰੈਜ਼ੀਡੈਂਟ ਟਰੰਪ ਵੱਲੋਂ ਅਫਗਾਨਿਸਤਾਨ ਦੀ ਤਾਲਿਬਾਨ ਗਵਰਨਮੈਂਟ ਨੂੰ ਕਹਿਣਾ ਕਿ ਵੀ ਬੈਡਗੈਮ ਏਅਰਪੋਰਟ ਜਿਹੜਾ ਹੈ ਉਹ ਸਾਡੇ ਹਵਾਲੇ ਕਰੋ। ਉਹਨੇ ਕਿਹਾ ਜੀ ਬਾਈਡਨ ਨੇ ਮੂਰਖਤਾ ਦੇ ਨਾਲ ਇਹ ਜਿਹੜਾ ਉੱਥੋਂ ਸਭ ਕੁਝ ਛੱਡਤਾ। ਹਾਲਾਂਕਿ ਤਾਲਿਬਾਨ ਦਾ ਉਹਨਾਂ ਦੇ ਬੁਲਾਰੇ ਦਾ ਕਹਿਣਾ ਹੈ ਕਿ ਜਿਹੜੀ ਸਾਡੀ ਡੀਲ ਹੋਈ ਅਮਰੀਕਾ ਨਾਲ ਉਹਦੇ 'ਚ ਬਿਲਕੁਲ ਇਹ ਸੀ ਕਿ ਕੋਈ ਅਮਰੀਕਨ ਪ੍ਰੈਜ਼ੈਂਸ ਜਾਂ ਕੋਈ ਸੋਲਜਰ ਨਹੀਂ ਰਹੇਗਾ। ਅਸੀਂ ਕਦੇ ਵੀ ਕੋਈ ਫੋਰਨ ਦਾ ਜਿਹੜਾ ਉਹਦੀ ਪ੍ਰੈਜ਼ੈਂਸ ਰੱਖੀ ਨਹੀਂ ਹੈ ਔਰ ਦੈਟ ਇਜ਼ ਵੈਰੀ ਟਰੂ। ਪਰ ਉਹਨਾਂ ਨੇ ਕਿਹਾ ਫਿਰ ਵੀ ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਨੇ। ਹੁਣ ਜਦੋਂ ਤੁਸੀਂ ਇਸ ਸਾਰੇ ਦੇ ਦੇਖਦੇ ਹੋ ਕਿ ਅਮਰੀਕਾ ਬਹਿਣਾ ਚਾਹੁੰਦਾ ਕਾਬਲ ਜਾ ਕੇ ਬੈਡਗਾਮ ਦੇ ਨਾਲ, ਚਾਈਨਾ ਦੇ ਉੱਤੇ ਵੀ ਅੱਖ ਹੈ, ਅਦਰਵਾਈਜ਼ ਵੀ ਹੈ। ਇੱਧਰੋਂ ਮੁਹੰਮਦ ਯੂਨਸ ਨੂੰ ਇਸ ਲੈਵਲ ਦੇ ਉੱਤੇ ਅਜੇ ਐਂਬੈਸਡਰ ਨੋਮੀਨੇਟ ਹੋਇਆ ਹੈ, ਅਜੇ ਗਿਆ ਨਹੀਂ ਹੈ ਔਰ ਲੇਕਿਨ ਐਨਵੋਏ ਹੈ, ਉਹਨੂੰ ਸਪੈਸ਼ਲ ਆਡੀਅੰਸ ਦਿੱਤੀ ਜਾਂਦੀ ਹੈ ਔਰ ਉਹ ਬੰਗਾਲ, ਬੰਗਲਾਦੇਸ਼, ਭੂਟਾਨ, ਨੇਪਾਲ ਔਰ ਨਾਰਥ ਈਸਟ ਦੀਆਂ ਸਟੇਟਾਂ ਦੀ ਗੱਲ ਕਰਦੇ। ਉਧਰੋਂ ਪਾਕਿਸਤਾਨ ਦੇ ਨਾਲ ਸਪੈਸ਼ਲ ਰਿਲੇਸ਼ਨਸ਼ਿਪ ਅਮਰੀਕਾ ਦੀ, ਪਾਕਿਸਤਾਨ ਸਾਊਦੀ ਅਰੇਬੀਆ ਪਾਰਟ। ਹੁਣ ਇਸ ਸਾਰੇ ਨੂੰ ਤੁਸੀਂ ਜਦੋਂ ਦੇਖੋ ਤਾਂ ਫਿਰ ਇਹ ਲੱਗਦਾ ਵੀ ਇਹਨਾਂ ਸਾਰਿਆਂ 'ਚੋਂ ਖਾਲਿਸਤਾਨ ਦਾ ਮੁੱਦਾ ਵੀ, ਕਿਉਂਕਿ ਇਸ ਵੇਲੇ ਜਦੋਂ ਅਸੀਂ ਸਿੱਖ ਇਸ਼ੂ ਦੀ ਗੱਲ ਕਰਦੇ ਹਾਂ ਐਜ਼ ਏ ਬਫਰ ਬਿਟਵੀਨ ਇੰਡੀਆ ਐਂਡ ਪਾਕਿਸਤਾਨ ਐਂਡ ਚਾਈਨਾ, ਤੇ ਇਸ ਦੀ ਵੀ ਸੰਭਾਵਨਾਵਾਂ ਨੇ। ਲੇਕਿਨ ਸਾਨੂੰ ਜਿਹੜਾ ਇਸ ਦੇ ਉੱਤੇ ਜਿਹਨੂੰ ਕਹਿੰਦੇ ਨੇ ਕਿ ਵੀ ਸ਼ੁਡ ਸਟੇ ਔਨ ਦਾ ਟਾਪ ਆਫ ਇਟ। ਬਹੁਤ ਕੁਛ ਬਦਲਣ ਜਾ ਰਿਹਾ ਔਰ ਇਸ ਵੇਲੇ ਜਿਹੜਾ ਫੋਕਸ ਹੈ ਉਹ ਸਾਊਥ ਏਸ਼ੀਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸਾਡੇ ਕੋਲ ਸੋਨਮਲ ਜੀ ਪਹਿਲੇ ਸਾਡੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਰਮ ਸਿੰਘ ਜੀ, ਮਨਜੂਰ ਕੋਇਨੂਰ ਜੀ, ਨਿਹੰਗ ਸਿੰਘ ਜੀ, ਮੁਹੰਮਦ ਯਾਕੂਬ ਜੀ, ਇਹਨਾਂ ਦੇ ਕਾਫੀ ਸਾਰੇ ਮੈਸੇਜ ਨੇ। ਕਹਿੰਦੇ ਨੇ ਕਿ ਜੋ ਬੋਲੇ ਸੋਨਿਆਲ ਸਤਿ ਸ਼੍ਰੀ ਅਕਾਲ। ਔਰ ਫਿਰ ਇਸੇ ਤਰ੍ਹਾਂ ਕਹਿੰਦੇ ਨੇ ਅਕਾਲ ਤਖਤ ਤੋਂ ਆਈ ਆਵਾਜ਼ ਖਾਲਿਸਤਾਨ ਖਾਲਿਸਤਾਨ। और फिर कहते हैं डॉक्टर साहब भारत माता के खिलाफ की है मजूरा जानी के मुजाहरा जानी कि प्रोटेस्ट कब होगा? प्रॉब्लली दिस फ्राइडे। हाँ जी, सैटरडे, क्योंकि सैटरडे 11 ਤੋਂ 2 ਜਿਹੜਾ ਅਸੀਂ 20 ਪਰਮਿਟ ਲਿਆ ਔਰ ਆਲਰੇਡੀ ਭਾਈ ਹਿੰਮਤ ਸਿੰਘ ਔਰ ਸਾਰੀ ਈਸਟ ਕੋਸਟ ਕਮੇਟੀ ਇਸ ਤੇ ਕੰਮ ਕਰ ਰਹੀ ਹੈ ਔਰ ਸਾਨੂੰ ਬੀਬੀ ਗਜ਼ਾਲਾ ਹਬੀਬ ਜਿਹੜੇ ਡਾਲਸ ਬੇਸਡ ਨੇ ਉਹਨਾਂ ਦਾ ਵੀ ਪੋਸਟਰ ਮਿਲਿਆ। ਕਸ਼ਮੀਰੀਆਂ ਵੱਲੋਂ ਵੀ ਆਲਮੋਸਟ ਉਹੀ ਟਾਈਮ ਹੈ, ਥਾਂ ਵੀ ਮੇਰੇ ਖਿਆਲ ਨਾਲ ਨਾਲ ਹੀ ਹੁੰਦੀ ਹੈ। ਔਰ ਇਹ ਸੈਟਰਡੇ ਕਿਉਂਕਿ ਐਸ ਜੈਸ਼ੰਕਰ ਮੋਦੀ ਨਹੀਂ ਆ ਰਹੇ, ਐਸ ਜੈਸ਼ੰਕਰ ਨੇ ਐਡਰੈਸ ਕਰਨਾ ਔਰ ਉਹ 11 ਤੋਂ 2 ਦਾ ਟਾਈਮ ਹੀ ਹੈ। ਗੁਰਵਿੰਦਰ ਮਾਨ ਜੀ, ਮੁਹੰਮਦ ਫਿਰ ਇਸੇ ਤਰ੍ਹਾਂ ਇੰਦਰਜੀਤ ਸਿੰਘ ਸੰਧੂ ਜੀ ਵੀ ਔਰ ਹਰਮਨ ਪੰਨੂ ਜੀ ਵੀ, ਅਮਰਜੀਤ ਸਿੰਘ ਸੈਣੀ ਜੀ ਵੀ,
और फिर इसी तरह मोहम्मद जी कहते हैं कि जो सिख कश्मीर या पाक पंजाबी को खालिस्तान में शामिल करने की बात करते हैं वो दरअसल कहते हैं शरारती हैं, हाँ बिल्कुल प्रो इंडिया है। और राजविंदर कौर आल अबाउट ट्रूथ एंड सिखिज्म जी भी। और फिर इसी तरह याकूब जी कहते हैं डॉक्टर साहब प्लीज़ बी वेरी केयरफुल फ्रॉम शरारती सिख जो कश्मीर और पाक पंजाब को खालिस्तान में शामिल करने की बात करते हैं। कहते हैं दरअसल इस किसान के पता नहीं किस्म के सॉरी सिख जड़े इंडियन एजेंट भी हैं। बिल्कुल ਮੁਹੰਮਦ ਯਾਕੂਬ ਸਾਹਿਬ ਤੁਸੀਂ ਬਿਲਕੁਲ ਠੀਕ ਫਰਮਾਇਆ। ਅਸੀਂ ਪਾਕਿਸਤਾਨ ਦੀ ਸੋਵਰਨਿਟੀ ਔਰ ਸਾਡੇ ਕਸ਼ਮੀਰੀ ਭਰਾਵਾਂ ਦੀ ਸਟਰਗਲ ਉਸ ਤੇ ਹਮਾਇਤੀ ਹਾਂ। ਔਰ ਸਾਡਾ ਜਦੋਂ ਅਸੀਂ ਵਾਘਾ ਤੋਂ ਜਮਨਾ ਤੱਕ ਖਾਲਿਸਤਾਨ ਦੀ ਗੱਲ ਕਰਦੇ ਤਾਂ ਫਿਰ ਜ਼ਾਹਰ ਹੈ ਕਿ ਭਾਈ ਅਸੀਂ ਉਸ ਸ਼ਰਾਰਤੀ ਅੰਸਰ ਦੇ ਮੂੰਹ ਤੇ ਵੀ ਚਪੇੜ ਮਾਰਦੇ ਹਾਂ ਜਿਹੜੇ ਕੋਈ ਵੀ ਹੋਰ ਇਸ ਕਿਸਮ ਦਾ ਹਾਈਪੋਥੇਸਿਸ ਖੜਾ ਕਰਨ ਦੀ ਕੋਸ਼ਿਸ਼ ਕਰਦੇ ਨੇ। ਇਹ ਸ਼ਰਾਰਤ ਅਕਸਰ ਹੁੰਦੀ ਹੈ ਕਿ ਜੀ ਲਾਹੌਰ ਰਾਜਧਾਨੀ ਹੋਏਗੀ, ਫਲਾਣਾ ਹੋਏਗਾ, ਢਿਮਕਾ ਹੋਏਗਾ, ਪਰ ਇਹਨਾਂ ਤੋਂ ਖਬਰਦਾਰ ਰਹਿਣ ਦੀ ਲੋੜ है। और इसी तरह फिर कहते हैं कि डॉक्टर साहब जैसे कि आपने एक मरतबा कहा था कि मुल्क अपना अपना आप लाहौर आओ और हम अमृतसर जाएं विदाउट वीज़ा। बिल्कुल बिल्कुल। और फिर इस तरह कहते खाओ पियो मौज करो। और गुरका मार्ग मिशन जड़े ने वो कहते डॉक्टर साहब तुसी जिथे भी जाते हो छा जाते हो दसो की खाते हो तुहाडे कहते ने ਲੈਕਚਰਾਂ ਦੀ ਗੱਲ ਹੋ ਰਹੀ ਹੈ। ਬਹੁਤ ਸ਼ੁਕਰੀਆ ਤੁਹਾਡੇ ਕੰਪਲੀਮੈਂਟ ਲਈ। ਸਾਡੇ ਲਈ ਤੁਹਾਡੇ ਵਰਗੇ ਵੀਰਾਂ ਭੈਣਾਂ ਦਾ ਪਿਆਰ ਇਹੀ ਸਾਡੀ એનર્ਜੀ ਹੈ, ਇਹੀ ਸਾਡੇ ਐਡਰਨਲਿਨ ਹੈ, ਇਹੀ ਸਾਡਾ ਜਿਹੜਾ ਹੈ ਉਹ ਪ੍ਰੋਟੀਨ ਪ੍ਰੋਡਕਟ ਹੈ। ਬਾਕੀ ਅਸੀਂ ਵੀ ਤੁਹਾਡੇ ਵਾਂਗ ਮਸਰਾਂ ਦੀ ਦਾਲ ਤੇ ਪ੍ਰਸ਼ਾਦਾ ਛਕਣ ਵਾਲੇ ਹੀ ਹੈ। शाबले जी भी। और इसी तरह संग्राम सिंह, फिर इसी तरह मोहम्मद याकूब जी कहते डॉक्टर साहब सुना है कि दुनिया में जो कुछ हो रहा है यूएसए की मर्जी के से ही हो रहा है, ਤੁਹਾਡਾ ਕੀ ਖਿਆਲ ਹੈ? ਇਹਦੇ ਚ ਕਹਿਣ ਦੀ ਲੋੜ ਹੀ ਨਹੀਂ ਹੈ। ਨਜ਼ਰ ਆ ਰਿਹਾ ਹੈ ਜਿਹਨੂੰ ਕਹਿੰਦੇ ਨੇ ਕਿ ਵੀ ਜ਼ੋਰਾਵਰਾਂ ਦਾ 27-100 ਹੁੰਦਾ ਹੈ, ਇਸ ਵੇਲੇ ਜ਼ੋਰਾਵਰ ਇਹ ਨੇ। ਬਿਲਕੁਲ ਕਹਿੰਦੇ ਵਾਕਈ ਕਹਿੰਦੇ ਜਿਹੜੀ ਯੂਨਾਈਟਿਡ ਨੇਸ਼ਨ ਦੀ ਜਿਹੜੀ ਬਿਲਡਿੰਗ ਹੈ ਉਹ ਕਿਸੇ ਕੰਮ की नहीं है। सखी जीवन बच्चू और फिर इसी तरह हाँ जी सिंह गर्चा जी भी। और फिर मोहम्मद जी कहते हैं डॉक्टर साहब इंडिया के खिलाफ प्रोटेस्ट हाँ जी अच्छा तो आप करते हैं गल कर ली है। और शाबली जी और बलविंदर सिंह जी कहते हैं कि द US इनटेक यूजिंग H1B वीज़ा स्कीम सीम्स टू हैव बीन क्लोज्ड एट द मोमेंट। जी जी जी। और गुरमीत सिंह बाजवा जी भी। फिर नरिंदर सिंह जी खालिस्तान जिंदाबाद कहते हैं वी विल गेट खालिस्तान टुडे और टुमारो। फिर इसी तरह मोहम्मद जी कहते हैं कि धोती टोपी जमना पार। गुरप्रकाश सिंह जी भी। और फिर इसी तरह साडा मोहम्मद जी साडा शुक्रिया अदा करते हैं। और बलकार सिंह जी भी, जतिंदर सिंह जी भी, सब का बहुत बहुत शुक्रिया। सन अपने व्यूअर्स को लेने इजाजत। व्यूअर्स साडे प्रोग्राम का समय इत्थे मुकदा। तुसीं अपनी राय ते सुझाव सानूं भेजना भुलना साडे इस पते ते SOS@tv84.tv ते असीं अपना प्रोग्राम लैके फिर दोबारा तुहाडे रूबरू होवांगे। तद तक लई मैनूं ते अपना सुना गया दो देखते रहो TV84 बुला दिओ फतेह। वाहिगुरू जी का खालसा वाहिगुरू जी की फतेह। रब रखा।